हाँ जी दोस्तों, मीडिया प्रवास वालों ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦਾ ਇਨਕਲਾਬੀ ਸ਼ਾਇਰ ਅਵਤਾਰ ਪਾਸ਼ ਕਹਿੰਦਾ ਹੈ ਕਿ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਫਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਕਰ ਜਾਣਾ, ਸਭ ਤੋਂ ਖਤਰਨਾਕ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਦੋਸਤੋ, ਹਾਲਾਤ ਜਿੰਨੇ ਮਰਜ਼ੀ ਖਰਾਬ ਹੋਣ, ਹਾਲਾਤ ਜਿੰਨੇ ਮਰਜ਼ੀ ਚੁਣੌਤੀਆਂ ਭਰੇ ਹੋਣ, ਪਰ ਜਿੰਨੀ ਦੇਰ ਤੱਕ ਸਾਡੇ ਸੁਪਨੇ ਜਿਉਂਦੇ ਨੇ, ਜਿੰਨੀ ਦੇਰ ਤੱਕ ਸਾਡੇ ਖੂਨ ਦੇ ਵਿੱਚ ਜੁੰਬਸ਼ ਹੈ, ਉਨੀ ਦੇਰ ਤੱਕ ਆਪਣੇ ਸੁਪਨਿਆਂ ਦੀ ਪ੍ਰਾਪਤੀ ਦਾ ਸੰਘਰਸ਼ ਚੱਲਦਾ ਰਹਿੰਦਾ ਹੈ। ਬੜੀ ਦੇਰ ਬਾਅਦ ਪੰਜਾਬ ਦੇ ਸੁਪਨਿਆਂ ਨੇ ਫਿਰ ਅੰਗੜਾਈਆਂ ਭਰੀਆਂ ਨੇ ਤੇ ਪੰਜਾਬ ਉਸਲ ਬੱਟੇ ਲੈ ਰਿਹਾ ਹੈ, ਨਵੇਂ ਸੰਘਰਸ਼ਾਂ ਦੇ ਰਾਹ ਪਿਆ ਹੋਇਆ ਹੈ। ਇਸ ਸੰਘਰਸ਼ ਦੀ ਜਿਹੜੀ ਚੁਆਤੀ ਲਾਈ ਹੈ, ਉਹ ਕਿਸਾਨ ਸੰਘਰਸ਼ ਨੇ ਲਾਈ ਹੈ, ਕਿਸਾਨ ਜਥੇਬੰਦੀਆਂ ਨੇ ਲਾਈ ਹੈ, ਕਿਸਾਨਾਂ ਨੇ ਲਾਈ ਹੈ ਤੇ ਪੰਜਾਬ ਦੇ ਆਵਾਮ ਨੇ ਲਾਈ ਹੈ। ਇਹ ਆਪਣੇ ਆਪ ਦੇ ਵਿੱਚ ਸਾਡੇ ਸਮਿਆਂ ਦਾ ਬਹੁਤ ਮਾਣ ਕਰਨਯੋਗ ਵਰਤਾਰਾ ਹੈ ਕਿ ਜਦੋਂ ਵੀ ਪੰਜਾਬ ਤੇ ਭੀੜ ਪਈ ਹੈ, ਜਦੋਂ ਵੀ ਪੰਜਾਬ ਤੇ ਹਮਲੇ ਹੋਏ ਨੇ, ਤਾਂ ਪੰਜਾਬ ਨੇ ਉਹਨਾਂ ਹਮਲਿਆਂ ਦਾ ਮੁਕਾਬਲਾ ਕਰਨ ਲਈ ਕਮਰ ਕਸੀ ਹੈ ਤੇ ਹੁਣ ਫਿਰ ਪੰਜਾਬ ਨੇ ਕਮਰ ਕਸੇ ਹੋਏ ਨੇ। ਮੀਡੀਆ ਪ੍ਰਵਾਸ ਵੱਲੋਂ ਲਗਾਤਾਰ 4 ਹਫ਼ਤਿਆਂ ਤੋਂ ਇਸ ਮਸਲੇ ਤੇ ਚਰਚਾ ਕਰਵਾਈ ਜਾ ਰਹੀ ਹੈ। ਸਾਡੇ ਪਹਿਲੇ ਐਪੀਸੋਡ ਦੇ ਵਿੱਚ ਡਾਕਟਰ ਸੁਖਪਾਲ ਸਿੰਘ ਸਾਡੇ ਨਾਲ ਸੀ, ਉਸ ਤੋਂ ਬਾਅਦ ਡਾਕਟਰ ਗਿਆਨ ਸਿੰਘ ਹੋਰੀ ਸਾਡੇ ਨਾਲ ਸੀ, ਫਿਰ ਹਮੀਰ ਸਿੰਘ ਹੋਰੀ ਸਾਡੇ ਨਾਲ ਸੀ, ਸੁਖਦਰਸ਼ਨ ਨੱਤ ਜੀ ਸਾਡੇ ਨਾਲ ਸੀ ਤੇ ਇਸ ਐਪੀਸੋਡ ਦੇ ਵਿੱਚ 2 ਵਿਦਵਾਨ ਚਿੰਤਕ ਸਾਡੇ ਨਾਲ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲੇ ਨੇ ਪ੍ਰੋਫੈਸਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਡਾਕਟਰ ਭੀਮਿੰਦਰ ਜੀ, ਤੁਹਾਨੂੰ ਪ੍ਰੋਫੈਸਰ ਬਣਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਡਾਕਟਰ ਭੀਮਿੰਦਰ ਸਿੰਘ ਇਸ ਵੇਲੇ ਯੂਨੀਵਰਸਿਟੀ ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਨੇ ਤੇ ਕਰਤਾਰ ਸਿੰਘ ਸਰਾਭਾ ਚੇਅਰ ਦੇ ਵੀ ਮੁਖੀ ਨੇ। ਬਹੁਤ ਸਰਗਰਮੀ ਦੇ ਨਾਲ ਪ੍ਰਗਤੀਵਾਦੀ ਵਿਚਾਰਾਂ ਨੂੰ, ਪ੍ਰਗਤੀਵਾਦੀ ਸੋਚ ਨੂੰ ਅੱਗੇ ਲਿਜਾਣ ਦੇ ਵਿੱਚ ਕੰਮ ਕਰ ਰਹੇ ਨੇ। ਬਹੁਤ ਸਾਰੀਆਂ ਕਿਤਾਬਾਂ ਦੇ ਲੇਖਕ ਨੇ ਤੇ ਲਗਾਤਾਰ ਫੀਲਡ ਦੇ ਨਾਲ ਤੇ ਸਿਧਾਂਤ ਦੇ ਨਾਲ ਜੁੜੇ ਹੋਏ ਨੇ। ਦੂਜੇ ਜੋ ਬੁਲਾਰੇ ਸਾਡੇ ਨਾਲ ਨੇ, ਉਹ ਅੱਜ ਦੀ ਸਭ ਤੋਂ ਚਰਚਿਤ ਸ਼ਖਸੀਅਤ ਨੇ ਡਾਕਟਰ ਦਰਸ਼ਨਪਾਲ ਜੀ। ਸਾਨੂੰ ਇਹ ਮਾਣ ਨਾਲ ਅਸੀਂ ਦੱਸ ਰਹੇ ਹਾਂ ਕਿ ਤੁਹਾਨੂੰ ਇਸ ਵੇਲੇ ਜਿਹੜਾ ਸੰਘਰਸ਼ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ, ਉਹਨਾਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਦੇ ਕਨਵੀਨਰ ਨੇ ਡਾਕਟਰ ਦਰਸ਼ਨਪਾਲ ਜੀ। ਤੇ ਉਸ ਸਾਰੇ ਸੰਘਰਸ਼ ਦੇ ਵਿੱਚ ਪ੍ਰੈਕਟੀਕਲੀ, ਸਿਧਾਂਤਕ ਤੇ ਵਿਹਾਰਕ ਦੋਨੇ ਪੱਧਰਾਂ ਤੇ ਤਨ ਮਨ ਧਨ ਨਾਲ ਇਹਨਾਂ ਨੇ ਅਰਪਣ ਕੀਤਾ ਹੈ ਤੇ ਉਹਦੇ ਨਾਲ ਜੁੜੇ ਹੋਏ ਨੇ। ਸੋ ਡਾਕਟਰ ਦਰਸ਼ਨਪਾਲ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਮਾਈਕ ਸਰ ਖੋਲ ਲਓ ਤੁਸੀਂ ਦੋਨੋਂ। ਸਾਡੇ ਵਿਦਵਾਨ ਚਿੰਤਕਾਂ ਨੂੰ ਬੇਨਤੀ ਹੈ, ਡਾਕਟਰ ਭੀਮਿੰਦਰ ਜੀ, ਡਾਕਟਰ ਦਰਸ਼ਨਪਾਲ ਜੀ, ਆਪਣੇ ਮਾਈਕ ਤੁਸੀਂ ਪਲੀਜ਼ ਅਨਮਿਊਟ ਕਰ ਲਓ ਤਾਂ ਕਿ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਸਕੇ। ਤੇ ਇਹਦੇ ਨਾਲ ਹੋਰ ਬਹੁਤ ਸਾਰੇ ਦੋਸਤ ਜੋ ਵਿਦਵਾਨ ਚਿੰਤਕ ਨੇ ਸਾਡੇ ਨਾਲ ਨੇ, ਜਸਵਿੰਦਰ ਸਿੱਧੂ ਜੀ, ਪਰਮਿੰਦਰ ਕੌਰ ਬਠਿੰਡਾ ਜੀ, ਡਾਕਟਰ ਨੈਬ ਸਿੰਘ ਮੰਡੇਰ, ਜਗਜੀਵਨ, ਮਨਜੀਤ ਕੌਰ ਢਿੱਲੋਂ, ਡਾਕਟਰ ਹਰਪਾਲ ਵਾਜਕ, ਜਸਵਿੰਦਰ ਜਲਾਲ, ਨਵਦੀਪ ਸਿੰਘ ਤੇ ਹੋਰ ਬਹੁਤ ਸਾਰੇ ਲੋਕ, ਡਾਕਟਰ ਸਾਕ ਮੁਹੰਮਦ, ਕਰਮਜੀਤ ਕੌਰ, ਇਕਵਿੰਦਰ ਕੌਰ। ਅਸੀਂ ਸਾਰੇ ਦੋਸਤਾਂ ਦਾ ਮੀਡੀਆ ਪ੍ਰਵਾਸ ਵੱਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਾਨੂੰ ਮਾਣ ਹੈ ਤੁਹਾਡੇ ਸਾਰਿਆਂ ਤੇ ਕਿ ਅਸੀਂ ਚਿੰਤਨ ਦੀ ਪੱਧਰ ਤੇ ਵਿਹਾਰ ਦੀ ਪੱਧਰ ਤੇ ਜੋ ਪੰਜਾਬ ਦੇ ਆਵਾਮ ਨੇ ਪਹਿਲ ਕੀਤੀ ਹੈ, ਉਹਦੇ ਨਾਲ ਤਨੋਂ ਮਨੋਂ ਜੁੜੇ ਹਾਂ ਤੇ ਇਸੇ ਤਰ੍ਹਾਂ ਜੁੜੇ ਰਹਾਂਗੇ। ਮੈਂ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੋਇਆ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ ਆਪਾਂ ਡਾਕਟਰ ਭੀਮਿੰਦਰ ਹੋਰਾਂ। ਡਾਕਟਰ ਭੀਮਿੰਦਰ ਜੀ, ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਇਸ ਵੇਲੇ ਕਿਸਾਨ ਸੰਘਰਸ਼ ਨੂੰ ਦੇਖ ਰਹੇ ਹਾਂ ਪੰਜਾਬ ਦੇ ਵਿੱਚੋਂ, ਉਹ ਇਨਕਲਾਬ ਇੱਕ ਵਾਰੀ ਦੁਬਾਰਾ ਉੱਠਦਾ ਦੇਖ ਰਹੇ ਹਾਂ। ਪਰ ਮੈਂ ਥੋੜਾ ਜਿਹਾ ਪਿਛੋਕੜ ਵੱਲ ਜਾਣਾ ਚਾਹੂੰਗਾ ਤੁਹਾਨੂੰ ਲੈ ਕੇ ਕਿ ਮਨੁੱਖ ਤੋਂ ਮਨੁੱਖ ਦੀ ਲੁੱਟ ਦਾ ਸਿਲਸਿਲਾ ਕਦੋਂ ਸ਼ੁਰੂ ਹੁੰਦਾ ਹੈ, ਜਿਹਦੇ ਆਧਾਰ ਤੇ ਆਪਾਂ ਹੁਣ ਲੜਾਈ ਲੜ ਰਹੇ ਹਾਂ। ਡਾਕਟਰ ਕੁਲਦੀਪ ਜੀ, ਸਭ ਤੋਂ ਪਹਿਲਾਂ ਮੀਡੀਆ ਪ੍ਰਵਾਸ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ, ਜਿਨ੍ਹਾਂ ਨੇ ਸਾਰਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤੇ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਹੀ ਨਹੀਂ, ਹਿੰਦੁਸਤਾਨ ਦਾ ਸਭ ਤੋਂ ਭਖਦਾ ਮੁੱਦਾ ਜਿਹੜਾ ਹੈਗਾ ਉਹ ਕਿਸਾਨੀ ਦਾ ਹੈ। ਕਿਉਂਕਿ ਜਿਵੇਂ ਤੁਸੀਂ
ਪਾਸ਼ ਦੀ ਕਵਿਤਾ ਦੇ ਨਾਲ ਆਪਣੀ ਗੱਲ ਸ਼ੁਰੂ ਕੀਤੀ ਸੀਗੀ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਸੁਪਨੇ, ਜਾਂ ਈਵਨ ਮੈਂ ਥੋੜਾ ਜਿਹਾ, ਜਿਵੇਂ ਤੁਸੀਂ ਪੁੱਛਿਆ ਹੈ ਸਵਾਲ, ਉਹ ਥੋੜਾ ਜਿਹਾ ਮੈਂ ਬੈਕਗਰਾਉਂਡ 'ਚ ਜਾਣਾ ਚਾਹੁੰਦਾ, ਕਿਉਂਕਿ ਮਨੁੱਖ ਤੋਂ ਮਨੁੱਖ ਦੀ ਜਿਹੜੀ ਲੁੱਟ ਹੈ ਉਹ ਸਦੀਆਂ ਪੁਰਾਣੀ ਹੈ, ਕੋਈ ਅੱਜ ਦੀ ਗੱਲ ਨਹੀਂ ਹੈ। ਜਦੋਂ ਤੋਂ ਜਮਾਤਾਂ ਬਣੀਆਂ, ਜਦੋਂ ਤੋਂ ਕਲਾਸਿਸ ਡਿਵੈਲਪ ਹੋਈਆਂ, ਜਦੋਂ ਤੋਂ ਜਿਹੜੀ ਪ੍ਰਾਈਵੇਟ ਪ੍ਰਾਪਰਟੀ ਦਾ ਸੰਕਲਪ ਪੂਰੀ ਦੁਨੀਆ ਦੇ ਵਿੱਚ ਪੈਦਾ ਹੋਇਆ, ਔਰ ਮਨੁੱਖਤਾ ਨੇ ਉਸ ਪ੍ਰਾਈਵੇਟ ਪ੍ਰਾਪਰਟੀ ਦੇ ਰਾਹੀਂ ਜਿਹੜਾ ਸੀਗਾ ਲਾਲਚ ਜਿਹੜਾ ਸੀਗਾ ਪੈਦਾ ਹੋਇਆ, ਔਰ ਉਸ ਤੋਂ ਹੀ ਹੌਲੀ ਹੌਲੀ ਇਹ ਜਿਹੜੀ ਹੈਗੀ ਹੈ ਮਨੁੱਖ ਤੋਂ ਮਨੁੱਖ ਦੀ ਲੁੱਟ ਸ਼ੁਰੂ ਹੁੰਦੀ ਹੈ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ। ਹਿਸਟਰੀ ਦੀ ਮੈਂ ਇਸ ਲਈ ਗੱਲ ਕਰ ਰਿਹਾ ਕਿ ਜਿਹਨੂੰ ਅੱਜ ਅਸੀਂ ਹਿਸਟਰੀ ਕਿਹਾ ਜਾਂਦਾ ਹੈ, ਇਤਿਹਾਸ ਕਿਹਾ ਜਾਂਦਾ ਹੈ, ਇਹ ਮਨੁੱਖ ਤੋਂ ਮਨੁੱਖ ਦੀ ਲੁੱਟ ਦਾ ਹੀ ਇਤਿਹਾਸ ਹੈ। ਉਹ ਕਹਾਣੀ ਹੈ, ਪੂਰੀ ਸਦੀਆਂ ਪੁਰਾਣੀ ਕਹਾਣੀ ਹੈ। ਜਿਵੇਂ ਮਾਰਕਸ ਨੇ ਕਿਹਾ ਕਿ ਜਿਹੜਾ ਮਨੁੱਖੀ ਇਤਿਹਾਸ ਹੈ ਉਹ ਦੋ ਵਰਗਾਂ ਦੀ ਵੰਡ ਦੀ ਜਿਹੜੀ ਲੜਾਈ ਹੈ, ਸੰਘਰਸ਼ ਹੈ ਦੋ ਵਰਗਾਂ ਦਾ। ਦੋ ਵਰਗ ਦਾ ਮਤਲਬ, ਉਹਨਾਂ ਦਾ ਮਤਲਬ ਇਹੀ ਹੈ ਕਿ ਇੱਕ ਪਾਸੇ ਲੁੱਟਣ ਵਾਲੇ ਨੇ, ਇੱਕ ਪਾਸੇ ਜਿਹੜੇ ਲੁੱਟੇ ਜਾ ਰਹੇ ਨੇ ਉਹ ਨੇ। ਸੋ ਜਿੰਨੀਆਂ ਵੀ ਅਸੀਂ ਮਨੁੱਖੀ ਇਤਿਹਾਸ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਲੁੱਟੇ ਜਾਣ ਵਾਲੇ ਸੀਗੇ, ਖਾਸ ਤੌਰ ਤੇ ਜਿਹੜੇ ਗਰੀਬ ਕਿਸਾਨੀ ਮਜ਼ਦੂਰ ਸੀਗੇ, ਉਹਨਾਂ ਨੇ ਹੁਣ ਤੱਕ ਜਿਹੜੀਆਂ ਨੇ ਬਹੁਤ ਵੱਡੇ ਜਿਹੜੇ ਨੇ ਸੰਘਰਸ਼ ਕੀਤੇ ਨੇ। ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਜਦੋਂ ਅੱਜ ਤੋਂ ਲਗਭਗ 500 ਸਾਲ ਪਹਿਲਾਂ ਮੈਨੂੰ ਲੱਗਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਘਟਨਾ ਵਾਪਰਦੀ ਹੈ ਉਹ ਵਾਪਰਦੀ ਹੈ ਕਿ ਪੂੰਜੀਵਾਦ ਦਾ ਵਧਣਾ ਔਰ ਪੂੰਜੀਵਾਦ ਦਾ ਪੈਦਾ ਹੋਣਾ ਤੇ ਪੂਰੇ ਦੁਨੀਆ ਤੇ ਛਾ ਜਾਣਾ। ਇਹ ਮੈਨੂੰ ਲੱਗਦਾ ਕਿ ਇਸ ਨੂੰ ਜਦੋਂ ਅਸੀਂ ਅੱਜ ਦਾ ਕਿਸਾਨੀ ਸੰਘਰਸ਼ ਦੇਖਾਂਗੇ ਤਾਂ ਇਸ ਘਟਨਾ ਨੂੰ ਬਹੁਤ ਧਿਆਨ ਨਾਲ ਵਾਚਣ ਦੀ ਲੋੜ ਹੈ। ਕਿ ਮੈਂ ਇਹ ਗੱਲ ਕਿਉਂ ਕਹਿ ਰਿਹਾ, ਇਹ ਜਦੋਂ 500 ਸਾਲ ਪਹਿਲਾਂ ਪੂਰੀ ਦੁਨੀਆ ਦੇ ਵਿੱਚ ਪੂੰਜੀਵਾਦ ਦਾ ਪੈਦਾ ਹੋ ਕੇ ਪੂਰੇ ਮੁਲਕਾਂ ਦੇ ਵਿੱਚ, ਵੱਖ-ਵੱਖ ਮੁਲਕਾਂ ਦੇ ਵਿੱਚ, ਪੂਰੀ ਦੁਨੀਆ ਵਿੱਚ ਛਾ ਕੇ ਇਹਨੇ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ। ਜਿਹੜਾ ਫਿਊਡਲਿਜ਼ਮ ਸੀਗਾ, ਜਿਹੜਾ ਜਾਗੀਰਦਾਰੀ ਢਾਂਚਾ ਸੀਗਾ ਖਾਸ ਤੌਰ ਤੇ ਯੂਰਪ ਦਾ, ਉਸ ਨੂੰ ਬੁਰੀ ਤਰ੍ਹਾਂ ਚੇਂਜ ਕੀਤਾ ਔਰ ਉਹਦੇ ਵਿੱਚ ਜਿਹੜੀ ਧਰਮ ਦੀ ਜਿਹੜੀ ਦਖਲ ਅੰਦਾਜ਼ੀ ਸੀ ਲੋਕਾਂ ਦੀ, ਉਹਨੂੰ ਉਹਨਾਂ ਨੇ ਬਦਲਿਆ, ਔਰ ਜਾਗੀਰਦਾਰੀ ਜਾਂ ਜਿਹੜੇ ਕੁਲੀਨ ਤੰਤਰ ਸੀਗਾ ਉਹਨੂੰ ਉਹਨਾਂ ਨੇ ਬਦਲਿਆ। ਇਹਦੇ ਵਿੱਚ ਮੇਰਾ ਕਹਿਣ ਤੋਂ ਮਤਲਬ ਹੈ ਕਿ ਕਿਸਾਨਾਂ ਦਾ ਔਰ ਮਜ਼ਦੂਰਾਂ ਦਾ ਜਿਹੜਾ ਰੋਲ ਸੀਗਾ ਬਹੁਤ ਵੱਡਾ ਰੋਲ ਸੀਗਾ। ਚਾਹੇ ਮੈਂ ਵੱਖ-ਵੱਖ ਇਨਕਲਾਬਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿਹੜੇ ਕਿ ਇਸ ਜਦੋਂ ਹੌਲੀ-ਹੌਲੀ ਸਾਮਰਾਜਵਾਦ ਦੇ ਵਿੱਚ ਤਬਦੀਲ ਹੁੰਦਾ ਪੂੰਜੀਵਾਦ, ਤਾਂ ਇਸ ਤੋਂ ਖਹਿੜਾ ਛੁਡਾਉਣ ਦੇ ਲਈ ਵੀ ਬਹੁਤ ਸਾਰੇ ਸੰਘਰਸ਼ ਲੜੇ ਗਏ। ਖਾਸ ਤੌਰ ਤੇ ਜਿਹੜਾ ਅਮਰੀਕਨਾਂ ਨੇ ਸੰਘਰਸ਼ ਲੜਿਆ, ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਜਾਂਦਾ ਹੈ। ਇਹ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਜਿਹੜਾ ਸੀਗਾ ਉਸ ਰਾਜਤੰਤਰ ਨੂੰ ਜਾਂ ਉਸ ਸਾਮਰਾਜ ਨੂੰ ਚੈਲੰਜ ਕਰਨਾ, ਜਿਹਦੇ ਉੱਤੇ ਮੈਨੂੰ ਲੱਗਦਾ ਕਿ ਬ੍ਰਿਟਿਸ਼ ਜਿਹੜਾ ਸਾਮਰਾਜ ਸੀਗਾ ਉਹਨੇ ਕਬਜ਼ਾ ਕੀਤਾ ਹੋਇਆ ਸੀਗਾ। ਉੱਥੇ ਸਪੇਨ ਦੇ ਜਿਹੜੇ ਸਾਮਰਾਜ ਨੇ, ਉੱਥੇ ਜਰਮਨ ਦੇ ਸਾਮਰਾਜ ਨੇ ਕਬਜ਼ਾ ਕੀਤਾ ਹੋਇਆ ਸੀਗਾ। ਸੋ ਉਹਦੇ ਉੱਤੋਂ ਖਹਿੜਾ ਛੁਡਾਉਣ ਦੇ ਲਈ ਅਮਰੀਕਾ ਨੇ ਸਭ ਤੋਂ ਪਹਿਲਾਂ ਜਿਹੜਾ ਸੀਗਾ ਇਨਕਲਾਬ ਕੀਤਾ। ਉਸ ਤੋਂ ਬਾਅਦ ਜਿਹੜਾ ਹੈਗਾ ਫ੍ਰੈਂਚ ਰੈਵੋਲੂਸ਼ਨ, ਜਿਹਨੂੰ ਅਸੀਂ ਯਾਦ ਕਰਦੇ ਹਾਂ, ਫ੍ਰੈਂਚ ਰੈਵੋਲੂਸ਼ਨ ਜਿਹੜਾ ਇੱਕ ਐਸਾ ਰੈਵੋਲੂਸ਼ਨ ਹੈ ਉਹ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਨੇ, ਮਜ਼ਦੂਰਾਂ ਨੇ ਉਹਦੇ ਵਿੱਚ ਜੋ ਰੋਲ ਅਦਾ ਕੀਤਾ, ਉਹਦੇ ਜਿਹੜੇ ਸਿੰਪਟਮ ਨੇ ਅੱਜ ਵੀ ਅਸੀਂ ਦੇਖ ਸਕਦੇ ਹਾਂ। ਉਹਦੇ ਚ ਬਰਾਬਰੀ ਦਾ ਜਿਹੜਾ ਸੰਕਲਪ ਹੈ, ਸਮਾਜਵਾਦ ਦਾ ਸੰਕਲਪ ਹੈ, ਭਾਈਚਾਰੇ ਦਾ ਸੰਕਲਪ ਹੈ। ਤੇ ਇਸੇ ਤਰ੍ਹਾਂ ਜਿਹੜੀ ਹੈਗੀ ਹੈ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜਾ ਅੱਜ ਅਸੀਂ ਸੰਵਿਧਾਨ, ਭਾਰਤੀ ਸੰਵਿਧਾਨ ਵੀ ਦੇਖਦੇ ਹਾਂ, ਜਿਹਦੇ ਪ੍ਰੀਐਂਬਲ ਦੇ ਵਿੱਚ ਸਾਰਾ ਕੁਝ ਸਮਾਜਵਾਦ ਦੇ ਸ਼ਬਦ ਵੀ ਨੇ, ਧਰਮ ਨਿਰਪੱਖਤਾ ਦੇ ਵੀ ਸ਼ਬਦ ਨੇ। ਇਹ ਸਾਰੇ ਫ੍ਰੈਂਚ ਰੈਵੋਲੂਸ਼ਨ ਨੇ ਸਾਨੂੰ ਆਜ਼ਾਦੀ ਦੇ ਜਿਹੜੇ ਸੰਕਲਪ ਨੇ, ਇਹ ਸਾਰੇ ਉਸ ਰੈਵੋਲੂਸ਼ਨ ਨੇ ਸਾਨੂੰ ਦਿੱਤੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਜਿਹੜੇ ਸੰਘਰਸ਼ ਨੇ ਉਹ ਕਿਸਾਨਾਂ ਨੇ ਹੁਣ ਤੱਕ ਲੜੇ ਨੇ। ਉਸ ਤੋਂ ਬਾਅਦ ਅਸੀਂ ਆਉਣੇ ਆ ਕਿ ਰੂਸ ਦਾ 1917 ਦਾ ਇਨਕਲਾਬ ਹੈ, ਉਹਦੇ ਵਿੱਚ ਕਿਸਾਨੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਦੇਖਦੇ ਹਾਂ ਕਿ ਚਾਈਨਾ ਦੇ ਵਿੱਚ 1949 ਦੇ ਵਿੱਚ ਮਾਓ ਦੀ ਜਿਹੜੀ ਸੀਗੀ ਰਹਿਨੁਮਾਈ ਦੇ ਵਿੱਚ ਬਹੁਤ ਵੱਡਾ ਸੰਘਰਸ਼ ਜਿਹੜਾ ਸੀਗਾ ਚਾਈਨਾ ਨੇ, ਚੀਨ ਦੇ ਲੋਕਾਂ ਨੇ, ਆਮ ਖਾਸ ਤੌਰ ਤੇ ਕਿਸਾਨੀ ਨੇ। ਮੈਂ ਇੱਥੇ ਜ਼ਰੂਰ ਇਹ ਗੱਲ ਬਹੁਤ ਜ਼ੋਰ ਨਾਲ ਦੱਸਣੀ ਚਾਹਣਾ ਕਿ ਅੱਜ ਅਸੀਂ ਚਾਈਨਾ ਤੋਂ ਬਹੁਤ ਕੁਝ ਸਿੱਖਣ ਦੀ ਸਾਨੂੰ ਲੋੜ ਹੈ। ਇਸ ਲਈ ਲੋੜ ਹੈ ਕਿ ਕਿਸਾਨਾਂ ਨੂੰ ਉਹਨਾਂ ਨੇ ਅੱਗੇ ਲਾ ਕੇ ਕਿਸਾਨ ਨੂੰ ਰਹਿਨੁਮਾਈ ਦੇ ਵਿੱਚ, ਕਿਸਾਨ ਦੀ ਰਹਿਨੁਮਾਈ ਦੇ ਵਿੱਚ ਇੱਕ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ। ਜਿਹਨੂੰ ਕਿਹਾ ਜਾਂਦਾ ਸੀਗਾ ਕਿ ਮਾਰਕਸ ਬਾਰੇ ਇਹ ਅਕਸਰ ਕਿਹਾ ਜਾਂਦਾ ਕਿ ਸ਼ਾਇਦ ਜਿਹੜਾ ਪ੍ਰੋਲੋਤਾਰੀ ਹੈ, ਮਜ਼ਦੂਰ ਵਰਗ ਹੈ, ਉਹ
ਇਨਕਲਾਬ ਕਰੇਗਾ। ਪਰ ਇੱਥੇ ਮਾਓ ਨੇ ਇੱਕ ਬਹੁਤ ਚੇਂਜ ਜਿਹੜੀ ਸੀਗੀ, ਉਹਦੀ ਇਮੈਜੀਨੇਸ਼ਨ ਸੀਗੀ, ਉਹਦਾ ਰਚਨਾਤਮਕ ਮਾਰਕਸਵਾਦ ਸੀਗਾ, ਉਹਦੀ ਕਾਰਨਾਮੇ, ਉਹਦੀ ਜਿਹੜੀ ਹੈਗੀ ਐਸੇ ਉਹਨਾਂ ਨੇ ਕਾਰਨਾਮੇ ਕਰਕੇ ਦਿਖਾਏ ਕਿਸਾਨੀ ਨੇ ਚੀਨ ਦੇ ਵਿੱਚ, ਕਿ ਪੂਰੀ ਦੁਨੀਆ ਨੂੰ ਉਹਨਾਂ ਨੇ ਇੱਕ ਨਵਾਂ ਇਨਕਲਾਬ ਜਿਹੜਾ ਹੈਗਾ ਕਿਸਾਨੀ ਦੀ ਰਹਿਨੁਮਾਈ ਦੇ ਵਿੱਚ ਦਿੱਤਾ। ਇਸੇ ਤਰ੍ਹਾਂ ਅਸੀਂ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਹਿੰਦੁਸਤਾਨ ਦੇ ਜਿਹੜੇ ਕਿਸਾਨ ਸੀਗੇ, ਮੈਨੂੰ ਲੱਗਦਾ ਕਿ ਜਦੋਂ 1600-1700 ਈਸਵੀ ਦੇ ਵਿੱਚ ਜਦੋਂ ਅੰਗਰੇਜ਼ ਸਾਮਰਾਜ ਇੱਥੇ ਆਉਣਾ ਸ਼ੁਰੂ ਹੁੰਦਾ ਹੈ ਤਾਂ ਉਹਦਾ ਮਕਸਦ ਇਹੀ ਹੁੰਦਾ ਹੈ ਕਿ ਇੱਥੋਂ ਦਾ ਜਿਹੜੀ ਜ਼ਮੀਨ ਹੈ, ਇੱਥੋਂ ਦੇ ਜਿਹੜੇ ਕਿਸਾਨ ਨੇ, ਉਹਨਾਂ ਤੋਂ ਅਸੀਂ ਆਪਣੀ ਤਰ੍ਹਾਂ ਦੀ ਜਿਹੜੀ ਖੇਤੀ ਕਰਾਉਣੀ ਹੈ। ਜਿਹੜੀ ਇੱਥੋਂ ਦੀ ਜਿਹੜੀ ਪਰੰਪਰਾਗਤ ਖੇਤੀ ਸੀਗੀ ਉਸ ਮਾਡਲ ਨੂੰ ਉਹਨਾਂ ਨੇ ਤੋੜਿਆ, ਔਰ ਜਿਹੜੀ ਉੱਥੋਂ ਦੇ ਇੰਡਸਟਰੀਅਲ ਰੈਵੋਲੂਸ਼ਨ ਦੀ ਜਿਹੜੀ ਬਦੌਲਤ ਉੱਥੇ ਇੰਡਸਟਰੀ ਨੂੰ ਜੋ ਮਾਲ ਚਾਹੀਦਾ ਸੀਗਾ, ਖਾਸ ਤੌਰ ਤੇ ਕੱਚਾ ਮਾਲ ਚਾਹੀਦਾ ਸੀਗਾ, ਉਸ ਤਰ੍ਹਾਂ ਦੀ ਖੇਤੀ, ਨੀਲ ਦੀ ਖੇਤੀ ਜਾਂ ਸਾਡੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸੀ, ਕਪਾਹ ਦੀ ਖੇਤੀ ਜਿਹੜੀ ਸੀਗੀ, ਉਹ ਸਾਡੇ ਇੱਥੋਂ ਦੇ ਕਿਸਾਨਾਂ ਤੋਂ ਕਰਵਾਈ ਗਈ, ਔਰ ਇੱਥੇ ਨਵੇਂ ਕਾਨੂੰਨ ਉਹ ਲੈ ਕੇ ਆਏ। ਇੱਥੇ ਮੈਂ ਜ਼ਰੂਰ, ਜਦੋਂ ਅਸੀਂ ਪੰਜਾਬ ਦੀ ਗੱਲ ਕਰਾਂਗੇ ਤਾਂ ਪੰਜਾਬ ਦੇ ਵਿੱਚ 16 ਅਕਤੂਬਰ 1906 ਨੂੰ ਜਿਹੜਾ ਹੈਗਾ ਕੋਲੋਨਾਈਜੇਸ਼ਨ ਬਿੱਲ ਵਿਸ਼ੇਸ਼ ਤੌਰ ਤੇ ਜਿਹੜਾ ਸੀਗਾ, ਅੱਜ ਵਰਗਾ ਹੀ ਬਿੱਲ ਸੀਗਾ ਉਹ, 1906 ਦੇ ਵਿੱਚ 26 ਅਕਤੂਬਰ ਨੂੰ ਉਹ ਪੇਸ਼ ਕੀਤਾ ਗਿਆ, ਔਰ 28 ਫਰਵਰੀ 1907 ਨੂੰ ਉਹ ਅਸੈਂਬਲੀ ਦੇ ਵਿੱਚੋਂ ਪਾਸ ਹੋਇਆ। ਸੋ ਉਹਦੇ ਖਿਲਾਫ ਪੰਜਾਬ ਦੇ ਜਿਹੜੇ ਕਿਸਾਨਾਂ ਨੇ ਬਹੁਤ ਵੱਡੀ ਮੂਵਮੈਂਟ ਲੜੀ, ਜਿਹਨੂੰ ਅਸੀਂ ਅੱਜ ਪਗੜੀ ਸੰਭਾਲ ਜੱਟਾ ਮੂਵਮੈਂਟ ਕਹਿੰਦੇ ਆ। ਉਹ ਲਗਭਗ ਅੱਜ ਦੀ ਜਿਹੜੀ ਮੂਵਮੈਂਟ ਸੀ, ਮੈਂ ਉਹਨੂੰ ਬਹੁਤ ਨੇੜਿਓਂ ਜਦੋਂ ਅਸੀਂ ਵਾਚਦੇ ਹਾਂ ਤਾਂ ਜ਼ਰੂਰ ਉਹਦੇ ਨਾਰੇ ਵੀ ਲਗਭਗ ਉਹੀ ਸੀਗੇ, ਔਰ ਉਹਦੇ ਜਿਹੜੇ ਨਤੀਜੇ ਸੀਗੇ ਔਰ ਉਹਦੇ ਜਿਹੜੇ ਸਿੱਟੇ ਸੀਗੇ ਉਹ ਵੀ ਲਗਭਗ ਉਹੀ ਨਿਕਲ ਰਹੇ ਸੀਗੇ ਜੋ ਅੱਜ ਦੇ ਇਹਨਾਂ ਕਾਨੂੰਨਾਂ ਦੇ, ਕਾਲੇ ਕਾਨੂੰਨਾਂ ਦੇ ਸਿੱਟੇ ਨਿਕਲਦੇ ਨੇ। ਸੋ ਉਹ ਜਿਹੜੀ ਮੂਵਮੈਂਟ ਸੀ ਉਹਨੂੰ ਪਗੜੀ ਸੰਭਾਲ ਜੱਟਾ ਮੂਵਮੈਂਟ ਕਿਹਾ ਗਿਆ। ਇਹ ਜਿਹੜੀ ਆਪਾਂ ਨੂੰ ਯਾਦ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਦੀ ਰਹਿਨੁਮਾਈ ਦੇ ਵਿੱਚ, ਲਾਲਾ ਲਾਜਪਤ ਰਾਏ ਜੀ ਦੀ ਰਹਿਨੁਮਾਈ ਦੇ ਵਿੱਚ ਇਹ ਬਹੁਤ ਵੱਡੀ ਮੂਵਮੈਂਟ ਉਸ ਵੇਲੇ ਲੜੀ ਗਈ। ਮੈਂ ਇਸ ਲਈ ਆਪਣੀ ਜਿਹੜੀ ਕਵਿਤਾ, ਤੁਸੀਂ ਵੀ ਪਾਸ਼ ਦੀ ਗੱਲ ਕੀਤੀ ਸੀਗੀ, ਮੈਂ ਸ਼੍ਰੀ ਬਾਂਕੇ ਦਿਆਲ ਜੀ ਦੀ ਉਹ ਜਿਹੜੀ ਕਵਿਤਾ ਹੈ ਮੈਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਇਹ ਸਾਂਝੀ ਕਰਨਾ ਚਾਹੁੰਦਾ, ਕਿਉਂਕਿ ਇਹ ਕਵਿਤਾ ਬਹੁਤ ਘੱਟ ਮਿਲਦੀ ਹੈ। ਬਹੁਤ ਮੈਨੂੰ ਇਹਦੀਆਂ 2-3 ਜਿਹੜੇ ਪਹਿਰੇ ਨੇ ਉਹ ਮੈਨੂੰ ਮਿਲੇ ਨੇ, ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਕਿਉਂਕਿ ਤੁਹਾਨੂੰ ਇਸ ਕਵਿਤਾ ਤੋਂ ਉਹਨਾਂ ਦੇ ਨਾਅਰਿਆਂ ਦਾ ਪਤਾ ਲੱਗੇਗਾ, ਔਰ ਉਹਨਾਂ ਦੀ ਜਿਹੜੀ ਸੋਚ ਸੀਗੀ ਉਸ ਵੇਲੇ ਕਿਸਾਨੀ ਦੀ, ਉਹ ਅੱਜ ਤੋਂ ਲਗਭਗ 100 ਸਾਲ 150 ਸਾਲ ਪਹਿਲਾਂ, ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਉਹ ਹੈ ਜੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਫਸਲਾਂ ਨੂੰ ਖਾ ਗਏ ਕੀੜੇ, ਤਨ ਤੇ ਨੇ ਪਾਟੇ ਲੀੜੇ, ਭੁੱਖਾਂ ਨੇ ਖੂਬ ਨਿਚੋੜੇ, ਰੋਂਦੇ ਨੇ ਬਾਲ ਹੋਏ। ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਬਣਦੇ ਨੇ ਤੇਰੇ ਲੀਡਰ ਰਾਜੇ ਤੇ ਖਾਨ ਬਹਾਦਰ, ਤੈਨੂੰ ਹੀ ਖਾਵਨ ਖਾਤਰ ਵਿਛਦੇ ਨੇ ਜਾਲ ਹੋਏ। ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਹਿੰਦ ਹੈ ਤੇਰਾ ਮੰਦਰ ਉਸ ਦਾ ਪੁਜਾਰੀ ਤੂੰ, ਝੱਲੇਗਾ ਕਦੋਂ ਤੱਕ ਆਪਣੀ ਖਵਾਰੀ ਤੂੰ, ਲੜਨੇ ਤੇ ਮਰਨੇ ਦੀ ਕਰ ਲੈ ਤਿਆਰੀ ਤੂੰ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। ਸੀਨੇ ਤੇ ਖਾਨਾ ਹੈ ਤੀਰ ਰਾਂਝਾ ਤੂੰ, ਦੇ ਹੈ ਹੀਰ ਸੰਭਲ ਕੇ ਚੱਲ ਤੂੰ ਵੀਰ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। ਤੁਸੀਂ ਕਿਉਂ ਦਬਦੇ ਵੀਰੋ ਉੱਠੀ ਪੁਕਾਰ ਹੋਏ, ਹੋ ਕੇ ਇਕੱਠੇ ਵੀਰੋ ਮਾਰੋ ਲਲਕਾਰ ਹੋਏ, ਤਾੜੀ ਤੋਂ ਹੱਥੜ ਵੱਜੇ ਛਾਤੀ ਨੂੰ ਤਾਣ ਹੋਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। ਇਹ ਬਹੁਤ ਖੂਬਸੂਰਤ ਨਜ਼ਮ ਜਿਹੜੀ ਹੈਗੀ ਆ, ਬਹੁਤ ਮਸ਼ਹੂਰ ਉਸ ਵੇਲੇ ਮੈਨੂੰ ਲੱਗਦਾ ਕਿ ਪੰਜਾਬ ਦੇ ਬੱਚੇ ਦੀ ਜ਼ੁਬਾਨ ਤੇ ਇਹ ਨਜ਼ਮ ਸੀਗੀ। ਸੋ ਲਗਭਗ ਉਹੀ ਗੱਲਾਂ ਜਿਹੜਾ ਹੈਗਾ ਕਿਸਾਨੀ ਦਾ ਸੰਘਰਸ਼ ਜਿਹੜਾ ਹੈਗਾ ਅੱਜ ਅਸੀਂ ਵੇਖ ਰਹੇ ਹਾਂ। ਜੀ ਕੁਲਦੀਪ ਜੀ, ਡਾਕਟਰ ਦਰਸ਼ਨਪਾਲ ਹੋਰਾਂ ਨੂੰ ਨਾਲ ਜੋੜੀਏ। ਡਾਕਟਰ ਸਾਹਿਬ, ਡਾਕਟਰ ਭੀਮਿੰਦਰ ਹੋਰਾਂ ਨੇ ਵਿਸ਼ਵ ਪੱਧਰ ਤੇ ਜਿਹੜੇ ਸੰਘਰਸ਼ ਲੜੇ ਲੋਕਾਂ ਨੇ ਸ਼ੋਸ਼ਣ ਦੇ ਖਿਲਾਫ, ਉਹਨਾਂ ਦੀ ਗੱਲ ਕੀਤੀ ਹੈ ਤੇ ਅਸੀਂ ਪਗੜੀ ਸੰਭਾਲ ਜੱਟਾ ਤੱਕ ਪਹੁੰਚੇ ਹਾਂ। ਤੇ ਮੈਂ ਤੁਹਾਨੂੰ ਇਸ ਗੱਲਬਾਤ ਦੇ ਵਿੱਚ ਸ਼ਾਮਿਲ ਕਰਦਾ ਹੋਇਆ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੀ ਇਹ ਕਿਰਤ ਹੈ, ਇਹ ਦੁਨੀਆ ਦੇ ਵਿੱਚ ਸਭ ਤੋਂ ਪਵਿੱਤਰ ਚੀਜ਼ ਹੈ, ਕਿਉਂਕਿ ਸਾਰਾ ਕੁਝ ਕਿਰਤ ਤੋਂ ਪੈਦਾ ਹੋਣਾ ਹੁੰਦਾ ਹੈ, ਪਰ ਕਿਰਤ ਨੂੰ ਹੀ ਸਭ ਤੋਂ ਵੱਡੀਆਂ ਚੁਣੌਤੀਆਂ ਕਿਉਂ ਹੁੰਦੀਆਂ ਨੇ? ਤੁਸੀਂ ਇਸ ਗੱਲ ਨੂੰ ਕਿਵੇਂ ਮਹਿਸੂਸ ਕਰਦੇ ਹੋ ਡਾਕਟਰ ਦਰਸ਼ਨਪਾਲ ਜੀ? ਡਾਕਟਰ ਸਾਹਿਬ ਮਾਈਕ ਆਪਣਾ ਮਿਊਟ ਕਰ ਲਓ ਜੀ। ਮਾਈਕ ਤੁਹਾਡਾ ਬੰਦ ਹੈ ਸਰ, ਮਾਈਕ ਬੰਦ ਹੈ।
ਹਾਂਜੀ ਹਾਂਜੀ ਤੇ ਕੁਲਦੀਪ ਜੀ ਤੁਹਾਡੇ ਵੱਲੋਂ ਹੀ ਮੈਨੂੰ ਅਨਮਿਊਟ ਕੀਤਾ ਗਿਆ, ਮਿਊਟ ਕੀਤਾ ਗਿਆ ਜੀ ਸੀ, ਜੀ ਅਨਮਿਊਟ ਨਹੀਂ ਸੀ ਹਾਂ ਹੋ ਗਿਆ। ਪਲੀਜ਼ ਵੈਲਕਮ। ਦੇਖੋ, ਇੱਕ ਤਾਂ ਮੈਂ ਮਾਫੀ ਚਾਹੁੰਦਾ ਕਿ ਮੈਂ ਅਸਲ 'ਚ ਜਿਸ ਫੀਲਡ ਦਾ ਇਨਸਾਨ ਹਾਂ, ਮੈਂ ਬਚਪਨ ਤੋਂ ਮਤਲਬ ਕਿ ਬਚਪਨ ਤੋਂ ਨਿਕਲ ਜਵਾਨੀ ਤੋਂ ਸਾਇੰਸ ਦਾ ਸਟੂਡੈਂਟ ਰਿਹਾ, ਮੈਡੀਕਲ ਸਾਇੰਸ ਦਾ ਸਟੂਡੈਂਟ ਰਿਹਾ ਜੀ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੋਸ਼ਲ ਸਾਇੰਸ ਦੀਆਂ ਨੇ ਉਹ ਮੇਰੇ ਉੱਪਰ ਦੀ ਲੰਘ ਜਾਂਦੀਆਂ ਨੇ। ਤੇ ਤੁਹਾਡੇ ਸਵਾਲ ਜਿਹੜੇ ਨੇ ਉਹ ਵੀ ਮੈਂ ਪੜ੍ਹੇ ਸੀ ਹੁਣ ਸ਼ਾਮ ਨੂੰ, ਕਾਫੀ ਔਖੇ ਸੀ ਮੇਰੇ ਲਈ, ਮੈਨੂੰ ਲੱਗਿਆ ਬਹੁਤ ਔਖੇ ਸਵਾਲ ਨੇ। ਪ੍ਰੈਕਟੀਕਲ ਜ਼ਿੰਦਗੀ ਤੋਂ ਥਿਓਰੇਟੀਕਲ ਜ਼ਿੰਦਗੀ ਵੱਲ ਜਦੋਂ ਮੈਂ ਜਾਂਦਾ ਤੇ ਜੇ ਤੁਸੀਂ ਮੈਨੂੰ ਪੁੱਛੋ ਬਈ ਪਲਸ ਰੇਟ ਕਿੰਨਾ ਹੁੰਦਾ, ਬੀਪੀ ਕਿੰਨਾ ਹੁੰਦਾ, ਬੀਪੀ ਜੇ ਵੱਧ, ਉਹਦੇ ਜਵਾਬ ਮੈਂ ਵਧੀਆ ਦੇ ਸਕਦਾ, ਲੇਕਿਨ ਬਹੁਤ ਸਾਰੇ ਸੋਸ਼ਲ ਸਾਇੰਸ ਦੇ ਜਵਾਬ ਮੈਨੂੰ ਔਖੇ ਲੱਗਦੇ ਨੇ। ਉਹਦੇ ਵੀ ਕਰਾਂਗੇ ਜੀ, ਕਦੇ ਕੋਈ ਗੱਲ ਨਹੀਂ ਹਾਂ, ਕਿਉਂਕਿ ਉਹ ਰੂਟੀਨ ਦੇ ਨੇ ਜੀ। ਤੇ ਜਿੱਥੋਂ ਤੱਕ ਤੁਹਾਡਾ ਸਵਾਲ ਹੈ ਉਹ ਹੈ ਕਿ ਮੈਂ ਜਿੰਨਾ ਜਾਣਦਾ ਹਾਂ, ਪੜ੍ਹਿਆ ਹਾਂ ਜਾਂ ਹੁਣ ਵੀ ਮੈਂ ਜਾਣਦਾ ਹਾਂ, ਮਤਲਬ ਕਿ ਆਪਣੀ ਪ੍ਰੈਕਟੀਕਲ ਜ਼ਿੰਦਗੀ 'ਚੋਂ ਵੀ, ਕਿਉਂਕਿ ਮੈਨੂੰ ਇਹ ਲੱਗਦਾ ਕਿ ਇਨਸਾਨ ਜੋ ਹੈ, ਇਨਸਾਨ ਨੇ ਆਪਣੀ ਪੂਰੀ ਹਿਸਟੋਰੀਕਲ ਜਦੋਂ ਅਸੀਂ ਦੇਖਦੇ ਹਾਂ ਉਹਦੇ 'ਚ ਉਹਨੇ ਕਿਰਤ ਦੇ ਰਾਹੀਂ ਹੀ ਚੀਜ਼ਾਂ ਨੂੰ ਪੈਦਾ ਕੀਤਾ ਜੀ। ਤੇ ਕਿਰਤ ਦੇ ਰਾਹੀਂ ਹੀ ਅਸਲ 'ਚ ਇਨਸਾਨ ਹੈ, ਮਨੁੱਖ ਹੈ ਜਿਹੜਾ, ਉਹ ਮਨੁੱਖ ਦਾ ਰੂਪ ਲੈ ਸਕਿਆ। ਕਿਉਂਕਿ ਜੇ ਆਪਾਂ ਪੜ੍ਹਦੇ ਹਾਂ ਕਿ ਜਦੋਂ ਆਪਾਂ ਥੋੜ੍ਹਾ ਜਿਹਾ ਦੇਖਦੇ ਹਾਂ ਐਵੋਲਿਊਸ਼ਨਰੀ ਡਿਵੈਲਪਮੈਂਟ ਆਫ ਦਾ ਮੈਨ, ਤਾਂ ਆਪਾਂ ਇਹ ਦੇਖਦੇ ਹਾਂ ਕਿ ਐਵੋਲਿਊਸ਼ਨਰੀ ਡਿਵੈਲਪਮੈਂਟ ਦੇ ਵਿੱਚ ਮਨੁੱਖ ਹੈ ਜਿਹੜਾ, ਉਹ ਮਨੁੱਖ ਤਾਂ ਹੀ ਬਣ ਸਕਿਆ ਕਿਉਂਕਿ ਉਹਦੇ ਅੰਦਰ ਇੱਕ ਇਹ ਹੁਨਰ ਆ ਗਿਆ ਕਿ ਉਹਨੇ ਕੁਝ ਉਸ ਕਿਸਮ ਦਾ, ਉਹਦੇ ਅੰਦਰ ਇਹ ਗੁਣ ਆ ਗਏ ਕਿ ਉਹਨੇ ਬਾਕੀ ਜਾਨਵਰਾਂ ਨਾਲੋਂ ਇੱਕ ਵਿਲੱਖਣਤਾ ਹਾਸਲ ਕਰ ਲਈ, ਜਿਹਨੂੰ ਆਪਾਂ ਕਿਰਤ ਕਹਿੰਦੇ ਹਾਂ, ਜਿਹਦੇ ਉਹਦੇ ਮਨੁੱਖ ਬਣਨ ਦੇ ਵਿੱਚ ਉਹਦਾ ਵੱਡਾ ਰੋਲ ਪਿਆ। ਬਿਲਕੁਲ। ਸੋ ਨੰਬਰ 1। ਨੰਬਰ 2, ਕਿਰਤ ਜਿਹੜੀ ਇੱਕ ਐਸੀ ਚੀਜ਼ ਹੈ ਜਿਹੜੀ ਨੈਚੁਰਲ ਚੀਜ਼ਾਂ ਨੂੰ ਜਾਂ ਨੈਚੁਰਲ ਰਿਸੋਰਸਿਸ ਨੂੰ ਇੱਕ ਫਿਨਿਸ਼ਡ ਗੁੱਡਸ ਦੇ ਵਿੱਚ ਕਨਵਰਟ ਕਰਦੀ ਹੈ। ਯਾਨੀ ਜਦੋਂ ਨੈਚੁਰਲ ਰਿਸੋਰਸਿਸ ਦੇ ਉੱਤੇ ਫਿਨਿਸ਼ਡ ਗੁੱਡਸ ਦੇ ਵਿੱਚ ਕਨਵਰਟ ਕਰਨ ਦੇ ਵਿੱਚ ਉਦੋਂ ਤੱਕ ਉਹ ਚੀਜ਼ ਮਤਲਬ ਕਿ ਮਨੁੱਖ ਦੇ ਯੂਜ਼ ਵਾਸਤੇ ਨਹੀਂ ਬਣ ਸਕਦੀ ਜਦੋਂ ਤੱਕ, ਅਗਰ ਆਪਾਂ ਬਾਕੀ ਚੀਜ਼ਾਂ ਨੂੰ ਛੱਡ ਦਈਏ, ਜਿਵੇਂ ਮੰਨ ਲਓ ਪਾਣੀ ਹੈ, ਹਵਾ ਹੈ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਆਪਾਂ ਯੂਜ਼ ਕਰੀ ਜਾਂਦੇ ਹਾਂ, ਲੇਕਿਨ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਮਨੁੱਖ ਨੂੰ, ਜਿਵੇਂ ਉਦਾਹਰਣ ਦੇ ਤੌਰ 'ਤੇ ਮੈਂ ਹੁਣ ਇੱਥੇ ਲੈ ਕੇ ਜਾਣਾ ਚਾਹੁੰਦਾ ਐਜ਼ ਏ ਮੈਡੀਕਲ ਸਾਇੰਸ ਦੇ ਤੌਰ 'ਤੇ, ਕਿ ਮਨੁੱਖ ਹੈ ਜਿਹੜਾ, ਉਹ ਮਨੁੱਖ ਦੀ ਲਾਈਫ ਜਿਹੜੀ ਹੈ, ਉਹ ਲਾਈਫ ਦੀ ਪੈਦਾਵਾਰ ਅਤੇ ਉਹਦੀ ਡਿਵੈਲਪਮੈਂਟ ਹੈ ਜਿਹੜੀ, ਉਹ ਕੁਦਰਤੀ ਰਿਸੋਰਸਿਸ ਨੇ ਜਿਹੜੇ, ਉਸ ਤੋਂ ਬਗੈਰ ਉਹ ਨਾ ਪੈਦਾ ਹੋ ਸਕਦਾ ਨਾ ਡਿਵੈਲਪ ਹੋ ਸਕਦਾ। ਮਤਲਬ ਕਿ ਜ਼ਮੀਨ ਦੇ ਅੰਦਰ ਉਹ ਸਾਰੇ ਐਲੀਮੈਂਟ ਹੈਗੇ ਨੇ ਜਿਹੜੇ ਐਲੀਮੈਂਟਾਂ ਦੇ ਨਾਲ ਸਾਡਾ ਸਰੀਰ ਬਣਿਆ ਹੋਇਆ, ਅਤੇ ਉਹਨਾਂ ਦੀ ਪੈਦਾਵਾਰ ਅਤੇ ਉਹਦੀ ਡਿਵੈਲਪਮੈਂਟ ਲਈ ਜ਼ਰੂਰੀ ਹੈ ਕਿ ਉਹਨਾਂ ਚੀਜ਼ਾਂ ਨੂੰ ਅਸੀਂ ਬਾਰ-ਬਾਰ ਕੰਜ਼ਿਊਮ ਕਰੀਏ, ਜਿਹੜੀ ਰੋਜ਼ ਅਸੀਂ ਕਰਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦੇ ਹਾਂ। ਉਹ ਸਾਰੇ ਕਰਦੇ ਨੇ, ਚਾਹੇ ਟੀਚਰ ਨੇ, ਚਾਹੇ ਡਾਕਟਰ ਨੇ, ਚਾਹੇ ਵਰਕਰ ਹੈ, ਚਾਹੇ ਕਿਸਾਨ ਹੈ, ਚਾਹੇ ਰਾਜਾ ਹੈ, ਚਾਹੇ ਰੰਕ ਹੈ, ਚਾਹੇ ਉਹ ਪ੍ਰਾਈਮ ਮਿਨਿਸਟਰ ਹੈ, ਚਾਹੇ ਕੋਈ ਹੈ। ਤਾਂ ਉਹਦੇ ਵਿੱਚ ਜਦੋਂ ਇਹ ਮਤਲਬ ਕਿ ਇਸ ਯੁੱਗ ਦੇ ਅੰਦਰ ਜਦੋਂ ਕਿਸਾਨ ਜਾਂ ਮਜ਼ਦੂਰ ਜਾਂ ਦੂਜੇ ਲੋਕ ਨੇ, ਉਹਨਾਂ ਨੇ ਜਦੋਂ ਇਹ ਚੀਜ਼ਾਂ ਨੂੰ ਮਤਲਬ ਕਿ ਆਪਣੀ ਕਿਰਤ ਦੀ ਉਸ ਅਨਫਿਨਿਸ਼ਡ ਗੁੱਡਸ ਦੇ ਵਿੱਚ, ਅਨਫਿਨਿਸ਼ਡ ਮਟੀਰੀਅਲਸ ਦੇ ਵਿੱਚ ਜਦੋਂ ਕਿਰਤ ਪਾਉਣੀ ਸ਼ੁਰੂ ਕੀਤੀ, ਤਾਂ ਉਹ ਕਿਰਤ ਦੇ ਨਾਲ ਹੀ ਅਸਲ 'ਚ ਉਹ ਚੀਜ਼ ਹੈ ਜਿਹੜੀ ਉਹਦੇ ਅੰਦਰ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਲੇਬਰ ਜਿਹੜੀ ਮਨੁੱਖ ਪਾਉਂਦਾ ਹੈ, ਉਹਦੇ ਨਾਲ ਹੀ ਉਹ ਚੀਜ਼ ਵਰਤਣਯੋਗੀ ਹੁੰਦੀ ਹੈ, ਉਹਨੂੰ ਕਿ ਵਰਤਿਆ ਜਾ ਸਕਦਾ ਹੈ। ਉਦਾਹਰਣ ਦੇ ਤੌਰ 'ਤੇ ਮੰਨ ਲਓ ਮੈਂ ਕਿਸਾਨ ਹਾਂ, ਮੈਂ ਕਿਸਾਨ ਦੇ ਤੌਰ 'ਤੇ ਜ਼ਮੀਨ ਦੇ ਵਿੱਚ ਆਪਣੀ ਕਿਰਤ ਕਰਦਾ ਹਾਂ। ਕਿਰਤ ਕਰਕੇ ਮੈਂ ਮਤਲਬ ਕਿ ਕੁਦਰਤ ਦੇ ਬਹੁਤ ਸਾਰੇ, ਮੈਂ ਕੁਦਰਤ ਦੀ ਜ਼ਮੀਨ ਨੂੰ ਵਰਤਦਾ ਹਾਂ, ਕੁਦਰਤ ਦਾ ਪਾਣੀ ਵਰਤਦਾ ਹਾਂ, ਲੇਕਿਨ ਉਹ ਕਿਰਤ ਕਰਕੇ ਉਸ ਜ਼ਮੀਨ ਦੇ ਵਿੱਚ ਮੈਂ ਬੀਜ ਪਾ ਕੇ ਜਦੋਂ ਉਹਨੂੰ ਉਗਾ ਕੇ ਉਹਨੂੰ ਪਾਲ ਕੇ, ਉਹਨੂੰ ਵੱਢ ਕੇ, ਉਹਨੂੰ ਗਾਹ ਕੇ, ਉਹਨੂੰ ਸਾਫ਼ ਕਰਕੇ ਜਦੋਂ ਸਮਾਜ ਦੇ ਸਾਹਮਣੇ ਲੈ ਕੇ ਆਉਣਾ, ਤਾਂ ਉਹ ਕਣਕ ਦੇ ਰੂਪ ਦੇ ਵਿੱਚ, ਚੌਲਾਂ ਦੇ ਰੂਪ ਦੇ ਵਿੱਚ, ਖੰਡ ਦੇ ਰੂਪ ਦੇ ਵਿੱਚ ਜਾਂ ਹੋਰ ਰੂਪਾਂ ਦੇ ਵਿੱਚ ਤੁਹਾਡੇ ਕੋਲ ਆ ਜਾਂਦੀ ਹੈ। ਤੁਸੀਂ ਉਹਨੂੰ ਵਰਤਦੇ ਹੋ, ਸਾਰੇ ਆਪਾਂ ਵਰਤਦੇ ਹਾਂ। ਇਹ ਜਿਹੜੀਆਂ ਮਤਲਬ ਕਿ ਇਹ ਵੱਖਰੀਆਂ ਚੀਜ਼ਾਂ ਨੇ। ਕੋਈ ਕਿਸਾਨ ਪੈਦਾ ਕਰਦਾ, ਕੋਈ ਇੰਜੀਨੀਅਰ ਸਰਵਿਸਿਜ਼ ਦਿੰਦਾ, ਕੋਈ ਕਰਦਾ ਆਪਣਾ ਕਹਿ ਲਓ ਵੀ ਕੋਈ ਮਕੈਨਿਕ ਦਾ ਕੰਮ ਕਰਦਾ, ਕੋਈ ਡਾਕਟਰੀ ਦਾ ਕੰਮ ਕਰਦਾ, ਉਹ ਸਾਰੇ ਉਹਦੇ ਵਿੱਚ ਆਪਣੀ ਕਿਰਤ ਦੀ ਭੂਮਿਕਾ ਪਾਉਂਦੇ ਨੇ। ਉਹ ਕਿਰਤ ਜਿਹੜੀ ਹੈ ਅਸਲ 'ਚ, ਜਿਹੜੀ ਮੈਂ ਕਿਸਾਨ ਵਾਲੀ ਕਿਰਤ ਗੱਲ ਕਰ ਰਿਹਾ ਸੀ, ਕਿ ਉਸ ਕਿਰਤ ਨਾਲ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ, ਉਹ ਇੱਕ ਪਾਸੇ ਤਾਂ ਲਾਈਫ ਦੀ ਬੁਨਿਆਦ ਬਣਦੀਆਂ ਨੇ, ਉਹਨੂੰ ਡਿਵੈਲਪ ਕਰਦੀਆਂ ਨੇ। ਇੱਕ ਪਾਸੇ ਜਦੋਂ ਉਹ ਕਿਰਤ ਪੈਦਾ ਹੋ ਕੇ ਮੰਡੀ ਦੇ ਵਿੱਚ ਜਾਂਦੀ ਹੈ, ਤਾਂ ਉਹ ਕਿਰਤ ਦਾ ਜਿਹੜਾ ਇੱਕ ਹਿੱਸਾ ਹੈ,
ਉਹ ਇੱਕ ਵਾਫਰ ਕਦਰ ਨੂੰ ਪੈਦਾ ਕਰਨ ਵਾਸਤੇ ਵੀ ਉਹ ਆਪਣੀ ਭੂਮਿਕਾ ਨਿਭਾਉਂਦੀ ਹੈ ਕਿਰਤ ਹੈ ਜਿਹੜੀ। ਜਦੋਂ ਕੈਪੀਟਲਿਜ਼ਮ ਇਹ ਸਮਾਜ ਮਤਲਬ ਕਿ ਜਿਹਨੂੰ ਇਹ ਕਹ ਲਓ ਦੋ ਜਮਾਤਾਂ ਦਾ ਸਮਾਜ ਜਦੋਂ ਬਣ ਗਿਆ, ਉਹ ਦੋ ਜਮਾਤਾਂ ਦਾ ਸਮਾਜ ਬਣਿਆ ਹੀ ਤਾਂ ਹੀ ਕਿ ਇੱਕ ਜਮਾਤ ਹੈ ਜਿਹੜੀ ਉਹ ਆਪਣੀ ਕਿਰਤ ਕਰਦੀ ਰਹੀ, ਉਹ ਕਿਰਤ ਕਰਦੀ ਰਹੀ ਜਾਂ ਕਰ ਰਹੀ ਹੈ। ਉਹ ਕਿਰਤ ਹੈ ਜਿਹੜੀ ਉਹਦਾ ਇੱਕ ਹਿੱਸਾ ਦੂਜੀ ਜਮਾਤ ਹੈ ਜਿਹੜੀ ਉਹਦੇ ਕੋਲ ਵਾਫਰ ਕਦਰ ਜਿਹੜੀ ਹੈ ਉਹ ਸਰਪਲਸ ਵੈਲਿਊ ਦੇ ਤੌਰ 'ਤੇ ਜਾਂ ਇੱਕ ਲਾਭ ਦੇ ਤੌਰ 'ਤੇ, ਮੁਨਾਫੇ ਦੇ ਤੌਰ 'ਤੇ ਉਹਦੇ ਕੋਲ ਚਲੀ ਜਾਂਦੀ ਹੈ। ਮੈਨੂੰ ਲੱਗਦਾ ਵੀ ਇਹ ਜਦੋਂ ਤੋਂ ਦੋ ਜਮਾਤਾਂ ਦਾ ਸਮਾਜ ਵੰਡਿਆ ਉਦੋਂ ਤੱਕ ਜਾਰੀ ਹੈ। ਪਰ ਜਿਹੜੀ ਤੁਹਾਡੀ ਤੁਸੀਂ ਗੱਲ ਕੀਤੀ ਹੈ ਕਿ ਕਿਰਤ ਐਡੀ ਇੱਕ ਪਵਿੱਤਰ ਚੀਜ਼ ਹੈ ਜਿਹੜੀ ਚੀਜ਼ ਨਾਲ ਮਤਲਬ ਕਿ ਮਨੁੱਖ ਦੀ ਹੋਂਦ ਟਿਕੀ ਹੋਈ ਹੈ। ਮਨੁੱਖ ਦੀ ਹੋਂਦ ਜਾਂ ਮਨੁੱਖ ਦੀ ਸੁੱਖ ਸੁਵਿਧਾ ਜਿਹੜੀ ਹੈ ਹਰ ਚੀਜ਼ ਉਹ 'ਤੇ ਨਿਰਭਰ ਕਰਦੀ ਹੈ। ਉਦਾਹਰਨ ਦੇ ਤੌਰ 'ਤੇ ਜਿਵੇਂ ਮੈਂ ਤੁਹਾਨੂੰ ਆਪਣੀ ਗੱਲ ਕਰ ਰਿਹਾ ਸੀ ਕਿ ਅਗਰ ਮਨੁੱਖ ਕਿਸਾਨ ਤੇ ਮਜ਼ਦੂਰ ਦੇ ਰੂਪ ਦੇ ਅੰਦਰ ਕਿਰਤ ਕਰਕੇ ਧਰਤੀ ਦੇ ਵਿੱਚੋਂ ਉਹ ਐਲੀਮੈਂਟਸ, ਚਾਹੇ ਉਹ ਫਾਸਫੋਰਸ ਹੈ, ਮੈਂਗਨੀਜ਼ ਹੈ, ਸੋਡੀਅਮ ਹੈ, ਪੋਟਾਸ਼ੀਅਮ ਹੈ, ਜਾਂ ਉਹ ਸਾਰੀਆਂ ਚੀਜ਼ਾਂ ਨੂੰ ਕਿਸੇ ਅਨਾਜ, ਫਲ, ਸਬਜ਼ੀਆਂ, ਦਾਲਾਂ ਦੇ ਰੂਪ 'ਚ ਬਾਹਰ ਨਾ ਕੱਢੇ ਤਾਂ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਉਹਦਾ ਐਗਜ਼ਿਸਟ ਕਰਨਾ ਤੇ ਉਹਦਾ ਡਿਵੈਲਪ ਕਰਨਾ ਤੇ ਉਹਦਾ ਪੈਦਾ ਹੋਣਾ ਬਹੁਤ ਮੁਸ਼ਕਿਲ ਹੈ। ਉਦਾਹਰਨ ਮੈਂ ਹੁਣ ਅੱਗੇ ਦੇਣੀ ਚਾਹੁੰਦਾ ਕਿ ਮੰਨ ਲਓ ਅੱਜ ਇੱਕ ਬੱਚਾ ਜਿਹੜਾ ਹੈ ਉਹ ਮਾਂ ਦੇ ਗਰਭ 'ਚ ਬਣਨਾ ਸ਼ੁਰੂ ਹੋਇਆ। ਉਹ ਮਾਂ ਦੇ ਗਰਭ 'ਚ ਜਦੋਂ ਬੱਚਾ ਬਣਨਾ ਸ਼ੁਰੂ ਹੋਇਆ ਤਾਂ ਸਾਡੀ ਕਿਰਤ ਨਾਲ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਹੀ ਮਾਂ ਦੇ ਮਿਹਦੇ ਦੇ ਵਿੱਚ ਜਾਂਦੀਆਂ ਨੇ, ਉੱਥੋਂ ਡਾਈਜੈਸਟ ਹੋ ਕੇ ਖੂਨ ਰਾਹੀਂ ਉਹ ਬੱਚੇ ਜਿਹੜਾ ਬਣਨਾ ਸ਼ੁਰੂ ਹੋਇਆ ਅੱਜ 1 ਘੰਟਾ ਪਹਿਲਾਂ ਹੀ ਉਹਦੇ ਉਹ ਜਾਂਦੀਆਂ ਨੇ ਤੇ ਉਹਨੂੰ ਉਹ ਇੱਕ ਬੱਚੇ ਦਾ ਪੂਰਾ ਰੂਪ ਲੈਣ ਲਈ 9 ਮਹੀਨੇ ਤੱਕ ਉਹ ਫੁੱਲ ਫਲੈਜਡ ਬੱਚਾ ਪੈਦਾ ਕਰਨ ਦੇ ਵਿੱਚ ਉਸ ਕਿਰਤ ਦਾ ਰੋਲ ਹੈ। ਉਹ ਕਿਰਤ ਦਾ ਰੋਲ ਅਗਰ ਉਹ ਕਿਰਤ ਕਰਕੇ ਚੀਜ਼ਾਂ ਨਾ ਕੱਢੀਆਂ ਹੋਣ ਤਾਂ ਮਾਂ ਜਿਹੜੀ ਹੈ ਉਹ ਕੀ ਕਰੂਗੀ, ਆਪਣੀ ਮਿਹਨਤ ਨਾਲ ਕੋਈ ਫਰੂਟ ਖਾਊਗੀ, ਕੋਈ ਪੱਤੇ ਖਾਊਗੀ, ਕੁਛ ਹੋਰ ਖਾਊਗੀ, ਉਹਦੇ ਨਾਲ ਉਹ ਬੱਚਾ ਉਹਦਾ ਡਿਵੈਲਪ ਹੋਊਗਾ। ਲੇਕਿਨ ਉਹ 'ਚ ਕੰਮ ਕਿਸੇ ਨਾ ਕਿਸੇ ਨੂੰ ਕਰਨਾ ਪੈਣਾ। ਮੀਨਸ ਜੀਵਨ ਦਾ ਆਧਾਰ ਜੋ ਹੈ ਉਹ ਆਧਾਰ ਨੂੰ ਵੀ ਪੈਦਾ ਮਤਲਬ ਕਿ ਰੱਖਣ ਲਈ ਮਨੁੱਖ ਦੀ ਕਿਰਤ ਜਿਹੜੀ ਅਤੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਅਗਰ 9 ਮਹੀਨੇ ਦੇ ਬਾਅਦ ਵੀ ਤੁਸੀਂ ਇਹ ਦੇਖੋ, 9 ਮਹੀਨੇ ਤੋਂ ਬਾਅਦ ਵੀ ਜਦੋਂ ਬੱਚਾ ਪੈਦਾ ਹੁੰਦਾ ਹੈ ਉਦੋਂ ਵੀ ਦ ਫਸਟ ਇੰਸਟੈਂਸ ਬੱਚਾ ਜਦੋਂ ਹੈ ਕਿ ਕੁਦਰਤ ਦੀ ਹਵਾ ਅੰਦਰ ਲੈ ਕੇ ਜਾਂਦਾ ਚੀਕ ਮਾਰ ਕੇ, ਜਦੋਂ ਕਹਿੰਦੇ ਬੱਚਾ ਰੋ ਪਿਆ ਜੀ, ਉਦੋਂ ਕੁਦਰਤ ਦੀ ਹਵਾ ਅੰਦਰ ਲੈ ਕੇ ਜਾਂਦਾ ਹੈ। ਉਸ ਤੋਂ ਬਾਅਦ ਉਹ ਕੁਦਰਤ ਦੇ ਵਿੱਚੋਂ ਪੈਦਾ ਕੀਤੀਆਂ ਹੋਈਆਂ ਮਜ਼ਦੂਰਾਂ ਕਿਸਾਨਾਂ ਦੀਆਂ ਚੀਜ਼ਾਂ ਮਾਂ ਖਾਂਦੀ ਹੈ। ਉਹ ਖਾਣ ਅਤੇ ਪੀਣ ਰਾਹੀਂ ਮਾਂ ਦੇ ਦੁੱਧ ਦੇ ਵਿੱਚੋਂ ਚੀਜ਼ਾਂ ਬੱਚੇ ਜਾਂਦੀਆਂ ਨੇ ਅਤੇ ਬੱਚਾ ਬਲਕਿ ਪਹਿਲੇ ਦਿਨ ਤੋਂ ਲੈ ਕੇ ਅੱਗੇ ਵੱਧਦਾ ਹੋਇਆ ਜਵਾਨ ਹੋ ਕੇ ਬਜ਼ੁਰਗ ਹੋਣ ਤੱਕ ਆਪਾਂ ਜਾਂਦੇ ਹਾਂ। ਅਤੇ ਇਹ ਸਾਰੀਆਂ ਚੀਜ਼ਾਂ ਦੀ ਬੁਨਿਆਦ ਹੈ ਜਿਹੜੀ ਉਹ ਕਿਰਤ ਨਾਲ ਕੀਤੀਆਂ ਹੋਈਆਂ ਚੀਜ਼ਾਂ ਨੇ। ਮੈਂ ਇਹਦੇ ਨਾਲ ਇਹ ਐਕਸਪਲੇਨ ਕਰਨਾ ਚਾਹੁੰਦਾ ਕਿ ਇਹ ਚੀਜ਼ਾਂ ਤੋਂ ਬਗੈਰ ਮਨੁੱਖ ਦਾ ਮਤਲਬ ਕਿ ਉਹਦੀ ਲਾਈਫ ਦੀ ਬੁਨਿਆਦ, ਉਹਦੀ ਲਾਈਫ ਬਣਨੀ, ਡਿਵੈਲਪ ਹੋਣਾ ਅਤੇ ਉਹਨੂੰ ਅੱਗੇ ਕਿਰਤ ਵਾਲਾ ਇੱਕ ਮਤਲਬ ਕਿ ਕਿਰਤ ਕਰਨ ਵਾਲਾ ਇੱਕ ਮਨੁੱਖ ਦੇ ਤੌਰ 'ਤੇ ਡਿਵੈਲਪ ਕਰਨਾ, ਉਹ ਸਾਰੀਆਂ ਇਹ ਕਿਰਤ ਦੇ ਵਿੱਚੋਂ ਹੀ ਪੈਦਾ ਹੋਈਆਂ ਚੀਜ਼ਾਂ ਨੇ। ਨਾਲ ਮੈਂ ਗੱਲ ਇਹ ਕਰਨੀ ਚਾਹੁੰਦਾ ਕਿ ਇਹਦੇ ਨਾਲ ਹੀ ਅਸਲ 'ਚ ਜੁੜਿਆ ਹੈ ਵਿਤਕਰੇ ਵਾਲਾ, ਲੁੱਟ ਵਾਲਾ, ਸ਼ੋਸ਼ਣ ਵਾਲਾ ਪ੍ਰਬੰਧ ਹੈ ਜਿਹੜਾ ਉਸ ਕਿਰਤ ਦੇ ਇੱਕ ਹਿੱਸੇ ਨੂੰ ਚੁਰਾ ਕੇ ਬੜੀ ਚਲਾਕੀ ਨਾਲ, ਚਾਹੇ ਪੂੰਜੀਵਾਦੀ ਪ੍ਰਬੰਧ ਹੈ, ਚਾਹੇ ਉਹ ਕਾਰਪੋਰੇਟ ਦਾ ਹਿੱਸਾ ਹੈ, ਚਾਹੇ ਸਾਮਰਾਜਵਾਦ ਹੈ, ਉਹ ਚੁਰਾ ਕੇ ਉਸ ਨੂੰ ਆਪਣੇ ਇੱਕ ਵੱਖਰੀ ਜਮਾਤ ਹੈ ਜਿਹੜੀ ਐਲੀਨੇਟਡ ਜਮਾਤ ਹੈ ਜਿਹੜੀ ਉਹ ਆਪਣੇ ਕੋਲ ਇਕੱਠਾ ਕਰੀ ਜਾਂਦੀ ਹੈ ਅਤੇ ਮਜਬੂਰ ਕਰਕੇ ਇਹਨਾਂ ਹੀ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਹੋਰ ਉਹ ਇਕੱਠਾ ਕਰੀ ਜਾਂਦੀ ਹੈ। ਉਹ ਧਨੀ ਅਤੇ ਵੱਡੇ ਹੋ ਹੀ ਜਾਂਦੇ ਨੇ ਅਤੇ ਇਹ ਲੋਕ ਨੇ ਜਿਹੜੇ ਅਲਟੀਮੇਟਲੀ ਮਤਲਬ ਕਿ ਕਿਰਤ ਕਰਨ ਲਈ ਹਮੇਸ਼ਾ ਮਜਬੂਰ ਹੋਏ ਰਹਿੰਦੇ ਨੇ, ਚਾਹੇ ਉਹ ਬੇਰੁਜ਼ਗਾਰਾਂ ਦੀ ਲਾਈਨ 'ਚ ਹੋਣ, ਭੁੱਖਮਰਿਆਂ ਦੀ ਲਾਈਨ 'ਚ ਹੋਣ, ਚਾਹੇ ਕਿਸੇ ਲਾਈਨ 'ਚ ਹੋਣ, ਉਹ ਲੋਕ ਨੇ ਜਿਹੜੇ ਇਸ ਕਿਸਮ ਨਾਲ ਹੋਈ ਜਾਂਦੇ ਨੇ। ਸੋ ਇਸ ਕਰਕੇ ਪਵਿੱਤਰ ਹੋਣ ਦੇ ਬਾਵਜੂਦ ਵੀ ਇੱਕ ਜਿਹੜਾ ਵਿਤਕਰੇ ਮਾਰਿਆ ਪ੍ਰਬੰਧ ਹੈ, ਜਿਹੜਾ ਇੱਕ ਕਹਿ ਲਓ ਤੁਸੀਂ ਕਹਿ ਲਓ ਵੀ ਐਕਸਪਲੋਇਟੇਸ਼ਨ 'ਤੇ ਉਸਰਿਆ ਹੋਇਆ ਜਿਹੜਾ ਪ੍ਰਬੰਧ ਹੈ, ਉਹਦੀ ਇੱਕ ਇਨਹਰੈਂਟ ਕਰੈਕਟਰ ਹੈ ਇਹ ਕਿ ਉਹਨੇ ਅਸਲ 'ਚ ਚੁਰਾਉਣਾ ਹੀ ਉਸ ਕਿਰਤ 'ਚੋਂ ਪੈਦਾ ਕੀਤੀ ਹੋਈ ਵੈਲਿਊ ਨੂੰ ਹੈ। ਉਹਦੇ ਤੋਂ ਬਗੈਰ ਨਾ ਪੂੰਜੀਪਤੀ ਕੋਈ ਬਣ ਸਕਦਾ, ਉਹਦੇ ਤੋਂ ਬਗੈਰ ਨਾ ਸਾਮਰਾਜੀਵਾਦੀ ਕਾਰਪੋਰੇਟ ਘਰਾਣੇ ਬਣ ਸਕਦੇ ਨੇ, ਉਹਦੇ ਤੋਂ ਬਗੈਰ ਨਾ ਕੋਈ ਕਹਿ ਲਓ ਵੀ ਜਿਹੜੇ ਵੱਡੇ ਪਹਿਲਾਂ ਰਾਜੇ ਸੀ ਹੋਰ ਸੀ ਉਹ ਬਣ ਸਕਦੇ ਸੀਗੇ। ਸੋ ਇਸ ਕਰਕੇ ਮੈਂ ਇਹਨੂੰ ਬਹੁਤੀ ਰਿਫਾਈਨ ਤਾਂ ਨਹੀਂ ਕਰ ਸਕਦਾ ਮਾਰਕਸੀਅਨ ਕਿਸੇ ਉਹਦੇ ਵਿੱਚ, ਲੇਕਿਨ ਮੈਂ ਪ੍ਰੈਕਟੀਕਲ ਜ਼ਿੰਦਗੀ 'ਚੋਂ ਇਹ ਜਾਣਦਾ ਹਾਂ
ਕਿ ਐਸਾ ਸਿਸਟਮ ਹੈ ਜਿਹਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਵੱਡਾ ਹਿੱਸਾ ਲੋਕਾਂ ਦਾ ਜਿਹੜਾ ਹੈ ਉਹ ਆਪਣਾ ਕੰਮ ਕਰਦੇ ਹੋਏ ਚੀਜ਼ਾਂ ਪੈਦਾ ਕਰਦੇ ਨੇ, ਆਪਣੀ ਲੁੱਟ ਕਰਾਉਂਦੇ ਨੇ, ਤੇ ਉਹ ਲੁੱਟ ਹੈ ਜਿਹੜੀ ਉਹਨਾਂ ਦੀ ਅਸਲ 'ਚ ਕਿਰਤ ਦੀ ਲੁੱਟ ਹੀ ਹੁੰਦੀ ਹੈ। ਐ ਨਹੀਂ ਵੀ ਮੇਰੀ ਕੋਈ ਕਿਰਤ ਦੇ ਵਿੱਚੋਂ ਮੇਰੇ ਕੋਈ ਪੈਸੇ ਖੋਹ ਕੇ ਲੈ ਗਿਆ ਜਾਂ ਮੇਰਾ ਕੋਈ ਹੋਰ ਖੋਹ ਕੇ ਲੈ ਗਿਆ। ਖੇਤੀ ਕਰਦੇ ਹੋਏ ਵੀ, ਜ਼ਮੀਨ ਦੇ ਵਿੱਚ ਵੀ, ਫੈਕਟਰੀ ਦੇ ਵਿੱਚ ਵੀ, ਬਾਹਰ ਮਕੈਨਿਕ ਦਾ ਕੰਮ ਕਰਦੇ ਹੋਏ ਵੀ, ਹੋਰ ਛੋਟੀ ਨੌਕਰੀ ਕਰਦੇ ਹੋਏ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਕਿਰਤ ਹੈ ਜਿਹੜੀ ਉਹਦੀ ਐਕਸਪਲਾਇਟੇਸ਼ਨ ਜਾਰੀ ਰਹਿੰਦੀ ਹੈ। ਤੇ ਉਹ ਐਕਸਪਲਾਇਟੇਸ਼ਨ ਪਵਿੱਤਰ ਹੋਣ ਦੇ ਬਾਵਜੂਦ ਵੀ ਕਿਰਤ ਦੇ ਉਹ ਇੱਕ ਤਰ੍ਹਾਂ ਨਾਲ ਇਸ ਲੋਟੂ ਪ੍ਰਬੰਧ ਨੂੰ ਇਹਦੀ ਮੈਂ ਡਿਟੇਲ 'ਚ ਵਿਆਖਿਆ ਮਤਲਬ ਕਿ ਅਗਲੀ ਉਹਦੇ 'ਚ ਫਿਰ ਕਰ ਦੂੰਗਾ। ਇਹ ਐਕਸਪਲਾਇਟੇਸ਼ਨ ਹੈ ਜਿਹੜੀ ਕੰਟੀਨਿਊਸਲੀ ਚੱਲਦੀ ਹੈ। ਇਹਦੇ 'ਤੇ ਹੀ ਅਸਲ 'ਚ ਜਮਾਤੀ ਨਫ਼ਰਤਾਂ ਦੇ ਵਿੱਚੋਂ ਲੋਕ ਉੱਠਦੇ ਨੇ, ਇਹਦੇ ਵਿੱਚੋਂ ਹੀ ਅਸਲ 'ਚ ਲੋਕ ਇਕੱਠੇ ਹੁੰਦੇ ਨੇ। ਬੇਸ਼ੱਕ ਸਾਡਾ ਅੱਜ ਦਾ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਇਹਨੂੰ ਵੀ ਬੁਨਿਆਦੀ ਤੌਰ 'ਤੇ ਜੇ ਤੁਸੀਂ ਲੈ ਕੇ ਜਾਓਗੇ ਉਹ ਉੱਥੇ ਹੀ ਜਦੋਂ ਖਿੱਚ ਕੇ ਲੈ ਕੇ ਜਾਵਾਂਗੇ ਉੱਥੇ ਹੀ ਚਲੇ ਜਾਊਗਾ। ਇਸ ਕਰਕੇ ਇਹ ਜਿਹੜਾ ਪ੍ਰਬੰਧ ਹੈ, ਇਸ ਪ੍ਰਬੰਧ ਦੇ ਅੰਦਰ ਇਹ ਚੀਜ਼ਾਂ ਇਹ ਜਿਹੜਾ ਫਿਨੋਮਨਾ ਹੈ, ਇਹ ਵਰਤਾਰਾ ਹੈ। ਇਹ ਵਰਤਾਰੇ ਨੂੰ ਸਾਡੇ ਜਿਹੜੇ ਮਤਲਬ ਕਿ ਪੜ੍ਹੇ ਲਿਖੇ ਲੋਕ ਜਿਨ੍ਹਾਂ ਨਾਲ ਮੈਂ ਅੱਜ ਗੱਲ ਕਰ ਰਿਹਾ ਤੁਹਾਡੇ ਰਾਹੀਂ, ਮੈਨੂੰ ਲੱਗਦਾ ਵੀ ਉਹਨਾਂ ਨੂੰ ਹੋਰ ਬਰੀਕੀ ਨਾਲ ਸਮਝ ਕੇ, ਹੋਰ ਵਿਆਖਿਆ ਦੇ ਨਾਲ ਸਾਡੇ ਜਿਹੜੇ ਮਤਲਬ ਕਿ ਕਿਸਾਨ ਨੇ ਜਾਂ ਮਜ਼ਦੂਰ ਨੇ ਉਹਨਾਂ ਨੂੰ ਹੋਰ ਚੇਤਨ ਕਰਕੇ, ਹੋਰ ਇਕੱਠੇ ਕਰਕੇ, ਆਰਗੇਨਾਈਜ਼ ਕਰਕੇ, ਉਹਨਾਂ ਦੇ ਨਾਲ ਲੱਗ ਕੇ ਅਸਲ 'ਚ ਇਸ ਕਿਰਤ ਦੀ ਲੁੱਟ ਤੋਂ ਛੁਟਕਾਰਾ ਦਿਵਾਉਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਬਹੁਤ ਜ਼ਰੂਰੀ ਨੇ ਇਹ, ਕਿਉਂਕਿ ਸਿਸਟਮ ਨੇ ਮਤਲਬ ਕਿ ਇਸ ਕਿਸਮ ਦਾ ਬਣਾ ਦਿੱਤਾ ਹੋਇਆ ਅੱਜ ਸਾਡੇ ਮਤਲਬ ਕਿ ਪੂਰੇ ਸਮਾਜ ਨੂੰ ਕਿ ਉਹਦੇ ਅੰਦਰ ਉਹ ਵਿਚਾਰਿਆਂ ਦੀ, ਹੁਣ ਤੁਸੀਂ ਇਹ ਦੇਖੋ ਉਹ ਲੋਕ ਕਰੋਨਾ ਕਾਲ ਲਾਕਡਾਊਨ ਦੇ ਵਿੱਚ ਬਿਹਾਰ ਦੀ ਜਨਤਾ ਜਿਹੜੀ ਹੈ ਉਹ ਵਿਚਾਰੀ ਰਿੜ੍ਹਦੀ ਹੋਈ, ਰੀਂਗਦੀ ਹੋਈ, ਤੁਰਦੀ ਹੋਈ, ਪੈਦਲ ਜਾਂਦੀ ਹੋਈ, ਭੁੱਖੇ ਢਿੱਡ ਜਾਂਦੀ ਹੋਈ ਉਹ ਬਿਹਾਰ 'ਚ ਗਈ ਹੈ। ਲੇਕਿਨ ਉਹ ਵਿਚਾਰੇ ਐਡੇ ਫਿਰ ਨੇ, ਉਹਨਾਂ ਨੇ ਵੋਟਾਂ ਫਿਰ ਵੀ ਉਹਨਾਂ ਨੂੰ ਹੀ ਪਾਈਆਂ ਨੇ ਜਿਹੜੇ ਲੋਕ ਅਸਲ 'ਚ ਜਿਨ੍ਹਾਂ ਨੇ ਇਹਦੇ ਬਣਾਇਆ ਸੀ। ਹੁਣ ਇਹਦਾ ਚੀਜ਼ਾਂ ਜੋ ਕੱਢਣ ਲਈ ਅਸਲ 'ਚ ਮੈਂ ਇਹ ਮਤਲਬ ਕਿ ਜਿਹੜਾ ਕਰਨਾ ਚਾਹੁੰਦਾ, ਉਹ ਜਿਹੜੇ ਸਾਡੇ ਵਰਗੇ ਪੜ੍ਹੇ ਲਿਖੇ ਲੋਕ ਨੇ, ਸਮਝਦਾਰ ਲੋਕ ਨੇ, ਅਕਲਮੰਦ ਲੋਕ ਨੇ, ਬੁੱਧੀਜੀਵੀ ਨੇ, ਲਿਖਣ ਵਾਲੇ ਨੇ, ਸਮਝਣ ਵਾਲੇ ਨੇ, ਗੱਲਾਂ ਕਰਨ ਵਾਲੇ ਅਸੀਂ ਲੋਕ ਹੈ। ਇਹ ਸਾਡੇ 'ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਇਹਨਾਂ ਲੋਕਾਂ ਨੂੰ ਇਸ ਸੰਕਟ ਦੇ ਵਿੱਚੋਂ ਕਿਵੇਂ ਕੱਢਿਆ ਜਾਵੇ। ਬਿਲਕੁਲ ਬਹੁਤ ਮਹੱਤਵਪੂਰਨ ਗੱਲ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਜਿਹੜੀਆਂ ਆਪਾਂ ਅੱਧਾ ਘੰਟਾ ਹੁਣ ਗੱਲਬਾਤ ਕੀਤੀ ਹੈ ਤੇ ਇਹਦਾ ਨਿਚੋੜ ਵੀ ਇਹੀ ਹੈ ਕਿ ਅਸੀਂ ਕਿਰਤ ਨੂੰ ਤੇ ਕਿਰਤ ਦੇ ਸ਼ੋਸ਼ਣ ਨੂੰ ਸਮਝਣਾ ਕਿਵੇਂ ਹੈ, ਬੇਸਿਕਲੀ ਵਰਤਾਰਾ ਕੀ ਹੈ। ਜਿਹੜੇ ਹਰ ਦੌਰ ਦੇ ਵਿੱਚ ਸੰਘਰਸ਼ ਚੱਲਦੇ ਨੇ ਉਹਨਾਂ ਬਾਰੇ ਅਕਸਰ ਗੱਲਾਂ ਹੁੰਦੀਆਂ ਨੇ, ਪਰ ਉਹਦੇ ਪਿੱਛੇ ਕੀ ਕੰਮ ਕਰਦਾ ਹੁੰਦਾ ਹੈ, ਕਿਹੜੀ ਸੋਚ ਕੰਮ ਕਰਦੀ ਹੁੰਦੀ ਹੈ, ਉਹਨੂੰ ਸਮਝਣਾ ਬਹੁਤ ਔਖਾ ਹੁੰਦਾ ਹੈ। ਤੇ ਇਸੇ ਕਰਕੇ ਹੀ ਜਿਹੜਾ ਸ਼ੋਸ਼ਕ ਵਰਗ ਹੈ ਉਹ ਲਗਾਤਾਰ ਸ਼ੋਸ਼ਣ ਕਰਦਾ ਹੈ ਤੇ ਜਿਹੜਾ ਸ਼ੋਸ਼ਿਤ ਵਰਗ ਹੈ ਉਹ ਲੁੱਟ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ। ਡਾਕਟਰ ਭੀਮਿੰਦਰ ਜੀ, ਆਪਾਂ ਗੱਲ ਨੂੰ ਹੁਣ ਥੋੜਾ ਜਿਹਾ ਵਰਤਮਾਨ ਤੱਕ ਲੈ ਕੇ ਆਈਏ। ਵਰਤਮਾਨ ਦੌਰ ਦੇ ਵਿੱਚ ਅਸੀਂ ਕਿਸਾਨ ਸੰਘਰਸ਼ ਨੂੰ ਇਹ ਕਹਿੰਦੇ ਕਿ ਆਵਾਮ ਦਾ ਸੰਘਰਸ਼ ਬਣ ਗਿਆ। ਇਹ ਉਹ ਕਿਹੜੀ ਗੱਲ ਹੈ ਜਿਹੜੀ ਇਸ ਨੂੰ ਪਿਛਲੇ ਸੰਘਰਸ਼ਾਂ ਨਾਲੋਂ ਤੋੜਦੀ ਹੈ, ਵੱਖਰਾ ਕਰਦੀ ਹੈ, ਵਿਲੱਖਣ ਕਰਦੀ ਹੈ ਕਿ ਅਸੀਂ ਇਹਨੂੰ ਕਹਿੰਦੇ ਕਿ ਆਵਾਮ ਦਾ ਸੰਘਰਸ਼ ਬਣ ਗਿਆ? ਥੋੜੀ ਜਿਹੀ ਸੰਖੇਪ ਦੇ ਵਿੱਚ ਆਪਾਂ 5 ਮਿੰਟਾਂ ਦੇ ਵਿੱਚ ਸਵਾਲਾਂ ਦੇ ਜਵਾਬ ਨੂੰ ਸੀਮਿਤ ਰੱਖੀਏ ਤਾਂ ਕਿ ਆਪਾਂ ਸਾਰੀਆਂ ਗੱਲਾਂ ਕਰ ਸਕੀਏ। ਡਾਕਟਰ ਭੀਮਿੰਦਰ ਜੀ ਸ਼ੁਕਰੀਆ। ਤੁਸੀਂ ਜਿਵੇਂ ਦੱਸਿਆ ਕਿ ਇਹ ਆਵਾਮ ਦਾ ਜਾਂ ਪੰਜਾਬ ਦਾ, ਪੂਰੇ ਪੰਜਾਬ ਦਾ ਸੰਘਰਸ਼ ਬਣਿਆ, ਉਹ ਇਸ ਲਈ ਬਣਿਆ ਕਿਉਂਕਿ ਮੈਂ ਸਭ ਤੋਂ ਪਹਿਲਾਂ ਜਿਹੜੇ ਵੀ 30 ਜਥੇਬੰਦੀਆਂ ਨੇ ਉਹ ਸਾਰੇ ਜਥੇਬੰਦੀਆਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਵਧਾਈ ਦੀ ਹੱਕਦਾਰ ਹੈ। ਪਹਿਲੀ ਗੱਲ ਤਾਂ ਕਿ ਇਦਾਂ ਹੀ ਕੋਈ ਆਵਾਮ ਦਾ ਜਿਹੜਾ ਹੈਗਾ ਸੰਘਰਸ਼ ਨਹੀਂ ਬਣਦਾ ਹੁੰਦਾ ਜਿੰਨੀ ਦੇਰ ਉਹਦੇ ਪਿੱਛੇ ਜਿਹੜੀ ਲੀਡਰਸ਼ਿਪ ਹੁੰਦੀ ਹੈ, ਜਿਨ੍ਹਾਂ ਨੇ ਉਹਨਾਂ ਨੂੰ ਚਲਾਉਣਾ ਹੈ ਉਸ ਸੰਘਰਸ਼ ਨੂੰ, ਜੇ ਉਹ ਆਪ ਖੁਦ ਕੌਨਸ਼ੀਅਸ ਨਹੀਂ ਹੁੰਦੀ, ਜੇ ਉਹ ਆਵਾਮ ਦਾ ਜਿਹੜਾ ਹੈਗਾ ਸੰਘਰਸ਼ ਨਹੀਂ ਬਣਾਉਣਾ ਚਾਹੁੰਦੀ ਤਾਂ ਉਹ ਨਹੀਂ ਬਣੇਗਾ। ਸੋ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਜਥੇਬੰਦੀਆਂ ਨੇ ਇਹਨੂੰ ਆਵਾਮ ਤੋਂ ਤੋੜਨ ਦੀ ਵੀ ਕੋਸ਼ਿਸ਼ ਕੀਤੀ ਔਰ ਅੱਜ ਵੀ ਜਾਰੀ ਹੈ। ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਹਾਕਮ ਜਿਹੜੀਆਂ ਜਮਾਤਾਂ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਲਗਾਤਾਰ ਉਹ ਲੱਗੀਆਂ ਹੋਈਆਂ ਨੇ, ਚਾਹੇ ਉਹ ਪੰਜਾਬ ਦੀਆਂ ਨੇ, ਚਾਹੇ ਉਹ ਸੈਂਟਰ ਦੀਆਂ ਨੇ, ਉਹ ਜਾਂ ਹੋਰ ਬਹੁਤ ਸਾਰੀਆਂ ਏਜੰਸੀਆਂ ਨੇ ਜਿਹੜੀਆਂ ਇਹ ਚਾਹੁੰਦੀਆਂ ਨੇ ਕਿ ਇਹ ਆਵਾਮ ਦਾ ਸੰਘਰਸ਼ ਨਾ ਬਣੇ, ਇਹ ਇੱਕ ਖਾਸ ਤਰ੍ਹਾਂ ਦੇ ਜਿਹੜੇ ਲੋਕਾਂ ਦਾ ਜਾਂ ਆਪਾਂ ਕਹਿੰਦੇ ਮੰਨ ਲਓ ਕਿਸਾਨੀ ਦਾ ਹੀ ਸੰਘਰਸ਼ ਬਣ ਕੇ ਰਹਿ ਜਾਏ। ਪਰ ਇਹਨਾਂ ਦੀ ਲੀਡਰਸ਼ਿਪ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਔਰ ਮੈਂ ਉਮੀਦ ਕਰਦਾ ਕਿ ਆਪਣੇ ਜਿਹੜੇ ਛੋਟੇ ਮੋਟੇ ਜਿਹੜੇ ਗਿਲੇ ਸ਼ਿਕਵੇ ਭੁਲਾ ਕੇ ਆਪਣੀਆਂ ਜਿਹੜੀਆਂ ਮਾੜੀਆਂ ਮੋਟੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਬਹੁਤ ਛੋਟੀਆਂ ਹੁੰਦੀਆਂ ਨੇ, ਮੈਂ ਮੰਨਦਾ ਕਿ ਹਰ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਉਹ ਕਮਜ਼ੋਰੀਆਂ ਹੁੰਦੀਆਂ ਨੇ, ਪਰ ਉਹਨਾਂ ਕਮਜ਼ੋਰੀਆਂ ਨੂੰ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਦੇ ਵਿੱਚ ਕਨਵਰਟ ਕਰਕੇ ਜੇ ਅਸੀਂ ਉਸ ਦੇ ਉੱਤੇ ਲੜਾਂਗੇ ਤਾਂ ਇਹ ਸੰਘਰਸ਼ ਜਿਹੜਾ ਹੈਗਾ
ਪੂਰੇ ਪੰਜਾਬ ਦਾ ਹੀ ਨਹੀਂ, ਮੈਨੂੰ ਲੱਗਦਾ ਕਿ ਹਿੰਦੁਸਤਾਨ ਦਾ ਆਉਣ ਵਾਲੇ ਸਮੇਂ 'ਚ ਬਣ ਸਕਦਾ ਹੈ। ਔਰ ਉਹ ਤਾਂ ਹੀ ਬਣ ਸਕਦਾ ਹੈ ਜੇ ਇਥੋਂ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਜਿਹੜੀ ਹੈਗੀ ਆ ਉਹ ਚੇਤਨ ਹੋਏਗੀ। ਔਰ ਖਾਸ ਤੌਰ ਤੇ ਮੈਂ ਜਿਵੇਂ ਦਰਸ਼ਨਪਾਲ ਜੀ ਨੇ ਕਿਹਾ ਸੀਗਾ ਕਿ ਇਹਦੇ ਵਿੱਚ ਬੁੱਧੀਜੀਵੀਆਂ ਦਾ ਰੋਲ, ਇਹਦੇ ਵਿੱਚ ਕਲਾਕਾਰਾਂ ਦਾ ਰੋਲ, ਇਹਦੇ ਵਿੱਚ ਅਧਿਆਪਕਾਂ ਦਾ ਰੋਲ, ਇਹਦੇ ਵਿੱਚ ਜਿੰਨੇ ਵੀ ਮਿਹਨਤ ਕਰਦੇ ਨੇ। ਮਿਹਨਤ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਜਿਹੜੀ ਕਿਸਾਨੀ ਹੈ ਉਹ ਸਰੀਰਕ ਮਿਹਨਤ ਕਰਦੀ ਹੈ, ਇੱਕ ਪਾਸੇ ਜਿਹੜੇ ਸਾਡੇ ਵਰਗੇ ਲੋਕ ਨੇ ਅਸੀਂ ਮਾਨਸਿਕ ਜਿਹੜੀ ਹੈਗੀ ਆ ਉਹ ਮਿਹਨਤ ਕਰਦੇ ਆ। ਹੈ ਮਿਹਨਤੀ ਹੈ, ਚਾਹੇ ਉਹਨੂੰ ਚਾਹੇ ਪੂੰਜੀਵਾਦ ਨੇ, ਸਰਮਾਏਦਾਰੀ ਨੇ ਉਸ ਨੂੰ ਬਹੁਤ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਪਰ ਹੈ ਉਹੀ ਮਿਹਨਤ ਹੈ, ਚਾਹੇ ਉਹ ਮੈਂਟਲ ਲੇਬਰ ਹੈ, ਚਾਹੇ ਉਹ ਸਰੀਰਕ ਲੇਬਰ ਹੈ, ਚਾਹੇ ਫਿਜ਼ੀਕਲ ਲੇਬਰ ਹੈ। ਪਰ ਇਸ ਜਿਹੜੇ ਮਿਹਨਤਕਸ਼ ਲੋਕ ਨੇ, ਜੇ ਅਸੀਂ ਉਹਨਾਂ ਨਾਲ ਜੁੜਾਂਗੇ, ਉਹਨਾਂ ਦੇ ਨਾਲ ਚੱਲਾਂਗੇ ਔਰ ਉਹਨਾਂ ਦੇ ਨਾਲ ਮੋਢਾ ਜੋੜ ਕੇ ਜੇ ਇਹ ਸੰਘਰਸ਼ ਅੱਗੇ ਵਧੇਗਾ ਤਾਂ ਲਾਜ਼ਮੀ ਤੌਰ ਤੇ ਪੰਜਾਬ ਤੋਂ ਨਿਕਲ ਕੇ ਪੂਰੇ ਹਿੰਦੁਸਤਾਨ ਦੇ ਆਵਾਮ ਦਾ ਜਿਹੜਾ ਹੈਗਾ ਸੰਘਰਸ਼ ਬਣੇਗਾ। ਉਹਦਾ ਕਾਰਨ ਕਿਉਂਕਿ ਇਹ ਸਪੇਸ ਪਈ ਹੈ, ਉਹਦਾ ਵੱਡਾ ਮੈਨੂੰ ਕਾਰਨ ਇਹ ਦਿਖ ਰਿਹਾ ਕਿ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਜਾਂ ਕਾਰਪੋਰੇਟ ਨੇ ਪਿਛਲੇ 1990 ਤੋਂ ਬਾਅਦ ਇੱਕ ਸਪੇਸ ਤਿਆਰ ਕਰਕੇ ਦਿੱਤੀ ਹੈ। ਔਰ ਉਸ ਸਪੇਸ ਦੇ ਵਿੱਚ ਜਿਹੜੇ ਨੇ ਬਹੁਤ ਸਾਰੀ ਜਿਹੜੇ ਪਿੱਛੇ ਜਿਹੜੀਆਂ ਰਿਪੋਰਟਸ ਆਈਆਂ ਨੇ ਸਾਡੀ ਵੈਲਥ ਦੀਆਂ, ਔਰ ਉਹਦੇ ਵਿੱਚ ਲਗਭਗ 95 ਜਾਂ 90% ਜਿਹੜੀ ਸਾਡੀ ਵੈਲਥ ਹੈ, ਆਮ ਲੋਕਾਂ ਦੀ ਲੁੱਟ ਹੈ, ਉਹ ਇੱਕ ਖਾਸ ਤਰ੍ਹਾਂ ਦੀਆਂ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਜਾਂ ਕਾਰਪੋਰੇਟ ਵਰਲਡ ਹੈ ਉਹਨਾਂ ਦੇ ਹਿੱਸੇ ਚਲੀ ਗਈ ਹੈ। ਔਰ ਉਹਦਾ ਪ੍ਰੈਸ਼ਰ ਇੰਨਾ ਵੱਧ ਰਿਹਾ ਸਾਡੀਆਂ ਸਰਕਾਰਾਂ ਤੇ ਕਿ ਉਹ ਇਸ ਪ੍ਰੈਸ਼ਰ ਦੇ ਵਿੱਚ ਨਵੇਂ ਤੋਂ ਨਵੇਂ ਕਾਨੂੰਨ ਜਿਹੜੇ ਨੇ ਉਹ ਚਾਹੇ ਉਹ ਮਜ਼ਦੂਰਾਂ ਦੇ ਵਿਰੋਧ 'ਚ ਹੋਣ, ਚਾਹੇ ਕਿਸਾਨਾਂ ਦੇ ਵਿਰੋਧ 'ਚ ਹੋਣ। ਮੇਰਾ ਕਹਿਣ ਦਾ ਮਤਲਬ ਹੈ ਕਿ ਆਮ ਲੋਕ ਇਸ ਵੇਲੇ ਤਰਾਹ ਕਰ ਰਹੇ ਨੇ। ਜੇ ਅਸੀਂ ਉਹਨਾਂ ਨੂੰ ਆਰਗੇਨਾਈਜ਼ ਔਰ ਉਹਨਾਂ ਨੂੰ ਸੰਘਰਸ਼ ਦੇ ਵਿੱਚ ਨਹੀਂ ਪਾਵਾਂਗੇ ਤਾਂ ਜਿਵੇਂ ਦਰਸ਼ਨਪਾਲ ਜੀ ਨੇ ਕਿਹਾ ਕਿ ਉਹ ਵੋਟਾਂ ਉਹਨਾਂ ਨੂੰ ਪਾ ਦੇਣਗੇ ਦੁਬਾਰਾ ਫੇਰ, ਕਿਉਂਕਿ ਧਰਮ ਦੇ ਨਾਂ ਦੇ ਉੱਤੇ ਜਾਂ ਕਿਸੇ ਹੋਰ ਜਾਤ ਪਾਤ ਦੇ ਨਾਂ ਦੇ ਉੱਤੇ ਉਹਨਾਂ ਨੂੰ ਵਰਗਲਾਉਣਾ ਮਤਲਬ ਸਦੀਆਂ ਤੋਂ ਉਹ ਵਰਗਲਾਉਂਦੇ ਰਹੇ ਨੇ ਔਰ ਹੁਣ ਵੀ ਵਰਗਲਾਉਂਦੇ ਰਹਿਣਗੇ। ਉਹਨਾਂ ਨੂੰ ਇੱਕੋ ਇੱਕ ਤਰੀਕਾ ਹੈ ਇਹਨਾਂ ਚੋਂ ਕੱਢਣ ਦਾ, ਉਹ ਹੈ ਚੇਤਨਾ, ਕੌਨਸ਼ੀਅਸਨੈਸ। ਔਰ ਉਹ ਕੌਨਸ਼ੀਅਸਨੈਸ ਦੇਣ ਦਾ ਸਾਡਾ ਫਰਜ਼ ਬਣਦਾ ਹੈ, ਅਸੀਂ ਸਾਰੇ ਅੱਗੇ ਆਈਏ। ਔਰ ਲੀਡਰਸ਼ਿਪ ਜਿਹੜੀ ਕਿਸਾਨੀ ਦੀ ਲੀਡਰਸ਼ਿਪ ਹੈ ਉਹਨੂੰ ਵੀ ਜਿਹੜਾ ਹੈਗਾ ਇਹ ਲੰਬਾ ਸੰਘਰਸ਼ ਲੜਨਾ ਪਏਗਾ। ਇਹਦੇ ਵਿੱਚ ਇਹ ਛੋਟੀਆਂ ਲੜਾਈਆਂ ਨਹੀਂ ਹੈਗੀਆਂ, ਇਹ ਲੰਬੀਆਂ ਲੜਾਈਆਂ ਨੇ। ਜੀ ਕੁਲਦੀਪ ਜੀ, ਬਹੁਤ ਸੋਹਣੀ ਗੱਲ ਕੀਤੀ ਹੈ। ਡਾਕਟਰ ਦਰਸ਼ਨਪਾਲ ਜੀ, ਮੈਂ ਤੁਹਾਡੇ ਤੋਂ ਸਿੱਧਾ ਸਵਾਲ ਇਹ ਪੁੱਛਣਾ ਚਾਹੁੰਦਾ ਹੁਣ ਕਿ ਕਿਸਾਨ ਸੰਘਰਸ਼ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ, ਅੱਜ ਦਾ ਨਹੀਂ ਹੈਗਾ, ਪਰ ਪਹਿਲਾਂ ਅਸੀਂ ਬਹੁਤ ਅਲੱਗ-ਅਲੱਗ ਤੌਰ ਤੇ ਲੜਾਈ ਲੜਦੇ ਰਹੇ ਹਾਂ। ਹੁਣ ਪਹਿਲਾਂ ਪੰਜਾਬ ਦੀ ਜਥੇਬੰਦੀਆਂ ਇਕੱਠੀਆਂ ਹੋਈਆਂ, ਫਿਰ ਲਗਭਗ 300 ਦੇ ਕਰੀਬ ਜਥੇਬੰਦੀਆਂ ਨੈਸ਼ਨਲ ਲੈਵਲ ਤੇ ਤੁਸੀਂ ਮੀਟਿੰਗ ਕੀਤੀ। ਜਿਹੜਾ ਇਹ ਦੁਬਾਰਾ ਮੇਲ ਹੋ ਰਿਹਾ ਹੈ, ਇਹ ਤੁਹਾਨੂੰ ਲੱਗਦਾ ਹੈ ਕਿ ਜਿਹੜੇ 3 ਕਾਨੂੰਨ ਬਣੇ ਨੇ ਇਹਨਾਂ ਦੇ ਵਿਰੋਧ ਕਰਨ ਵਾਸਤੇ ਮੌਕੇ ਦੀ ਮਜਬੂਰੀ ਤੋਂ ਪੈਦਾ ਹੋਇਆ ਹੈ ਜਾਂ ਕਿਸੇ ਵੱਡੀ ਸਮਝ ਤੋਂ ਪੈਦਾ ਹੋ ਰਿਹਾ ਹੈ ਜਿਹਦੇ ਨਾਲ ਆਉਣ ਵਾਲੀ ਲੜਾਈ ਲੜੀ ਜਾਣੀ ਹੈ? ਤੁਸੀਂ ਕਿਉਂਕਿ ਪ੍ਰੈਕਟੀਕਲੀ ਇਹਦੇ ਨਾਲ ਜੁੜੇ ਹੋਏ ਹੋ, ਸਾਨੂੰ ਇਸ ਚੀਜ਼ ਬਾਰੇ ਜ਼ਰੂਰ ਜਾਣਨਾ ਪਊ। ਦੇਖੋ ਡਾਕਟਰ ਕੁਲਦੀਪ ਸਿੰਘ ਜੀ, ਇੱਕ ਤਾਂ ਪਹਿਲੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜੋ ਸਾਡੇ ਦੇਸ਼ ਦੇ ਵਿੱਚ ਇਸ ਵੇਲੇ NDA ਦੀ ਹਕੂਮਤ ਚੱਲ ਰਹੀ ਹੈ ਮੋਦੀ ਦੀ ਅਗਵਾਈ ਥੱਲੇ, ਉਹਨਾਂ ਵੱਲੋਂ ਅਗਰ ਤੁਸੀਂ ਦੇਖੋ, ਇੱਕ ਦੇਸ਼ ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕੋ ਜਿਹੇ ਖੇਤੀ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਧਰਮ। ਮਤਲਬ ਕਿ ਇਸ ਕਿਸਮ ਦੇ ਜਿਹੜੇ ਇਹ ਫਨੋਮਨਾ ਜਿਹੜਾ ਮੇਰੇ ਲਈ ਤਾਂ ਸਭ ਤੋਂ ਵੱਧ ਚਿੰਤਾਜਨਕ ਹੈ। ਮਤਲਬ 3 ਕਾਨੂੰਨ ਨੇ ਜਿਹੜੇ ਉਹ ਵੀ ਇਹਦੇ ਵਿੱਚ ਉਹਦਾ ਹੀ ਹਿੱਸਾ ਨੇ, ਅਸਲ 'ਚ ਉਹ ਤੋਂ ਵੱਖਰੇ ਨਹੀਂ ਹੈਗੇ। ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਕਿਸਾਨੀ ਦੇ ਇਸ ਸੰਘਰਸ਼ ਦੇ ਵਿੱਚ ਕੁੱਦੇ, ਉਹਦੇ ਤੋਂ ਪਹਿਲਾਂ ਅਸਲ 'ਚ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਵਿੱਚ ਇੱਕ ਚਰਚਾ ਚੱਲ ਰਹੀ ਸੀ। ਉਹ ਮੋਦੀ 1 ਵੇਲੇ ਇਹ ਚੱਲ ਰਹੀ ਸੀ ਕਿ ਦੇਸ਼ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣ ਲਈ ਤੇ ਉਹਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦਿਵਾਉਣ ਵਾਸਤੇ ਕਿਵੇਂ ਲੜਿਆ ਜਾਵੇ। ਇਹਦੇ ਦੌਰਾਨ ਹੀ ਅਸਲ 'ਚ ਬਹੁਤ ਸਾਰੇ ਇਸ ਕਿਸਮ ਦੇ ਮੁੱਦੇ ਆਉਂਦੇ ਰਹੇ ਮੈਂ ਜਿਹਦੀ ਚਰਚਾ ਨਹੀਂ ਕਰੂੰਗਾ। ਪਰ ਤੁਸੀਂ ਇਹ ਦੇਖਿਆ ਹੋਊਗਾ ਕਿ ਇਹ ਹਕੂਮਤ ਐਸੀ ਹੈ ਜਿਹੜੀ ਹਕੂਮਤ ਨੇ ਜਿਹੜਾ ਥੋੜ੍ਹਾ ਬਹੁਤਾ ਵੀ ਇਹਦੇ ਵਿਰੋਧ 'ਚ ਕਵਿਤਾ ਲਿਖਦਾ, ਕੋਈ ਲੇਖ ਲਿਖਦਾ, ਕੋਈ ਗੀਤ ਗਾਉਂਦਾ, ਜਾਂ ਕੋਈ ਇਹਦੇ ਬਣਾਏ ਹੋਏ ਕਾਨੂੰਨਾਂ ਦਾ, ਚਾਹੇ CAA NRC ਦਾ ਵਿਰੋਧ ਕਰਦਾ, ਉਹਨੇ ਸਾਰਿਆਂ ਨੂੰ ਜਾਣੀ ਪੁੱਠੇ ਲਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਕੂਮਤ ਜਿਹੜੀ।
ਤੁਸੀਂ ਇਸ ਪ੍ਰਸੰਗ ਦੇ ਵਿੱਚ ਅਸਲ 'ਚ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਮੈਂ ਜਦੋਂ ਇਸ ਕਿਸਾਨੀ ਸੰਘਰਸ਼ ਨੂੰ ਦੇਖਦਾ ਤਾਂ ਮੈਨੂੰ ਇਹ ਲੱਗਦਾ ਵੀ ਅਸਲ 'ਚ 3 ਕਾਨੂੰਨ ਇੱਕ ਚੀਜ਼ ਨੇ। ਹੁਣ ਨਵਾਂ ਪਾਵਰ ਬਿੱਲ 2020 ਲੈ ਕੇ ਆ ਰਹੇ ਆ, ਉਹ ਵੀ ਇਹਦੇ ਪ੍ਰਸੰਗ 'ਚ ਹੀ ਹੈ। ਆਹ ਨਵਾਂ ਆਰਡੀਨੈਂਸ ਲੈ ਕੇ ਆਇਆ 에ਅਰ ਪੋਲਿਊਸ਼ਨ ਵਾਲਾ, ਉਹਦੇ ਨਾਲ ਜੁੜਿਆ ਹੋਇਆ। ਤਾਂ ਇਸ ਪ੍ਰਸੰਗ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਇਹ ਕਿ ਜਿੱਥੋਂ ਤੱਕ ਇਹ ਆਰਥਿਕਤਾ ਦਾ ਮਸਲਾ ਹੈ ਇੱਕ ਸਾਡੇ ਕਿਸਾਨੀ ਦਾ, ਨਾਲ ਦੀ ਨਾਲ ਇਹ ਸਾਡੇ ਸਮਾਜ ਦੀ ਡੈਮੋਕਰੇਟਾਈਜੇਸ਼ਨ ਜਿੰਨੀ ਕੁ ਵੀ ਸੀ ਉਹਨੂੰ ਵੀ, ਉਹਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਹੈ। ਤੀਸਰਾ ਜਿਹੜਾ ਮਤਲਬ ਕਿ ਥੋੜ੍ਹਾ ਬਹੁਤਾ ਵੀ ਸਾਡੇ ਸਿਸਟਮ ਦੇ ਅੰਦਰ, ਕੰਸਟੀਟਿਊਸ਼ਨ ਦੇ ਅੰਦਰ ਸੈਂਟਰ ਤੇ ਸਟੇਟ ਰਿਲੇਸ਼ਨਸ ਨੂੰ ਲੈ ਕੇ ਇੱਕ ਬਣਿਆ ਹੋਇਆ ਸੀ ਬੈਲੈਂਸ, ਉਹਨੂੰ ਵੀ ਉਹਦੇ ਤੇ ਉੱਤੇ ਵੀ ਪੂਰੀ ਐਨਕਰੋਚਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ। ਤਾਂ ਮੈਂ ਜਦੋਂ ਇਸ ਸਾਡੇ ਕਿਸਾਨੀ ਸੰਘਰਸ਼ ਨੂੰ ਇਹ ਦੇਖਦਾ, ਮੈਂ ਦੇਖਦਾ ਕਿ ਇਹ ਨੈਰੇਟਿਵ ਜਿਹਦੇ 'ਚ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਉਹਦੇ 'ਚ ਮੈਂ ਮਤਲਬ ਕਿ ਹਾਲਾਂਕਿ ਮੈਂ ਭੀਮਿੰਦਰ ਸਿੰਘ ਉਹਨਾਂ ਦੀ ਉਸ ਗੱਲ ਨਾਲ ਤਾਂ ਨਹੀਂ ਸਹਿਮਤ ਹੈਗਾ ਹਲੇ ਨਹੀਂ ਕਿ ਸਾਡਾ ਕਿਸਾਨੀ ਸੰਘਰਸ਼ ਕੋਈ ਪੀਪਲ ਸੰਘਰਸ਼ ਬਣ ਗਿਆ, ਲੋਕ ਸੰਘਰਸ਼ ਬਣ ਗਿਆ। ਮੈਂ ਸੋਚਦਾ ਕਿ ਹਲੇ ਵੀ ਇਹ ਕਿਸਾਨਾਂ ਦੀਆਂ ਜਥੇਬੰਦੀਆਂ ਦਾ ਹੀ ਮੁੱਖ ਰੂਪ 'ਚ ਸੰਘਰਸ਼ ਹੈ। ਇਹਨੂੰ ਲੋਕ ਸੰਘਰਸ਼ ਬਣਨਾ ਚਾਹੀਦਾ ਹੈ, ਮੇਰੀ ਇੱਛਾ ਬਹੁਤ ਹੈ ਇਸ ਗੱਲ 'ਤੇ। ਲੇਕਿਨ ਇਹ ਲੋਕ ਸੰਘਰਸ਼ ਜਦੋਂ ਬਣੂਗਾ ਉਦੋਂ ਉਹਦੇ ਲੱਛਣ ਇਹ ਹੋਣਗੇ, ਜਿਵੇਂ ਨਹੀਂ ਹੁੰਦਾ ਵੀ ਆਪਾਂ ਕਹਿੰਦੇ ਵੀ ਇਹਨੂੰ ਮਲੇਰੀਆ ਤਾਪ ਹੈ, ਉਹਦੇ ਲੱਛਣ ਕੀ ਹੁੰਦੇ ਨੇ? ਉਹ ਤੀਜੇ ਦਿਨ ਚੜ੍ਹਦਾ ਜਾਂ ਹਟ ਕੇ ਚੜ੍ਹਦਾ, 8 ਘੰਟੇ ਰਹਿੰਦਾ, ਉਹਦਾ ਪਾਲਾ ਲੱਗਦਾ, ਪਸੀਨਾ ਆ ਕੇ ਉਤਰਦਾ। ਲੋਕ ਸੰਘਰਸ਼ ਦੇ ਲੱਛਣ ਇਹ ਹੁੰਦੇ ਨੇ ਕਿ ਬੱਚੇ ਜਿਹੜੇ ਨੇ, ਬੱਚੇ, ਬਜ਼ੁਰਗ, ਬੈਡਰੂਮ, ਡਰਾਇੰਗ ਰੂਮ, ਡਾਈਨਿੰਗ ਹਾਲ, ਸਭ ਜਗ੍ਹਾ 'ਤੇ ਉਸ ਦੀ ਚਰਚਾ ਹੋ ਰਹੀ ਹੈ। ਹਾਲੇ ਉਹਦੇ ਤੋਂ ਪਿੱਛੇ ਹੈ ਸੰਘਰਸ਼, ਉੱਥੇ ਪਹੁੰਚਿਆ ਨਹੀਂ ਹਲੇ। ਉਹ ਬਣਨਾ ਚਾਹੀਦਾ। ਇਹ ਮੈਂ ਐਜ਼ ਏ ਕਿਸਾਨ ਲੀਡਰ ਮੇਰੀ ਇੱਛਾ ਹੈ, ਇਹਦੇ 'ਤੇ ਕੋਸ਼ਿਸ਼ਾਂ ਵੀ ਕਰ ਰਹੇ ਹਾਂ ਅਸੀਂ। ਪਰ ਮੈਂ ਜਿਹੜੀ ਦੂਜੀ ਗੱਲ ਕਹਿਣੀ ਚਾਹੁੰਦਾ ਕਿ ਇਸ ਸੰਘਰਸ਼ ਦਾ ਉਹ ਪਹਿਲੂ ਜਿੱਥੋਂ ਤੱਕ ਹੈ, ਦੇਖੋ ਅਸੀਂ ਪਰਸੋਂ ਗੱਲਬਾਤ ਕਰਕੇ ਆਏ ਹਾਂ ਦਿੱਲੀ। ਉਸ ਗੱਲਬਾਤ ਦੇ ਵਿੱਚ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ 1% ਵੀ ਇਸ ਕਿਸਮ ਦੇ ਸਾਨੂੰ ਨਹੀਂ ਦਿਖਾਈ ਦਿੱਤਾ ਕਿ ਉਹ ਇਹਨਾਂ ਕਾਨੂੰਨਾਂ ਦੇ ਉੱਤੇ ਮੁੜ ਵਿਚਾਰ ਕਰਨ ਲਈ ਤਿਆਰ ਹੋਣ। ਮਤਲਬ ਕਿ ਉਹਨਾਂ ਦਾ ਜਿਹੜਾ ਆਪਣੇ, ਕਿਉਂਕਿ ਇਹਦੇ 'ਚ ਮੈਂ ਕਹਿਣਾ ਚਾਹੁੰਦਾ ਕਿ ਇਹਦੇ 'ਚ ਇਕੱਲੀ BJP ਨਹੀਂ, NDA ਨਹੀਂ, ਇਹਦੇ 'ਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵੀ ਹੈ, ਇਹਦੇ 'ਚ ਕਾਰਪੋਰੇਟ ਘਰਾਣੇ ਵੀ ਨੇ, ਇਹਦੇ 'ਚ ਸਾਡੇ ਜਿਹੜੇ ਆਪਣੇ ਵੱਡੇ ਦੇਸੀ ਕਾਰਪੋਰੇਟ ਘਰਾਣੇ ਨੇ ਉਹਨਾਂ ਦਾ ਇੱਕ ਅਲਾਇੰਸ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਲੈ ਕੇ ਆ ਰਿਹਾ ਹੈ। ਔਰ BJP ਜੋ ਕੈਟਾਲਿਸਟ ਦਾ ਰੋਲ ਅਦਾ ਕਰ ਰਹੀ ਹੈ, NDA ਦੀ ਸਰਕਾਰ ਕੈਟਾਲਿਸਟ ਦਾ ਰੋਲ ਅਦਾ ਕਰ ਰਹੀ ਹੈ। ਸੋ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਕਿਸਾਨ ਦੇਸ਼ ਦੇ, ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਮੈਂ ਉਹ 'ਤੇ ਆ ਜਾਂਦਾ ਹੁਣ, ਮਤਲਬ ਕਿ ਅਸੀਂ ਜਦੋਂ ਮਤਲਬ ਕਿ ਪੰਜਾਬ ਦੇ ਕਿਸਾਨਾਂ ਨੇ ਇੱਕ ਕੋਸ਼ਿਸ਼ ਕੀਤੀ, ਇਸ ਕੋਸ਼ਿਸ਼ ਦੇ ਵਿੱਚ ਇੱਕ ਗੱਲ ਸੱਚੀ ਹੈ ਕਿ ਕਿਸਾਨਾਂ ਨੂੰ ਇਹ ਲੱਗਦਾ ਸੀ ਤੇ ਅੱਜ ਵੀ ਲੱਗਦਾ ਹੈ ਕਿ ਕਿਸਾਨਾਂ ਦਾ ਜਿਹੜਾ ਸੰਕਟ ਹੈ ਦਿਨ ਦਿਨ ਵੱਧਦਾ ਜਾ ਰਿਹਾ ਖੇਤੀ ਦਾ, ਕਿਉਂਕਿ ਖੁਦਕੁਸ਼ੀਆਂ ਸ਼ੁਰੂ ਹੋ ਗਈਆਂ, ਮੁਨਾਫੇ ਘਟ ਗਏ, ਕਿਸਾਨਾਂ ਦੇ ਜਥੇਬੰਦੀਆਂ ਦੇ ਅੰਦਰ ਕੁਝ ਚੇਤਨਤਾ ਵੱਧ ਗਈ ਪ੍ਰਪੋਰਸ਼ਨੇਟਲੀ। ਇਹਨਾਂ ਨੂੰ ਲੱਗਣ ਲੱਗੇ ਵੀ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ। ਜੋ ਪੰਜਾਬ ਦੇ ਵਿੱਚ ਇੱਕ ਫੈਨੋਮੀਨਾ ਬਹੁਤ ਉੱਭਰ ਕੇ ਸਾਹਮਣੇ ਆਇਆ ਕਿ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਥੋੜ੍ਹੇ ਗਰੁੱਪ ਬਣੇ, ਫਿਰ ਵੱਡੇ ਗਰੁੱਪ ਬਣੇ ਤੇ ਉਹਨਾਂ ਨੇ ਇੱਕ ਸੰਘਰਸ਼ ਜਿਹੜਾ ਸ਼ੁਰੂ ਕਰਤਾ, ਜਾਂ ਉਹਨੂੰ ਕਹਿ ਲਓ ਇੱਕ ਅੱਜ ਇਸ ਪੱਧਰ ਤੱਕ ਲੈ ਆਏ ਹੋ। ਸਿਮਿਲਰਲੀ ਆਲ ਇੰਡੀਆ ਲੈਵਲ 'ਤੇ ਵੀ ਇਹੀ ਫੈਨੋਮੀਨਾ ਚੱਲ ਰਿਹਾ ਹੈ। ਆਲ ਇੰਡੀਆ ਲੈਵਲ 'ਤੇ ਵੀ ਕਿਸਾਨ ਜਥੇਬੰਦੀਆਂ ਜਿਹੜੇ ਵੱਖ-ਵੱਖ ਗਰੁੱਪ ਨੇ ਜਾਂ ਫੈਡਰੇਸ਼ਨ ਨੇ ਕਹਿ ਲਓ, ਉਹਨਾਂ ਦੇ ਅੰਦਰ ਵੀ ਇਹ ਸੋਚ ਆਉਣੀ ਸ਼ੁਰੂ ਹੋ ਗਈ ਵੀ ਯਾਰ ਆਪਾਂ ਜੇ ਅੱਜ ਇਕੱਠੇ ਨਾ ਹੋਏ ਤਾਂ ਆਪਣਾ ਬਣੂਗਾ ਕੀ, ਲੋਕ ਛਿੱਤਰ ਮਾਰਨਗੇ। ਉਹ ਜਿਹੜੀ ਪ੍ਰਕਿਰਿਆ ਦੂਜੇ ਪੱਧਰ 'ਤੇ ਨੈਸ਼ਨਲ ਪੱਧਰ 'ਤੇ ਵੀ ਸ਼ੁਰੂ ਹੋ ਗਈ ਤੇ ਨੈਸ਼ਨਲ ਪੱਧਰ 'ਤੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੇ ਆਪਸ 'ਚ ਇੱਕ ਹੱਦ ਤੱਕ ਏਕਤਾ ਬਣਾਉਣੀ ਸ਼ੁਰੂ ਕਰਤੀ। ਤਾਂ ਮੈਂ ਜਿਹੜੀ ਪਹਿਲੀ ਗੱਲ ਆਪਣੀ 'ਤੇ ਫਿਰ ਮੁੜ ਕੇ ਆਉਣਾ ਚਾਹੁੰਦਾ ਹਾਂ ਕਿ ਮੈਂ ਜਦੋਂ ਦਾ ਹੁਣ ਪਿਛਲੇ ਕਰੋਨਾ ਲਾਕਡਾਊਨ ਦੇ ਵਿੱਚ ਦੇਖੋ, ਇਹਦੇ 'ਚ ਵੀ ਮੈਂ ਗੱਲ ਦੱਸਣੀ ਚਾਹੁੰਦਾ ਕਿ ਇਹ 3 ਕਾਨੂੰਨ ਨੇ ਜਿਹੜੇ ਇਹ ਆਰਡੀਨੈਂਸਾਂ ਦੇ ਰੂਪ ਦੇ ਵਿੱਚ 4 ਜੂਨ ਨੂੰ ਮੋਦੀ ਸਰਕਾਰ ਨੇ ਉਦੋਂ ਜਾਰੀ ਕੀਤੇ ਜਦੋਂ ਬਿਲਕੁਲ ਸਾਰੇ ਦੇਸ਼ ਦੇ ਲੋਕ ਘੁੱਗ ਸੁੱਤੇ ਪਏ ਸੀ ਕਰੋਨਾ ਲਾਕਡਾਊਨ ਦੇ ਵਿੱਚ। ਫਿਰ ਜਦੋਂ ਇਹਨਾਂ ਨੇ ਲੈ ਕੇ ਆਂਦੇ ਕਾਨੂੰਨ, ਮਤਲਬ ਕਿ ਆਰਡੀਨੈਂਸਾਂ ਨੂੰ ਬਿੱਲਾਂ ਦੇ ਰੂਪ ਵਿੱਚ ਪਾ ਕੇ ਪਾਰਲੀਮੈਂਟ ਜਿਵੇਂ ਧੱਕੇ ਨਾਲ ਪਾਸ ਕਰਾਏ, ਕਿਸੇ ਵਿਰੋਧੀ ਪਾਰਟੀ ਨੂੰ ਗੱਲ ਨਹੀਂ ਕਰਨ ਦਿੱਤੀ। ਫਿਰ ਜਦੋਂ ਅਸੀਂ ਹੁਣ ਕੱਲ੍ਹ ਵੀ ਇਹ ਕਿਹਾ ਜਾਂ ਅੱਜ ਵੀ ਕਹਿੰਦੇ ਹਾਂ ਵੀ ਕਿਸਾਨ ਜਥੇਬੰਦੀਆਂ ਤਾਂ ਮੰਗ ਹੀ ਨਹੀਂ ਕੀਤੀ ਕੋਈ ਇਹੋ ਜਿਹੇ ਕਾਨੂੰਨ ਬਣਾਓ,
ਜੀ ਬਿਲਕੁਲ। ਮੈਂ ਮਤਲਬ ਕਿ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਪਰਸੋਂ ਦੀ ਮੀਟਿੰਗ ਦੇ ਅੰਦਰ ਜਦੋਂ ਮੰਤਰੀਆਂ ਨੇ ਸਾਨੂੰ ਜਿਹੜਾ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਵੀ ਪਿਛਲੇ 6 ਸਾਲਾਂ ਦੇ ਅੰਦਰ ਆਹ ਕਿਸਾਨਾਂ ਨੇ ਪੈਦਾਵਾਰ 'ਚ ਵਾਧਾ ਕੀਤਾ, ਇਹਨਾਂ ਨੂੰ ਮੁਨਾਫੇ ਹੋਏ, ਤਾਂ ਸਾਡਾ ਸਵਾਲ ਇਹ ਸੀ ਵੀ ਜਿਹੜਾ 6-7 ਸਾਲਾਂ 'ਚ ਹੋਇਆ ਤਾਂ ਪੁਰਾਣੇ ਰਜੀਮ ਦੇ ਅਧੀਨ ਹੋਇਆ, ਨਵਾਂ ਰਜੀਮ ਥੋੜਾ ਕੋਈ ਇਹ ਸਾਨੂੰ ਤੁਸੀਂ ਕੀ ਦਿਖਾਉਂਦੇ ਹੋ। ਕਹਿਣ ਤੋਂ ਮੇਰਾ ਭਾਵ ਇਹ ਹੈ ਵੀ ਮੋਦੀ ਗਵਰਨਮੈਂਟ ਹੈ ਜਿਹੜੀ ਇਹਦਾ ਜਿਹੜਾ ਇਹ ਅਨਡੈਮੋਕ੍ਰੇਟਿਕ ਤੇ ਸੈਂਟਰਲਾਈਜ਼ਡ ਜਿਹੜਾ ਮਤਲਬ ਕਿ ਰਜੀਮ ਹੈ, ਇਸ ਰਜੀਮ ਦੇ ਅੰਦਰ ਮੈਂ ਕਿਸਾਨ ਸੰਘਰਸ਼ ਨੂੰ ਅਸਲ 'ਚ ਐਂ ਦੇਖਦਾ ਕਿ ਪੰਜਾਬ ਦੇ ਸੰਘਰਸ਼ ਨੇ ਜੋ ਕੀਤਾ ਉਹਦੇ ਵਿੱਚ ਕੀ ਹੋਇਆ ਕਿ ਕਿਸਾਨ ਇਕੱਠੇ ਹੋਏ, ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਉਸ ਪ੍ਰੈਸ਼ਰ ਥੱਲੇ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੂੰ ਕੁਝ ਮਤਲਬ ਕਿ ਫਲੈਕਸੀਬਿਲਿਟੀ ਦਿਖਾਉਣੀ ਪਈ। ਅਲਟੀਮੇਟਲੀ ਅਕਾਲੀ ਦਲ ਹੈ ਜਿਹੜਾ ਉਹਦੇ ਅੰਦਰ ਇੱਕ ਪੋਲਰਾਈਜੇਸ਼ਨ ਸ਼ੁਰੂ ਹੋ ਗਈ। ਇਹ ਜਿਹੜੀ ਪੰਜਾਬ ਦੇ ਅੰਦਰ ਜਿਹੜੀ ਇਹ ਪੋਲਰਾਈਜੇਸ਼ਨ ਸ਼ੁਰੂ ਹੋਈ, ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ, ਕੱਲੀ ਬੀਜੇਪੀ ਰਹਿ ਗਈ, ਬੀਜੇਪੀ ਦੇ ਅੰਦਰ ਵੀ ਅੱਜ ਸੰਕਟ ਸ਼ੁਰੂ ਹੋ ਗਿਆ। ਇਹ ਜਿਹੜਾ ਮਤਲਬ ਕਿ ਨੈਰੇਟਿਵ ਬਣਨਾ ਸ਼ੁਰੂ ਹੋਇਆ, ਇਹ ਨੈਰੇਟਿਵ ਅਸਲ 'ਚ ਪੰਜਾਬ ਦੇ ਕਿਸਾਨਾਂ ਦਾ ਤੇ ਲੋਕਾਂ ਦਾ ਸੰਘਰਸ਼ ਅਗਰ ਹੋਰ ਅੱਗੇ ਐਡਵਾਂਸ ਕਰ ਜਾਂਦਾ ਤਾਂ ਇਹ ਨਾਰਥ ਇੰਡੀਆ ਤੇ ਇੰਡੀਆ ਦੇ ਲੋਕਾਂ ਦੇ ਸੰਘਰਸ਼ ਲਈ ਇੱਕ ਬੈਕਬੋਨ ਦੇ ਉੱਪਰ ਜਿਹੜਾ ਇਹ ਦਿਮਾਗ ਹੈ ਉਹਦਾ ਰੋਲ ਇੱਕ ਅਦਾ ਕਰ ਸਕਦਾ ਸੀ ਤੇ ਇਹਨੂੰ ਇਹ ਕਰਨਾ ਚਾਹੀਦਾ। ਤਾਂ ਮੈਂ ਇੱਕ ਸੈਂਟੈਂਸ ਦੇ ਵਿੱਚ ਆਪਣੀ ਗੱਲ ਖਤਮ ਕਰਨ ਲੱਗਿਆ ਕਿ ਹਿੰਦੁਸਤਾਨ ਦੇ ਵਿੱਚ ਅਗਰ ਭੀਮਿੰਦਰ ਦੀ ਗੱਲ ਸੱਚ ਹੋ ਜੇ, ਚੰਗੀ ਗੱਲ ਹੈ, ਮੈਂ ਚਾਹੁੰਦਾ ਉਹ ਸੱਚ ਹੋ ਜੇ ਕਿ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਦਾ ਸੰਘਰਸ਼ ਅਗਰ ਲੋਕਾਂ ਦਾ ਸੰਘਰਸ਼ ਬਣ ਜੇ ਤਾਂ ਮੈਂ ਕਹੂੰਗਾ 1971-72 ਦਾ ਜਿਹੜਾ ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਸੀ, ਇਤਿਹਾਸ ਦੇ ਵਿੱਚ 1947 ਤੋਂ ਬਾਅਦ ਇੱਕ ਜਮਾਤ ਦਾ, ਇੱਕ ਤਬਕੇ ਦਾ ਸੰਘਰਸ਼ ਐਡੇ ਵੱਡੇ ਪੱਧਰ ਤੇ ਪਹਿਲੀ ਵਾਰੀ ਹੋ ਰਿਹਾ। ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਵੀ ਉਨੇ ਵੱਡੇ ਪੈਮਾਨੇ ਤੇ ਨਹੀਂ ਸੀ। ਔਰ ਇਹ ਅਗਰ ਲੋਕਾਂ ਦੀ ਮੂਵਮੈਂਟ ਬਣ ਕੇ ਇੱਕ ਮੋਦੀ ਦੇ ਨੈਰੇਟਿਵ ਨੂੰ ਚੈਲੰਜ ਕਰ ਜਾਂਦੀ ਹੈ ਤਾਂ ਮੈਂ ਆਪਣੇ ਆਪ ਨੂੰ ਸਮਝੂਗਾ ਕਿ ਇੱਕ ਬਹੁਤ ਹੀ ਸੁਭਾਗੀ ਘੜੀ ਹੋਊਗੀ ਦੇਸ਼ ਦੇ ਲੋਕਾਂ ਲਈ, ਜਿਹਦਾ ਬਹੁਤ ਵੱਡਾ ਚੈਲੰਜ ਤੇ ਚੁਣੌਤੀਆਂ ਅਸਲ 'ਚ ਇਸ ਕਿਸਾਨ ਮੂਵਮੈਂਟ ਤੇ ਦੇਸ਼ ਪੈਮਾਨੇ ਤੇ ਖੜੀਆਂ ਨੇ। ਤੇ ਮੋਦੀ ਸਰਕਾਰ ਕਿਸੇ ਵੀ ਤਰ੍ਹਾਂ ਇਸ ਨੂੰ ਬਲਕਿ ਤੋੜਨਾ ਚਾਹੁੰਦੀ ਹੈ, ਭੰਨਣਾ ਚਾਹੁੰਦੀ ਹੈ, ਡਰਾਉਣਾ ਚਾਹੁੰਦੀ ਹੈ ਤੇ ਉਹਦੇ ਚੈਲੰਜਸ ਜਿਹੜੇ ਨੇ ਉਹ ਇੱਕ ਹੱਦ ਤੱਕ ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨਾਂ 'ਚ, ਪੰਜਾਬ ਦੀਆਂ ਜਥੇਬੰਦੀਆਂ ਇਕੱਲੀਆਂ ਨਹੀਂ, ਦੇਸ਼ ਦੀਆਂ ਵੱਡੇ ਜਿਹੜੇ ਫੈਡਰੇਸ਼ਨ ਨੇ ਕਿਸਾਨਾਂ ਦੇ 3 ਨੇ ਜਿਹੜੇ, ਉਹਨਾਂ ਨੇ ਇਕੱਠੇ ਹੋ ਕੇ ਇਹਦਾ ਜਵਾਬ ਦੇਣ ਦਾ ਤੈਅ ਕੀਤਾ ਕਿ ਦੇਸ਼ ਦੇ ਪੈਮਾਨੇ ਤੇ ਮੂਵਮੈਂਟ ਬਿਲਡਅਪ ਕਰਨ ਦਾ ਫੈਸਲਾ ਹੋਇਆ। ਫੈਸਲਾ ਕਹੋ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਬਣੀ ਹੈ, ਜਿਹਦੇ ਲਈ ਉਹਨਾਂ ਨੇ 26-27 ਤਰੀਕ ਨੂੰ ਇੱਕ ਦਿੱਲੀ ਚਲੋ ਦਾ ਐਲਾਨ ਕੀਤਾ। ਹੁਣੇ ਮੈਂ ਇਸ ਮੀਟਿੰਗ ਤੋਂ ਪਹਿਲਾਂ ਇੱਕ ਆਲ ਇੰਡੀਆ ਦੀ ਮੀਟਿੰਗ ਸੀ ਜਿਹਦੇ ਵਿੱਚ ਉਹਦੀ ਨਿੱਟੀ ਗ੍ਰਿਟੀ ਤੈਅ ਕੀਤੀ ਗਈ। ਤੇ ਇਹ ਜਿਹੜਾ ਇੱਕ ਇਸ ਕਿਸਮ ਦਾ, ਮੈਂ ਭੀਮਿੰਦਰ ਜੀ ਇਹ ਕਹਿਣਾ ਚਾਹੁੰਦਾ ਇਹ ਕਿ ਅਗਰ ਇਹ ਕਿਸਾਨ ਸੰਘਰਸ਼ ਇੱਕ ਚੰਗਾ ਡੈਮੋਕ੍ਰੈਟਿਕ ਵੈਲਿਊਜ਼ ਨੂੰ ਇਸਟੈਬਲਿਸ਼ ਕਰਨ ਦੇ ਵਿੱਚ ਆਪਣੀ ਬੁਨਿਆਦੀ ਭੂਮਿਕਾ ਨਿਭਾ ਸਕਦਾ ਤਾਂ ਮੈਂ ਉਹਨੂੰ ਵੈਲਕਮ ਕਰੂੰਗਾ। ਜੇ ਇਕੱਲੇ ਕਿਸਾਨਾਂ ਦੇ ਅਸੀਂ MSP ਦਾ ਮਸਲਾ ਜੀ, ਇਹ ਮਸਲਾ ਜੀ, ਜੇ ਉਹਦੇ ਤੇ ਅਸੀਂ ਸੀਮਿਤ ਰਹਿ ਗਏ ਤਾਂ ਉਹ ਫਿਰ ਥੋੜ੍ਹੇ ਜਿਹੇ ਲੋਕਾਂ ਦਾ, ਥੋੜ੍ਹੇ ਜਿਹੇ ਕਿਸਾਨਾਂ ਦਾ ਮਸਲਾ ਬਣ ਕੇ ਰਹਿ ਜਾਊਗਾ, ਇਹ ਸਮਾਜ ਦਾ ਮਸਲਾ ਨਹੀਂ ਬਣਨਾ। ਅਸਲ 'ਚ ਆਈ ਵਿਸ਼ ਕਿ ਸਮਾਜ ਦਾ ਤੇ ਦੇਸ਼ ਦੇ ਲੋਕਾਂ ਦਾ ਮਸਲਾ ਬਣੇ। ਜੀ ਡਾਕਟਰ ਭੀਮਿੰਦਰ ਜੀ, ਜਸ਼ਨਪਾਲ ਹੋਰਾਂ ਨੇ ਬਹੁਤ ਵੱਡੀਆਂ ਗੱਲਾਂ ਕਲੀਅਰ ਕੀਤੀਆਂ ਨੇ। ਯਥਾਰਥਕ ਸਥਿਤੀ ਕੀ ਹੈ ਇਸ ਵੇਲੇ, ਕਿਉਂਕਿ ਇਹ ਲਗਾਤਾਰ ਜੁੜੇ ਹੋਏ ਨੇ, ਉਹਦੇ ਬਾਰੇ ਵੀ ਕਾਫੀ ਸਾਰੀਆਂ ਗੱਲਾਂ ਕੀਤੀਆਂ ਨੇ ਕਿ ਅਸੀਂ ਕਿੱਥੇ ਜੇ ਖੜੇ ਹਾਂ ਤੇ ਕਿਹੜੇ ਪਾਸੇ ਵਧਣਾ ਹੈ ਅਸੀਂ। ਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਕਿਸਾਨ ਸੰਘਰਸ਼ ਚੱਲਿਆ, ਇਸ ਨੇ ਸਾਡੇ ਕੋਈ ਸਮਾਜਿਕ ਸੱਭਿਆਚਾਰਕ ਪ੍ਰਭਾਵ ਕਿਹੋ ਜਿਹੇ ਪਾਏ ਨੇ ਸਾਡੇ ਸਮਾਜ ਦੇ ਉੱਤੇ? ਸਾਡੇ ਜਿਹੜੇ ਨੌਜਵਾਨਾਂ ਤੇ ਕੋਈ ਅਸਰ ਪਿਆ, ਸਾਡੇ ਕਲਚਰ ਤੇ ਕੋਈ ਅਸਰ ਪਿਆ, ਸਾਡੇ ਗੀਤਾਂ ਤੇ ਕੋਈ ਅਸਰ ਪਿਆ? ਤੁਹਾਨੂੰ ਕੀ ਲੱਗਦਾ ਕਿ ਸਮਾਜਿਕ ਸੱਭਿਆਚਾਰਕ ਪ੍ਰਭਾਵ ਤੁਹਾਨੂੰ ਕਿਹੋ ਜਿਹੇ ਦਿਖਾਈ ਦੇ ਰਹੇ ਨੇ? ਬੀਇੰਗ ਅ ਸਕਾਲਰ ਤੁਸੀਂ ਕੀ ਮਹਿਸੂਸ ਕਰਦੇ ਹੋ? ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਪਹਿਲਾਂ ਤਾਂ ਮੈਂ ਨਾ ਥੋੜਾ ਜਿਹਾ ਬੈਕਗ੍ਰਾਉਂਡ ਇਸ ਲਈ ਦੱਸਣਾ ਚਾਹੁੰਦਾ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਸੰਘਰਸ਼ ਹੈ ਇਹ ਲੋਕਾਂ ਦਾ ਬਣਨਾ ਚਾਹੀਦਾ, ਮੈਂ ਇੱਥੇ ਬਹੁਤ ਜ਼ੋਰ ਨਾਲ ਇਸ ਲਈ ਗੱਲ ਕਹਿਣੀ ਚਾਹੁੰਦਾ ਕਿ ਮੰਨ ਲਓ ਪੰਜਾਬ ਦੀ ਅਸੀਂ ਗੱਲ ਕਰੀਏ, ਪੰਜਾਬ ਦੇ ਵਿੱਚ ਦਲਿਤ ਭਾਈਚਾਰਾ ਜਿਹੜਾ ਹੈ ਕਿ ਲਗਭਗ 35% ਹੈ ਜੀ, ਔਰ ਬੜੇ ਲੰਮੇ ਸਮੇਂ ਤੋਂ ਉਹ ਮੋਦੀ ਦੇ ਖਿਲਾਫ, ਮੋਦੀ ਸਰਕਾਰ ਦੇ ਖਿਲਾਫ ਇੱਕ ਵੱਡੀ ਲੜਾਈ ਲੜ ਰਿਹਾ ਹੈ। ਇਸੇ ਤਰ੍ਹਾਂ ਸਾਡੀਆਂ ਘੱਟ ਗਿਣਤੀਆਂ ਨੇ, ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੇਂਦਰ ਸਰਕਾਰ ਦੇ ਖਿਲਾਫ ਬੜੀ ਵੱਡੀ ਲੜਾਈ ਲੜ ਰਹੀ ਹੈ। ਇਸੇ ਤਰ੍ਹਾਂ ਸਾਡੀਆਂ ਮੁਲਾਜ਼ਮ ਜਥੇਬੰਦੀਆਂ ਨੇ, ਉਹ ਲੰਬੀਆਂ ਲੜਾਈਆਂ ਲੜੀਆਂ ਨੇ ਉਹਨਾਂ ਨੇ ਵੀ। ਮੈਂ ਇਹ ਗੱਲਾਂ ਇਸ ਲਈ ਕਹਿਣਾ ਚਾਹੁੰਦਾ ਕਿ ਜੇ ਅਸੀਂ
ਇਹਨੂੰ ਕਿਸਾਨਾਂ ਨੂੰ ਬਣਾਈਏ, ਅਸੀਂ ਕਿਸਾਨ ਉਹਦਾ ਮੋਹਰੀ ਰੋਲ ਅਦਾ ਕਰਨ, ਕਿਸਾਨ ਲੀਡਰਸ਼ਿਪ। ਪਰ ਜੇ ਅਸੀਂ ਬਾਕੀ ਜਿਹੜੇ ਲੋਕ ਲੜ ਰਹੇ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਦੇ ਖਿਲਾਫ, ਤਾਂ ਉਹਨਾਂ ਨੂੰ ਵੀ ਜੇ ਅਸੀਂ ਮਿਲ ਕੇ ਨਾਲ ਲੈ ਕੇ ਚੱਲਾਂਗੇ ਤਾਂ ਲਾਜ਼ਮੀ ਤੌਰ ਤੇ ਇਹ ਜਿਹੜਾ ਸੰਘਰਸ਼ ਹੈ ਇਹਦੇ 'ਚ ਹੋਰ ਤਾਕਤ ਆਏਗੀ। ਹੋਰ ਇਹ ਇੱਕ ਵੱਡਾ ਸੰਘਰਸ਼, ਜਿਵੇਂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਉਹਦੀਆਂ ਸੰਭਾਵਨਾਵਾਂ ਪਈਆਂ ਨੇ, ਮੈਂ ਇਹ ਗੱਲ ਕਰ ਰਿਹਾ ਕਿ ਉਹਦੀਆਂ ਜੇ ਅਸੀਂ ਸੰਭਾਵਨਾਵਾਂ ਨੂੰ ਤਲਾਸ਼ਣ ਦੀ ਲੋੜ ਹੈ। ਹੁਣ ਜਿੱਥੋਂ ਤੱਕ ਤੁਹਾਡੇ ਜਿਹੜਾ ਨਵਾਂ ਸਵਾਲ ਹੈ ਉਹਦੀ ਗੱਲ ਹੈ, ਇਹ ਮੈਂ ਦੇਖ ਰਿਹਾ ਕਿ ਬਹੁਤ ਵੱਡੀਆਂ ਜਿਹੜੀਆਂ ਚੇਂਜਸ ਇਸ ਲਈ ਆ ਰਹੀਆਂ ਨੇ, ਖਾਸ ਤੌਰ ਤੇ ਨੌਜਵਾਨਾਂ ਦੀ ਜਿਹੜੀ ਸੋਚ ਦੇ ਵਿੱਚ, ਉਹ ਇਹ ਹੈ ਕਿ ਇੱਕ ਤਾਂ ਗਾਇਕੀ, ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਨੌਜਵਾਨ ਸੀਗੇ ਉਹ ਗਾਇਕ ਜਿਹੜੇ ਸੀਗੇ, ਖਾਸ ਤੌਰ ਤੇ ਸਾਡੇ ਕਲਾਕਾਰ ਭਰਾ ਨੇ, ਉਹ ਆਪਣੀ ਜਿਹੜੀ ਪੁਰਾਣੀ ਜਿਹੜੀ ਗਾਇਕੀ ਹੈ ਉਹਨੂੰ ਛੱਡ ਕੇ ਜਿਹੜੀ ਲੋਕ ਪੱਖੀ ਗਾਇਕੀ ਹੈ ਉਹਦੇ ਵੱਲ ਉਹਨਾਂ ਦਾ ਝੁਕਾਅ ਜ਼ਿਆਦਾ ਵੱਧ ਰਿਹਾ ਹੈ। ਬਹੁਤ ਸਾਰੇ ਜਿਹੜੇ ਸਾਡੇ ਨਵੇਂ ਸਿੰਗਰ ਨੇ, ਨਵੇਂ ਗੀਤਕਾਰ ਨੇ, ਉਹ ਜਦੋਂ ਆ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਸੰਤ ਰਾਮ ਉਦਾਸੀ ਨੂੰ ਗਾਇਆ ਜਾ ਰਿਹਾ ਹੈ, ਉਹਦੇ ਚ ਦਿਲ ਦੀਆਂ ਜਿਹੜੀਆਂ ਨੇ ਲਾਲ ਸਿੰਘ ਦਿਲ ਦੀਆਂ ਉਹਦੀਆਂ ਨਜ਼ਮਾਂ ਜਿਹੜੀਆਂ ਨੇ ਪੜ੍ਹੀਆਂ ਜਾ ਰਹੀਆਂ ਨੇ। ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਉਹ ਲੋਕ ਪੱਖੀ ਸ਼ਾਇਰੀ ਹੈ ਉਹਦੇ ਵੱਲ ਝੁਕਾਅ ਜਿਹੜਾ ਹੈਗਾ ਲੋਕਾਂ ਦਾ ਬਹੁਤ ਜ਼ਿਆਦਾ ਵੱਧ ਰਿਹਾ। ਇੱਕ ਪੋਜ਼ਿਟਿਵ ਗੱਲ ਹੈ, ਕਿਉਂਕਿ ਜਦੋਂ ਤੁਸੀਂ ਸਮਾਜ ਦੀ ਜੇ ਪਰਖ ਕਰਨੀ ਹੋਵੇ ਤਾਂ ਅਕਸਰ ਕਿਹਾ ਜਾਂਦਾ ਕਿ ਜਿਹੜੇ ਨੌਜਵਾਨਾਂ ਦੇ ਜ਼ੁਬਾਨ ਤੇ ਕਿੱਦਾਂ ਦੇ ਗੀਤ ਨੇ, ਉੱਥੋਂ ਤੁਹਾਨੂੰ ਉਸ ਖਿੱਤੇ ਦੇ ਭਵਿੱਖ ਦਾ ਜਿਹੜਾ ਹੈਗਾ ਪਤਾ ਲੱਗ ਜਾਂਦਾ ਹੈ। ਸੋ ਇਹ ਜਿਹੜੀ ਬਹੁਤ ਵੱਡੀ ਚੇਂਜ ਆਈ ਹੈ ਪੰਜਾਬੀ ਗਾਇਕੀ ਦੇ ਵਿੱਚ, ਇਹ ਮੈਂ ਇਹਨੂੰ ਬਹੁਤ ਪੋਜ਼ਿਟਿਵ ਲੈਣਾ। ਇਸੇ ਤਰ੍ਹਾਂ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ, ਉਹਨਾਂ ਨੇ ਜਿਵੇਂ ਕਿਸਾਨਾਂ ਦਾ ਸਾਥ ਦਿੱਤਾ ਹੈ ਔਰ ਇਹ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਰਹਿ ਕੇ ਲੜਨਾ ਹੈ, ਔਰ ਉਹ ਗਏ ਵੀ ਨੇ। ਔਰ ਖਾਸ ਤੌਰ ਤੇ ਲੇਖਕ ਨੇ, ਮੈਨੂੰ ਲੱਗਦਾ ਕਿ ਲੇਖਕ ਜਥੇਬੰਦੀਆਂ, ਔਰ ਤੁਸੀਂ ਵੀ ਪ੍ਰਗਤੀਸ਼ੀਲ ਲੇਖਕ ਸੰਘ ਹੈ, ਇਸ ਤਰ੍ਹਾਂ ਦੀ ਜਿਹੜੀ ਪੋਜ਼ਿਟਿਵਿਟੀ ਹੈ ਇਸ ਸੰਘਰਸ਼ ਦੀ ਦੇਣ ਹੈ ਕਿ ਜਿਹੜੇ ਅਸੀਂ ਕਹਿੰਦੇ ਸੀ ਕਿ ਦੇਹਵਾਦ ਦਾ ਦੌਰ ਚੱਲ ਰਿਹਾ ਹੈ, ਬਾਜ਼ਾਰਵਾਦ ਦਾ ਦੌਰ ਚੱਲ ਰਿਹਾ ਹੈ, ਹੋਰ ਜਿਹੜੀ ਹੈਗੀ ਲੱਚਰ ਗਾਇਕੀ ਦਾ ਜਿਹੜਾ ਦੌਰ ਆਮ ਚਲਾਇਆ ਜਾ ਰਿਹਾ ਸੀਗਾ, ਉਹਦੇ ਤੋਂ ਲੋਕ ਜਿਹੜੇ ਨੇ ਚੇਤਨ ਹੋਏ ਨੇ। ਔਰ ਜਿਹੜਾ ਸਾਡਾ ਇੱਕ ਵੱਡੀ ਗੱਲ ਇਹ ਵੀ ਹੋਈ ਹੈ ਕਿ ਸਾਡੀ ਜਿਹੜੀ ਕਿਸਾਨੀ ਸੀ, ਖਾਸ ਤੌਰ ਤੇ ਜਿਹੜੀ ਅਮੀਰ ਕਿਸਾਨੀ ਨੇ ਜਿੱਦਾਂ ਦਾ ਸੱਭਿਆਚਾਰ ਥੋਪਿਆ ਸੀਗਾ ਕਿ ਵਿਆਹਾਂ ਦੇ ਉੱਤੇ ਬਹੁਤ ਕਰੋੜਾਂ ਰੁਪਇਆ ਜਿਹੜਾ ਸੀਗਾ ਪੈਲਸਾਂ ਦੇ ਵਿੱਚ ਖਰਚਿਆ ਜਾਂਦਾ ਸੀਗਾ, ਉਹ ਬਹੁਤ ਘਟਿਆ ਹੈ। ਉਹਦੇ ਬਾਰੇ ਲੋਕ ਜਿਹੜੇ ਨੇ ਉਹ ਕੌਨਸ਼ੀਅਸ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਖਾਸ ਤੌਰ ਤੇ ਕਰੋਨਾ ਤੋਂ ਬਾਅਦ ਜਿਹੜਾ ਦੌਰ ਹੈ ਉਹਦੇ ਵਿੱਚ ਜਿਹੜੀਆਂ ਇਦਾਂ ਦੀਆਂ ਚੇਂਜਸ ਆਈਆਂ ਨੇ। ਇਸੇ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਫਿਲਹਾਲ ਇਹ ਜਿਹੜਾ ਸੰਘਰਸ਼ ਹੈ, ਇਹ ਇੱਕ ਛੋਟੀ ਤੇ ਮੱਧਲੀ ਕਿਸਾਨੀ ਦਾ ਸੰਘਰਸ਼ ਹੈ। ਇਹਦਾ ਦਾਇਰਾ ਜਿਹੜਾ ਹੈਗਾ, ਜਿਉਂ ਇਹ ਵਸੀ ਹੁੰਦਾ ਜਾਏਗਾ, ਜਿਉਂ ਹੋਰ ਇਹਦਾ ਦਾਇਰਾ ਜਿਹੜਾ ਹੈਗਾ ਵਧੇਗਾ, ਉਹਦੇ ਮੁਤਾਬਕ ਇਹ ਆਪਣੇ ਆਪ ਸਮਾਜ ਨੂੰ ਪ੍ਰਭਾਵਿਤ ਹੋਰ ਜ਼ਿਆਦਾ ਕਰੇਗੀ। ਮੈਨੂੰ ਯਾਦ ਆਉਂਦਾ ਹੈ ਕਿ ਜਿਹੜੀ ਪਿਛਲੇ 2 ਸਾਲ ਪਹਿਲਾਂ ਇੱਕ ਨਾ ਬੰਬੇ ਦੇ ਵਿੱਚ ਇੱਕ ਮਾਰਚ ਕੀਤਾ ਸੀਗਾ ਕਿਸਾਨਾਂ ਨੇ, ਬਹੁਤ ਵੱਡਾ, ਮਹਾਰਾਸ਼ਟਰ ਦੇ ਵਿੱਚ ਬਹੁਤ ਵੱਡਾ ਉਹ ਮਾਰਚ ਚੱਲਿਆ ਸੀਗਾ। ਔਰ ਉਸ ਮਾਰਚ ਨੇ ਵੀ ਕਿਸਾਨਾਂ ਨੂੰ ਮਤਲਬ ਜਿਹੜਾ ਹੈਗਾ ਪੂਰੀ ਦੁਨੀਆ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਸੀਗਾ। ਸੋ ਉਸ ਕਿਸਮ ਦਾ ਜੇ ਅਸੀਂ ਮਾਰਚ ਅਗਲੇ ਦਿਨਾਂ ਦੇ ਵਿੱਚ ਅਸੀਂ ਦੇਖਣ ਨੂੰ ਜੇ ਆਪਾਂ ਲਾਵਾਂਗੇ ਤਾਂ ਲਾਜ਼ਮੀ ਤੌਰ ਤੇ ਇਹਦਾ ਅਸਰ ਜਿਹੜਾ ਸੀਗਾ ਪੂਰੇ ਇੱਕ ਨੈਸ਼ਨਲ ਲੈਵਲ ਤੇ ਪਾਏਗਾ। ਸੋ ਮੈਂ ਇਹਨੂੰ ਕਾਹਲੀ ਨਹੀਂ ਕਰ ਰਿਹਾ ਕਿ ਇੱਕਦਮ ਹੀ ਕੋਈ ਚੇਂਜ ਆ ਜਾਏਗੀ, ਇੱਕਦਮ ਹੀ ਕੋਈ ਬਦਲਾਅ ਆ ਜਾਏਗਾ, ਪਰ ਇੱਕ ਸ਼ੁਰੂਆਤ ਜਿਹੜੀ ਹੋਈ ਹੈ, ਇੱਕ ਬਹੁਤ ਵਧੀਆ ਸ਼ੁਰੂਆਤ ਹੋਈ ਹੈ। ਇਹਨੇ ਸਾਡੇ ਸੱਭਿਆਚਾਰ ਦੇ ਉੱਤੇ, ਇਹਨੇ ਸਾਡੀ ਕਲਚਰ ਦੇ ਉੱਤੇ, ਸਾਡੇ ਗੀਤਕਾਰੀ ਦੇ ਉੱਤੇ, ਸਾਡੀ ਸੰਗੀਤਕਾਰੀ ਦੇ ਉੱਤੇ ਬਹੁਤ ਜਿਹੜੇ ਨੇ ਵੱਡੇ ਅਸਰ ਪਾਏ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਪੋਲੀਟੀਕਲ ਕੌਨਸ਼ੀਅਸਨੈਸ, ਪੋਲੀਟੀਕਲ ਚੇਤਨਾ ਜਿਹੜੀ ਹੈਗੀ ਹੈ ਉਹ ਜ਼ਿਆਦਾ ਵਧੇਗੀ ਲੋਕਾਂ ਦੇ ਵਿੱਚ, ਉਹਦੇ ਨਾਲ ਹੋਰ ਤਜਰਬੇ ਜਿਹੜੇ ਨੇ ਹੋਰ ਹੋਣਗੇ। ਔਰ ਪੰਜਾਬ ਜਿਹੜਾ ਹੈਗਾ ਇਸ ਵੇਲੇ ਵੱਡੇ ਸੰਕਟ ਦੇ ਵਿੱਚ ਘਿਰਿਆ ਹੋਇਆ। ਮੈਂ ਇਸ ਲਈ ਇਹ ਸੰਕਟ ਮੈਂ ਇਹਨੂੰ ਥੋੜਾ ਜਿਹਾ ਵਾਤਾਵਰਣ ਨਾਲ ਵੀ ਦੇਖਣਾ ਚਾਹਣਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜੋ ਪੰਜਾਬ ਦੇ ਵਾਤਾਵਰਣ ਦਾ ਸਤਿਆਨਾਸ਼ ਹੋਇਆ ਹੈ, ਔਰ ਉਹਦੇ ਵਿੱਚ ਕੈਂਸਰ ਟ੍ਰੇਨ ਜਿਹੜੀ ਹੈਗੀ ਉਹ ਚੱਲੀਆਂ ਨੇ ਸਾਡੀਆਂ, ਮਤਲਬ ਸਾਡਾ ਸਾਰਾ ਕੁਝ ਹੀ ਤਬਾਹ ਹੋ ਗਿਆ। ਗ੍ਰੀਨ ਰੈਵੋਲੂਸ਼ਨ ਨੇ ਪੰਜਾਬ ਦੀ ਜਵਾਨੀ, ਪਾਣੀ, ਕਿਸਾਨੀ, ਹਰ ਚੀਜ਼ ਦਾਅ ਤੇ ਲਾਤੀ ਸੀਗੀ। ਸੋ ਉਹਦੇ ਬਾਰੇ ਵੀ ਸਾਨੂੰ ਇਸ ਮੂਵਮੈਂਟ ਦੇ ਵਿੱਚ ਚੇਤਨਾ ਜਿਹੜੀ ਹੈਗੀ ਆ ਉਹ ਮਿਲਦੀ ਨਜ਼ਰ ਆ ਰਹੀ ਹੈ। ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਥ, ਕਿ ਸਾਡੀ ਇਸ ਪਵਨ ਨੂੰ ਬਚਾਉਣਾ,
ਪਾਣੀ ਨੂੰ ਬਚਾਉਣਾ ਔਰ ਸਾਡੇ ਵਾਤਾਵਰਣ ਨੂੰ ਬਚਾਉਣਾ, ਮੈਨੂੰ ਲੱਗਦਾ ਹੈ ਕਿ ਇਸ ਵੇਲੇ ਉਹ ਵੀ ਇੱਕ ਵੱਡੀ ਸਮੱਸਿਆ ਜਿਹੜੀ ਹੈਗੀ ਹੈ ਉਹ ਸਾਡੇ ਸਾਹਮਣੇ ਹੈ। ਉਹਦੇ ਬਾਰੇ ਵੀ ਇੱਕ ਚੇਤਨਾ ਪੈਦਾ ਹੋ ਰਹੀ ਹੈ ਔਰ ਉਹਦੇ ਬਾਰੇ ਵੀ ਸਾਨੂੰ ਜਿਹੜੀ ਹੈਗੀ ਗੱਲਬਾਤ ਕਰਨੀ ਚਾਹੀਦੀ ਹੈ। ਜੀ ਕੁਲਦੀਪ ਜੀ। ਡਾਕਟਰ ਦਰਸ਼ਨਪਾਲ ਜੀ, ਮੇਰੇ ਵੱਲੋਂ ਆਖਰੀ ਸਵਾਲ ਹੋਊਗਾ। ਇਸ ਤੋਂ ਬਾਅਦ ਕੁਝ ਸਵਾਲ ਆਪਾਂ ਸਾਡੇ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਉਹ ਵੀ ਕਰਨ, ਜੇ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਸਵਾਲ ਹੈਗੇ ਨੇ। ਤੇ ਮੈਂ ਤੁਹਾਨੂੰ ਇਹ ਸਵਾਲ ਇਹ ਕਰਨਾ ਚਾਹੁੰਦਾ ਕਿ ਮੰਨ ਲਓ ਕੱਲ ਨੂੰ ਸਾਡਾ ਪ੍ਰੈਸ਼ਰ ਬਣ ਜਾਂਦਾ ਹੈ, ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਦਾ ਪ੍ਰੈਸ਼ਰ ਬਣ ਜਾਂਦਾ ਹੈ, MSP ਦੀ ਗਰੰਟੀ ਹੋ ਜਾਂਦੀ ਹੈ, ਜਾਂ ਮੰਡੀ ਵਾਲਾ ਸਿਸਟਮ, ਜਿਹੜੇ ਮੌਜੂਦਾ ਮੰਗਾਂ ਨੇ ਹੱਲ ਹੋ ਜਾਂਦੀਆਂ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੰਘਰਸ਼ ਉੱਥੇ ਜਾ ਕੇ ਰੁਕ ਜਾਊਗਾ, ਜਾਂ ਤੁਹਾਡੀਆਂ ਭਵਿੱਖ ਦੀਆਂ ਕੀ ਵੱਡੀਆਂ ਰਣਨੀਤੀਆਂ ਨੇ? ਇਹਦੇ ਬਾਰੇ ਥੋੜਾ ਜਿਹਾ ਚਾਨਣਾ ਜ਼ਰੂਰ ਪਾਓ। ਉਸ ਤੋਂ ਬਾਅਦ ਆਪਾਂ ਕੁਝ ਸਵਾਲ ਦਰਸ਼ਕਾਂ ਤੋਂ ਲਵਾਂਗੇ। ਦੇਖੋ ਜੀ, ਇਹ ਮੈਂ ਤਾਂ ਪਹਿਲਾਂ ਆਪਣੀ ਗੱਲਬਾਤ 'ਚ ਬੜੀ ਕਲੀਅਰ ਗੱਲ ਰੱਖੀ ਹੈ ਇਹ ਕਿ ਇਸ ਸਿਸਟਮ ਦੇ ਅੰਦਰ ਕਿਸਾਨਾਂ ਦੇ ਬਹੁਤ ਸਾਰੇ ਮੁੱਦੇ ਹੱਲ ਹੋਣ ਵਾਲੇ ਨਹੀਂ ਹੈਗੇ। ਜੀ ਬਿਲਕੁਲ। ਮਤਲਬ ਕਿ ਕਿਸਾਨ ਕਰਜ਼ਈ ਨੇ। ਪੰਜਾਬ ਦਾ 90% ਕਿਸਾਨ ਪਰਿਵਾਰ ਨੇ ਜਿਹੜੇ ਕਰਜ਼ੇ 'ਚ ਨੇ। 1 ਲੱਖ ਕਰੋੜ ਤੋਂ ਉੱਪਰ ਕਰਜ਼ਾ ਕਿਸਾਨਾਂ 'ਤੇ। ਪ੍ਰਤੀ ਪਰਿਵਾਰ 10 ਲੱਖ ਰੁਪਇਆ ਕਰਜ਼ਾ ਐਵਰੇਜ ਹੈ ਇੱਕ ਫੈਮਿਲੀ 'ਤੇ। ਖੁਦਕਸ਼ੀਆਂ ਕਿਸਾਨ ਕਰ ਰਹੇ ਨੇ ਜੀ, ਪੂਰੇ ਦੇਸ਼ ਦੇ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ। ਸੋ ਐਗਰੀਕਲਚਰ ਜੋ ਹੈ, ਜੋ ਪੂਰਾ ਦੁਨੀਆ ਦਾ ਸਿਨਾਰੀਓ ਹੈ, ਉਸ ਸਿਨਾਰੀਓ ਦੇ ਅੰਦਰ ਇੰਡੀਆ ਵਰਗੀ ਐਗਰੀਰੀਅਨ ਸੁਸਾਇਟੀ ਜੋ ਹੈ ਉਹ ਕ੍ਰਾਈਸਿਸ 'ਚੋਂ ਨਹੀਂ ਨਿਕਲ ਸਕਦੀ। ਇਸ ਕਰਕੇ ਤੁਸੀਂ ਜਿਹੜੇ ਸਾਡੇ ਸੰਘਰਸ਼, ਅਗਰ ਕਿਸਾਨ ਜਥੇਬੰਦੀਆਂ, ਮੰਨ ਲਓ ਕੋਈ ਕਿਸਾਨ ਜਥੇਬੰਦੀ ਇੰਨੇ ਕੁ ਤੱਕ ਹੀ ਸੀਮਿਤ ਹੈ ਕਿ ਉਹਨੇ ਛੋਟੇ ਮੋਟੇ ਰਿਫਾਰਮਿਸਟ ਕੰਮ ਕਰੀ ਜਾਣੇ ਨੇ, ਉਹਦੇ ਲਈ ਸਾਰੇ ਕੰਮ ਹੋ ਜਾਂਦੇ ਨੇ, ਉਹਦੇ ਲਈ ਕੋਈ ਦਿੱਕਤ ਨਹੀਂ ਹੈ। ਅਗਰ ਕਿਸਾਨ ਜਥੇਬੰਦੀਆਂ ਸੱਚੀ ਮੁੱਚੀ ਕਿਸਾਨੀ ਦੀ ਪੀੜ ਨੂੰ ਸਮਝਦੇ ਹੋਏ, ਕਿਸਾਨੀ ਨੂੰ ਪੂਰੇ ਇਸ ਸਮਾਜ ਦੇ ਅੰਦਰ ਇੱਕ ਅਣਖ ਵਾਲਾ, ਇੱਕ ਕਹਿ ਲਓ ਵੀ ਵਿਕਸਿਤ ਸਮਾਜ 'ਚ ਜਿਹੋ ਜਿਹੇ ਲੋਕ ਹੁੰਦੇ ਨੇ ਉਹੋ ਜਿਹਾ ਰੁਤਬਾ ਦਿਵਾਉਣਾ ਨਹੀਂ ਚਾਹੁੰਦੇ ਨੇ, ਤਾਂ ਉਹ ਕਿਸਾਨ ਜਥੇਬੰਦੀਆਂ ਦਾ ਕੰਮ ਮਤਲਬ ਕਿ ਨਹੀਂ ਇੱਥੇ ਖਤਮ ਹੋ ਜਾਂਦਾ ਕਿ ਠੀਕ ਹੈ ਇੱਕ ਅੱਧੀ ਮੰਗ ਸਾਡੀ ਮੰਨੀ ਗਈ। ਜਿਹੜੀਆਂ ਮੰਗਾਂ, ਹਾਲਾਂਕਿ ਮੈਂ ਡਾਕਟਰ ਕੁਲਦੀਪ ਜੀ ਇਹ ਸਮਝਦਾ ਹੈ ਕਿ ਅਸੀਂ ਜੋ ਮੁੱਦੇ ਲੈ ਕੇ ਚੱਲੇ ਹਾਂ ਉਹ ਵੀ ਉਹਨਾਂ ਨੂੰ ਸੁਣਨ ਲਈ ਵੀ ਤਿਆਰ ਨਹੀਂ ਹੈਗਾ ਕੇਂਦਰ। ਬਿਲਕੁਲ। ਬਾਕੀ ਹੱਲ ਦੀ ਤਾਂ ਗੱਲ ਛੱਡੋ, ਹਲੇ ਸੁਣਨ ਲਈ ਵੀ। ਉਦਾਹਰਣ ਦੇ ਤੌਰ 'ਤੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ। ਪਿਛਲੇ ਦਿਨ ਤੁਸੀਂ ਪੜ੍ਹਿਆ ਹੋਊਗਾ ਕਿ RBI ਨੇ ਕੁਛ ਬਲਕਿ ਕਰਜ਼ੇ ਦੇ ਉੱਪਰ ਵਿਆਜ ਨੂੰ ਲੋਕਾਂ ਨੇ ਇਹਨੂੰ ਕੰਸੀਡਰ ਕੀਤਾ, ਮਾਫ ਕੀਤਾ। ਬਟ ਉਹਨਾਂ ਨੇ ਕਹਿਤਾ ਐਗਰੀਕਲਚਰ ਸੈਕਟਰ 'ਚ ਮਾਫ ਨਹੀਂ ਹੋਊਗਾ। ਇੱਕ ਗੱਲ। ਦੂਜੀ ਗੱਲ ਇਹ ਹੈ ਵੀ ਜਦੋਂ ਅਸਲ 'ਚ ਦੇਖੋ, ਇਹ ਬੜੀ ਤੁਹਾਨੂੰ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਸਿਸਟਮ ਨੂੰ ਚਲਾਉਣ ਵਾਲੇ ਜਿਹੜੇ ਲੋਕ ਨੇ, ਉਹ ਚਾਹੇ ਕਾਰਪੋਰੇਟਸ ਨੇ, ਬਿਊਰੋਕਰੇਟਸ ਨੇ, ਜਾਂ ਸਰਵਿਸ ਸੈਕਟਰ ਤੇ ਸੈਕੰਡਰੀ ਟਰਸ਼ਰੀ ਸੈਕਟਰ ਹੈ ਜਿਹੜਾ, ਇੰਡਸਟਰੀ ਐਂਡ ਸਰਵਿਸ ਸੈਕਟਰ ਹੈ ਜਿਹੜਾ, ਮਤਲਬ ਕਿ ਐਗਰੀਕਲਚਰ ਗਰੋ ਹੀ ਅਸਲ 'ਚ ਉਹਨਾਂ ਐਗਰੀਕਲਚਰ ਦੇ ਆਧਾਰ ਦੇ ਉੱਤੇ ਹੀ ਉਹਨਾਂ ਦੀ ਗਰੋਥ ਹੁੰਦੀ ਹੋਈ ਹੈ ਪਹਿਲਾਂ ਤੋਂ। ਸੋ ਇਸ ਲਈ ਇਸ ਤੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਵਰਗੇ ਮੁਲਕ ਦੇ ਅੰਦਰ ਐਗਰੀਕਲਚਰ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਕਿਸੇ ਸੈਕੰਡਰੀ ਟਰਸ਼ਰੀ ਸੈਕਟਰ 'ਚ ਲੈ ਜਾਈਏ, ਇਹ ਵੀ ਸੰਭਵ ਨਹੀਂ ਹੈ। ਮਤਲਬ ਕਿ ਜੋ ਯੂਰਪ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਵੇਲੇ ਹੋਇਆ ਸੀ, ਉਹਦੇ 'ਚ ਕੀ ਸੀ ਵੀ ਕਿਸਾਨਾਂ ਨੂੰ ਕੱਢ ਕੇ ਮਜ਼ਦੂਰ ਬਣਾ ਕੇ ਜਾਂ ਸਰਵਿਸ ਸੈਕਟਰ 'ਚ ਲੈ ਗਏ। ਉਹ ਸੰਭਵ ਨਹੀਂ ਹੈ ਹੁਣ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਲੋਕਾਂ ਨੇ ਇੱਥੇ ਉਹ ਕਿਤਾਬ ਪੜ੍ਹੀ ਹੋਵੇ ਹਰਾਰੀ ਵਾਲੀ, ਤੇ ਉਹਦੇ 'ਚ ਤੁਸੀਂ ਇਹ ਦੇਖੋ ਵੀ ਮਤਲਬ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਹੈ ਉਹੀ ਮਨੁੱਖਾਂ ਦਾ ਕੰਮ ਕਰ ਰਹੀ ਹੈ। ਮਨੁੱਖ ਉੱਥੇ ਲੋੜ ਹੀ ਨਹੀਂ ਮਨੁੱਖਾਂ ਦੀ, ਨਾ ਕੰਪਿਊਟਰ ਕੰਮ ਕਰ ਰਹੇ ਨੇ। ਸੋ ਜਦੋਂ ਇਹੋ ਜਿਹੀ ਹਾਲਤ ਹੈ ਤਾਂ ਉਹ ਖੇਤੀ 'ਚੋਂ ਕੱਢ ਕੇ ਬੰਦੇ ਕਿਵੇਂ ਲੈ ਜਾਣਗੇ ਅੱਜ ਇੰਡਸਟਰੀ ਦੇ ਉੱਤੇ? ਉਹਦੇ 'ਚ ਇੱਥੇ ਦਾ ਮਤਲਬ ਕਿ ਜਿਹੜਾ ਟਰਸ਼ਰੀ ਸੈਕਟਰ ਹੈ ਉਹਦੇ ਵਿੱਚੋਂ ਲੋਕ ਵਿਹਲੇ ਹੋ ਰਹੇ ਨੇ। ਆਹ ਕਰੋਨਾ 'ਚ ਹੀ ਹੁਣ ਤੁਸੀਂ ਦੇਖਿਆ, ਕਰੋਨਾ ਦੇ ਵਿੱਚ ਹੀ ਤੁਸੀਂ ਦੇਖਿਆ ਵੀ ਟੀਚਰ ਜਿਹੜੇ ਸਕੂਲ ਨੇ, ਉਹ ਸਕੂਲਾਂ ਨੂੰ ਕੰਪਿਊਟਰਾਂ 'ਤੇ ਮੋਬਾਈਲ ਫੋਨਾਂ 'ਤੇ ਪੜ੍ਹਾਉਣ ਲੱਗ ਗਏ ਟੀਚਰ ਨੇ ਜਿਹੜੇ। ਮਤਲਬ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹਨੂੰ ਤੁਸੀਂ ਦੇਖੋਗੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਪਲੱਸ ਉਹਦੀ ਫਿਜ਼ੀਕਲ ਲੇਬਰ ਹੈ ਜਿਹੜੀ, ਦੋਨਾਂ ਨੂੰ ਜੋੜ ਕੇ ਮਸ਼ੀਨ ਆ ਜਿਹੜੀ ਆਪਣੀ ਉਹਦੀ ਜਗ੍ਹਾ 'ਤੇ ਲੈ ਰਹੀ ਹੈ। ਜਦੋਂ ਇਹ ਲੈ ਰਹੀ, ਜਿਵੇਂ ਮੰਨ ਲਓ ਮੈਂ ਕਈ ਵਾਰੀ ਕਿਸਾਨਾਂ ਨੂੰ ਕਹਿੰਦਾ ਹੁੰਦਾ ਵੀ ਭਰਾਵੋ ਇਹ ਦੱਸੋ ਵੀ ਇੱਕ ਦਿਨ ਤੁਹਾਡਾ ਫਾਰਮ ਹੈ, ਉਸ ਫਾਰਮ 'ਚ ਇੱਕ ਟਰੈਕਟਰ ਆ ਗਿਆ, ਟਰੈਕਟਰ ਦੇ ਉੱਤੇ ਕੰਪਿਊਟਰ ਲੱਗਿਆ ਹੋਇਆ, ਤੇ ਡਰਾਈਵਰ ਦੀ ਵੀ ਲੋੜ ਨਹੀਂ,
ਉਹ ਸਾਰਾ ਕੁਝ ਉੱਥੇ ਵਾਹੀ ਜਾ ਰਿਹਾ, ਉਹਨੂੰ ਪਤਾ ਕਿਵੇਂ ਵਾਹੁਣਾ, ਉੱਥੇ ਬੰਦੇ ਦੀ ਵੀ ਲੋੜ ਨਹੀਂ ਹੈ। ਬਿਲਕੁਲ ਇੱਕ ਸਪਰੇਅਰ ਐਸਾ, ਸਪਰੇਅ ਕਰਨ ਵਾਲਾ ਪੰਪ ਐਸਾ ਆ ਗਿਆ ਜਿਹਨੇ ਰੋਬੋਟ ਹੈ, ਉਹਨੂੰ ਤੁਸੀਂ ਫੀਡ ਕਰਕੇ ਭੇਜਤਾ ਵੀ ਇੰਨੇ ਗੇੜੇ ਲਾਇਆ ਤੂੰ, ਉਹ ਫੀਲਡ 'ਚ ਇੰਨੇ ਗੇੜੇ ਲਾਈ ਜਾ ਰਿਹਾ। ਮਤਲਬ ਇਹ ਮਨੁੱਖ ਹੈ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਕਰਕੇ ਵੀ, ਮੈਕਨਾਈਜੇਸ਼ਨ ਕਰਕੇ ਵੀ ਖੇਤੀ 'ਚੋਂ ਵਿਹਲਾ ਹੋ ਰਿਹਾ, ਉਹਦੀ ਕਿਤੇ ਹੋਰ ਉਹ ਨਹੀਂ ਐਡਜਸਟਮੈਂਟ ਨਹੀਂ ਹੋ ਰਹੀ। ਬਿਲਕੁਲ। ਤਾਂ ਇਸ ਸਿਸਟਮ ਦੇ ਅੰਦਰ ਕਿਸਾਨੀ ਦੇ ਸੰਕਟ ਦਾ ਹੱਲ ਕਰਨਾ ਬਹੁਤ ਔਖਾ ਹੈ। ਮਤਲਬ ਕਿ ਇਹ ਇੱਕ ਨੈਰੇਟਿਵ ਦਾ ਪੂਰਾ ਬਦਲ ਚਾਹੁੰਦਾ ਹੈ ਅਸਲ 'ਚ। ਬਹੁਤ ਵੱਡੀ ਗੱਲ। ਇਹਨੂੰ ਅਸੀਂ ਇਹ ਕਹੀਏ ਵੀ ਕੋਈ ਐਮਐਸਪੀ ਮਿਲ ਜੂਗਾ ਜਾਂ ਕੋਈ ਹੋਰ ਹੋ ਜੂਗਾ, ਉਹਦੇ ਨਾਲ ਹੱਲ ਹੋ ਜੂਗਾ। ਅੱਜ ਜਿਹੜੇ ਬੱਚੇ ਭੱਜ ਕੇ ਬਾਹਰਲੇ ਮੁਲਕਾਂ ਜਾ ਰਹੇ, ਐਵੇਂ ਨਹੀਂ ਜਾ ਰਹੇ ਉਹ, ਉਹਨਾਂ ਨੂੰ ਇੱਥੇ ਨਹੀਂ ਹੈ ਕੰਮ ਵਿਚਾਰਿਆਂ ਨੂੰ। ਸੋ ਇਹ ਜਿਹੜਾ ਪੂਰਾ ਸਿਸਟਮ ਹੈ, ਅਸਲ ਸਿਸਟਮ ਇੱਕ ਵੱਡੀ ਕ੍ਰਾਈਸਿਸ ਵੱਲ ਵੱਧ ਰਿਹਾ ਹੈ। ਉਸ ਕ੍ਰਾਈਸਿਸ ਦੇ ਵਿੱਚ ਸਾਡੀ ਜਿਹੜੀ ਮਤਲਬ ਕਿ ਜਥੇਬੰਦੀਆਂ ਨੇ, ਉਹਨਾਂ ਨੂੰ ਇਹ ਕਹਿ ਕੇ ਵੀ ਅਸੀਂ ਕਿਸਾਨ ਜਥੇਬੰਦੀ ਜੀ ਹੁਣ ਆਹ ਮਸਲੇ ਦੇ ਉੱਤੇ ਅਮਰਿੰਦਰ ਸਿੰਘ ਆਹ ਕਰਜ਼ਾ ਕਿਉਂ ਨਹੀਂ ਮਾਫ ਕਰਦਾ, ਮੋਦੀ ਆਹ ਕਿਉਂ ਨਹੀਂ ਕਰਦਾ, ਇੰਨੇ ਨਾਲ ਨਹੀਂ ਸਰਨਾ ਹੈਗਾ। ਵੀ ਹੈਵ ਟੂ ਕਮ ਵਿਦ ਬੇਸਿਕਲੀ ਇੱਕ ਐਸਾ ਅਲਟਰਨੇਟਿਵ ਹੋਵੇ ਜਿਹਦੇ ਵਿੱਚ ਐਗਰੀਕਲਚਰ ਵੀ ਗਰੋ ਕਰੇ, ਜਿਹਦੇ ਵਿੱਚ ਐਗਰੀਕਲਚਰ ਗਰੋ ਕਰਨ ਦੇ ਨਾਲ ਐਟਲੀਸਟ ਐਗਰੀਕਲਚਰ ਨਾਲ ਜੁੜੇ ਹੋਏ ਜਿਹੜੇ ਮਨੁੱਖ ਤੇ ਉਹਨਾਂ ਦੇ ਹੋਰ ਜਿਹੜੇ ਲੋਕ ਨੇ, ਉਹਨਾਂ ਨੂੰ ਕੋਈ ਐਟਲੀਸਟ ਸੋਸ਼ਲੀ ਰੈਲੀਵੈਂਸ ਤਾਂ ਲੱਗੇ ਨਾ ਆਪਣੀ, ਵੀ ਅਸੀਂ ਸੋਸ਼ਲੀ ਰੈਲੀਵੈਂਟ ਆ ਕੋਈ। ਡਾਕਟਰ ਕੁਲਦੀਪ ਸਿੰਘ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮਨੁੱਖ ਹੈ ਜਿਹੜਾ, ਮਨੁੱਖ ਨੂੰ ਜਦੋਂ ਤੱਕ ਸੋਸ਼ਲੀ ਰੈਲੀਵੈਂਸੀ ਜੇ ਉਹਦੀ ਖਤਮ ਹੋ ਜੇ ਨਾ, ਉਹਨੂੰ ਐਂ ਲੱਗੇ ਕਿ ਮੇਰੀ ਕੋਈ ਰੈਲੀਵੈਂਸੀ ਨਹੀਂ ਹੈ, ਤਾਂ ਉਹ ਇੱਕ ਐਸੀ ਪੋਜੀਸ਼ਨ 'ਚ ਚਲੇ ਜਾਂਦਾ ਜਿਹਦੇ 'ਚ ਉਹਨੂੰ ਇਹ ਲੱਗਦਾ ਨਥਿੰਗਨੈਸ ਦੀ ਪੋਜੀਸ਼ਨ ਚਲੇ ਜਾਂਦਾ। ਔਰ ਨਥਿੰਗਨੈਸ ਦੀ ਪੋਜੀਸ਼ਨ ਮਨੁੱਖ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ ਹੈ। ਬਿਲਕੁਲ ਬਿਲਕੁਲ। ਜਿਹਨੂੰ ਪਾਸ਼ਕਰ ਕਹਿੰਦਾ ਕਿ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ਸੋ ਇਹ ਜਿਹੜੀ ਪੋਜੀਸ਼ਨ ਹੈ, ਇਹ ਅਸਲ 'ਚ ਸਮਾਜ ਦੇ ਅੰਦਰ ਬਣੀ ਹੋਈ ਹੈ। ਔਰ ਇਹ ਜਿਹੜੀ ਬਣੀ ਹੋਈ ਹੈ, ਇਹਦੇ 'ਚ ਜਿਹੜਾ ਇੰਪੀਰੀਅਲਿਜ਼ਮ ਜਾਂ ਕੈਪੀਟਲਿਜ਼ਮ ਹੈ, ਉਹ ਬੜੀ ਚੰਗੀ ਤਰ੍ਹਾਂ ਗਰੋ ਕਰ ਰਿਹਾ ਇਸ ਚੀਜ਼ ਤੇ ਉਹਨਾਂ ਨੂੰ ਅਸਲ 'ਚ ਬਲਕਿ ਕਿਸੇ ਸੱਭਿਅਤਾ ਦੀ, ਕਿਸੇ ਸੱਭਿਆਚਾਰ ਦੀ, ਕਿਸੇ ਲੋਕਾਂ ਦੇ ਬਲਕਿ ਜਿਉਂਦੇ ਰਹਿਣ ਦੀ, ਕਿਸੇ ਲੋਕਾਂ ਦੇ ਇੰਜੋਏ ਕਰਨ ਦੀ ਕੋਈ ਪਰਵਾਹ ਨਹੀਂ ਹੈ। ਸੋ ਉਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਹਾਡੀ ਗੱਲ ਕਿ ਅਸੀਂ ਅਸਲ 'ਚ ਇਹਨਾਂ ਚੀਜ਼ਾਂ ਤੇ ਲੜ ਰਹੇ ਹਾਂ। ਇਹਨਾਂ ਚੀਜ਼ਾਂ ਦੀ ਲੜਾਈ ਦੇ ਨਾਲ ਜਦ ਤੱਕ ਮੇਰਾ ਬੱਚਾ, ਮੇਰੀ ਬੇਟੀ, ਮੇਰਾ ਪੋਤਾ, ਮੇਰੀ ਪੋਤੀ ਉਹ ਇੱਕ ਮਾਨਸਿਕ ਤੌਰ ਤੇ ਵਧੀਆ ਜ਼ਿੰਦਗੀ ਨਹੀਂ ਜਿਉਂਦੇ, ਮੈਂ ਵੀ ਮਾਨਸਿਕ ਤੌਰ ਤੇ ਵਧੀਆ ਜ਼ਿੰਦਗੀ ਨਹੀਂ ਜਿਉਂਦਾ, ਤੇ ਜੇ ਮੈਂ ਇੱਕ ਮਸ਼ੀਨ ਦੀ ਤਰ੍ਹਾਂ ਜਿਉਣਾ, ਜੇ ਮੈਂ ਇੱਕ ਪਸ਼ੂ ਦੀ ਤਰ੍ਹਾਂ ਹੀ ਜਿਉਣਾ, ਤਾਂ ਮੈਨੂੰ ਲੱਗਦਾ ਉਹ ਮਨੁੱਖਤਾ ਵਾਲੀ ਜ਼ਿੰਦਗੀ ਜਿਹੜੀ ਉਹ ਕਿਸੇ ਕੰਮ ਨਹੀਂ ਹੈਗੀ। ਅਸਲ 'ਚ ਸਾਡੇ ਲੋਕਾਂ ਨੂੰ ਇਹਦੇ ਤੇ ਵੱਧ ਸੋਚਣਾ ਚਾਹੀਦਾ ਕਿ ਖੇਤਾਂ 'ਚ ਕੰਮ ਕਰਨ ਵਾਲਾ ਕਿਸਾਨ, ਫੈਕਟਰੀ 'ਚ ਕੰਮ ਕਰਨ ਵਾਲਾ ਮਜ਼ਦੂਰ, ਯੂਨੀਵਰਸਿਟੀ 'ਚ ਪੜ੍ਹਾਉਣ ਵਾਲਾ ਪ੍ਰੋਫੈਸਰ, ਜਾਂ ਕੋਈ ਦੁਕਾਨ 'ਤੇ ਖੜਾ ਹੋਇਆ ਬੰਦਾ ਇੱਕ ਮਨੁੱਖ ਦੇ ਤੌਰ 'ਤੇ ਕਿਵੇਂ ਜੀਵੇ, ਮਨੁੱਖ ਦੇ ਤੌਰ 'ਤੇ ਕਿਵੇਂ ਉਹਦੀਆਂ ਜਿਹੜੀਆਂ ਇੱਛਾਵਾਂ, ਉਹਦੀਆਂ ਜਿਹੜੀਆਂ ਮਤਲਬ ਕਿ ਜਿਹਨੂੰ ਕਹਿੰਦੇ ਹਾਇਰ ਫੰਕਸ਼ਨ, ਜਿਹਨੂੰ ਅਸੀਂ ਡਾਕਟਰੀ 'ਚ ਕਹਿੰਦੇ ਹਾਂ, ਉਹ ਕਿਵੇਂ ਅਸਲ 'ਚ ਉਹਦੇ 'ਚ ਰੈਲਿਸ਼ ਕਰੇ, ਇੰਜੋਏ ਕਰੇ, ਆਈਡੈਂਟੀਫਾਈ ਕਰੇ ਆਪਣੇ ਆਪ ਨੂੰ। ਅਗਰ ਉਹ ਨਹੀਂ ਹੈ ਤਾਂ ਮੈਨੂੰ ਲੱਗਦਾ ਕਿ ਮਨੁੱਖ ਹੈ ਜਿਹੜਾ, ਉਹ ਅਸੀਂ ਕਿੰਨਾ ਮਰਜ਼ੀ ਲੜੀ ਜਾਈਏ, ਅਗਰ ਅਸੀਂ ਉਹ ਨਹੀਂ ਪ੍ਰੋਵਾਈਡ ਕਰ ਸਕਦੇ ਜਾਂ ਉਹ ਬਦਲ ਨਹੀਂ ਅਸੀਂ ਚਾਹੁੰਦੇ, ਤਾਂ ਉਹ ਰੋਟੀ ਖਾਣ ਲਈ, ਦੇਖੋ ਰੋਟੀ ਖਾਣ ਲਈ ਤਾਂ ਪਸ਼ੂ ਵੀ ਖਾਂਦੇ ਨੇ। ਜੀ ਜੀ ਜੀ। ਬਲਕਿ ਇੱਕ ਬੌਧਿਕਤਾ ਦੇ ਤੌਰ ਤੇ ਗਿਆਨ ਪ੍ਰਾਪਤ ਮਨੁੱਖ ਹੈ ਜਿਹੜਾ, ਉਹ ਵੀ ਕਿਸੇ ਵੇਲੇ ਵੈਕਿਊਮ ਚਲੇ ਜਾਂਦਾ ਜੇ ਉਹਨੂੰ ਨਹੀਂ ਲੱਗਦਾ ਕਿ ਮੈਂ ਸੋਸ਼ਲੀ ਰੈਲੀਵੈਂਟ ਹੈ। ਜਾਣੀ ਇਹ ਇੱਕ ਮਨੁੱਖ ਹੋਣਾ ਤੇ ਸੋਸ਼ਲੀ ਰੈਲੀਵੈਂਟ ਹੋਣਾ ਦੋਨੋਂ ਇੱਕ ਮਨੁੱਖ ਦਾ ਐਸੈਂਸ਼ੀਅਲ ਪਾਰਟ ਨੇ। ਸੋ ਇਸ ਪ੍ਰਸੰਗ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਨੂੰ ਅਸਲ 'ਚ ਆਪਣੇ ਇਸ ਜੋ ਨੈਰੇਟਿਵ ਉਸਾਰ ਰਹੇ ਨੇ ਇਸ ਵੇਲੇ ਸਾਡੇ ਹਾਕਮ ਨੇ ਜਿਹੜੇ, ਉਹਨੂੰ ਚੈਲੰਜ ਕਰਨਾ ਬਹੁਤ ਜ਼ਰੂਰੀ ਹੈ। ਤੇ ਉਹ ਮਤਲਬ ਕਿ ਉਸ ਕਿਸਮ ਦੇ ਸਿਸਟਮ ਦੀ ਜਿਹਦੇ ਵਿੱਚ ਮਨੁੱਖ ਆਪਣੇ ਆਪ ਨੂੰ ਮਨੁੱਖ ਦੇ ਤੌਰ 'ਤੇ ਜੀ ਸਕੇ, ਇੱਕ ਦੂਸਰੇ ਨੂੰ ਸਮਝ ਸਕੇ, ਇੱਕ ਦੂਸਰੇ ਦੀ ਪਹਿਚਾਣ ਕਰ ਸਕੇ, ਇੱਕ ਦੂਸਰੇ ਦੀ ਕਦਰ ਕਰ ਸਕੇ, ਅਗਰ ਉਹ ਨਹੀਂ ਹੈ ਤਾਂ ਮੈਨੂੰ ਲੱਗਦਾ, ਵੈਸੇ ਤਾਂ ਮਨੁੱਖ ਨੇ ਜਿਉਣਾ ਤਾਂ ਉਹੀ 70-80 ਸਾਲ ਹੈ, ਉਸ ਤੋਂ ਵੱਧ ਤਾਂ ਜਿਉਣਾ ਨਹੀਂ। ਤੇ ਜੇ ਮੈਂ ਇਹਦੀ ਰਿਐਲਿਟੀ ਨੂੰ ਸਮਝ ਕੇ ਹੋਏ ਆਪਣੇ ਬੱਚੇ ਜਾਂ ਆਪਣੇ ਆਉਣ ਵਾਲੇ ਬੱਚਿਆਂ ਦੇ ਉਹਦੇ ਵਾਸਤੇ ਉਹੋ ਜਿਹਾ ਕੁਛ ਨਹੀਂ ਸਿਰਜਣ ਦੀ ਕੋਸ਼ਿਸ਼ ਕਰਦਾ, ਤੇ ਮੈਨੂੰ ਇਹ ਲੱਗਦਾ ਵੀ ਇਹ ਜ਼ਿੰਦਗੀ ਮੈਂ ਜੀਈ ਹੈ, ਇਸ ਜ਼ਿੰਦਗੀ ਦੇ ਵਿੱਚ ਇਹਦੇ ਨਾਲ ਥੋੜ੍ਹਾ ਮਰਨਾ ਚੰਗਾ। ਜੇ ਮੈਨੂੰ ਇਹ ਲੱਗਦਾ ਤਾਂ ਆਉਣ ਵਾਲਿਆਂ ਨੂੰ ਤਾਂ ਹੋਰ ਵੀ ਮਤਲਬ ਕਿ ਇੱਕ ਤਰ੍ਹਾਂ ਦਾ ਚੈਲੰਜ ਹੋਊਗਾ ਮੇਰੇ ਸਾਹਮਣੇ। ਸੋ ਇਸ ਪ੍ਰਸੰਗ ਦੇ ਤਾਂ ਮੈਂ ਇੰਨਾ ਹੀ ਕਹਿਣਾ ਚਾਹੁੰਦਾ। ਪਲੀਜ਼। ਬਿਲਕੁਲ ਡਾਕਟਰ ਦਰਸ਼ਨਪਾਲ ਹੋਰਾਂ ਨੇ ਬਿਲਕੁਲ ਠੀਕ ਫਰਮਾਇਆ ਕਿ ਇੱਕ ਤਤਕਾਲ ਦੇ ਮੁੱਦੇ ਹੁੰਦੇ ਨੇ, ਉਹ ਤਤਕਾਲ ਦੀ ਲੜਾਈ ਲੜੀ ਜਾ ਰਹੀ ਹੈ। ਬਿਲਕੁਲ ਉਹਦੇ ਵਿੱਚ ਕੁਝ ਚੀਜ਼ਾਂ ਸਾਨੂੰ ਸਾਹਮਣੇ ਦਿਖਾਈ ਦਿੰਦੀਆਂ ਨੇ,
ਪਰ ਬੇਸਿਕਲੀ ਇੱਕ ਬਹੁਤ ਵੱਡਾ ਸੰਘਰਸ਼ ਹੈ। ਜਦੋਂ ਅਸੀਂ ਇਹਨੂੰ ਆਵਾਮ ਦਾ ਸੰਘਰਸ਼ ਬਣਾਉਣਾ ਚਾਹੁੰਦੇ ਹਾਂ ਤਾਂ ਆਵਾਮ ਦੇ ਮੁੱਦਿਆਂ ਦੇ ਨਾਲ ਜੁੜਨਾ ਪਊਗਾ ਸਾਨੂੰ। ਇਹ ਇੱਕ ਬਹੁਤ ਵੱਡੀ ਗੱਲ ਹੈ ਤੇ ਆਵਾਮ ਦੇ ਮੁੱਦੇ ਇਕੱਲੇ ਸਿਰਫ MSP ਨਾਲ ਜਾਂ ਇਕੱਲੇ 3 ਕਾਨੂੰਨਾਂ ਦੇ ਖਤਮ ਹੋਣ ਨਾਲ ਨਹੀਂ ਮੁੱਕਦੇ ਹੈਗੇ। ਆਵਾਮ ਦੇ ਮੁੱਦਿਆਂ ਨੂੰ ਐਡਰੈਸ ਹੋਣਾ ਇਹ ਸਾਡੇ ਵਾਸਤੇ ਵੱਡਾ ਚਿੰਤਨ ਹੈ ਅੱਜ ਦੇ ਦੌਰ ਦਾ, ਜਿਹਦੇ ਸੰਕੇਤ ਅੱਜ ਦੀ ਗੱਲ ਦੇ ਵਿੱਚੋਂ ਨਿਕਲ ਰਹੇ ਨੇ। ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਦਰਸ਼ਕਾਂ ਨੂੰ ਕਿ ਤੁਸੀਂ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗੇ ਨੇ, ਸਾਡੇ ਦੋਨੇ ਚਿੰਤਕ ਸਾਡੇ ਨਾਲ ਨੇ, ਤੁਸੀਂ ਕੋਈ ਸਵਾਲ ਇਹਨਾਂ ਨੂੰ ਕਰ ਸਕਦੇ ਹੋ ਤੇ ਅਸੀਂ ਜਿਹੜੇ ਵੀ ਸਵਾਲ ਹੋਣਗੇ 1 2 3 ਉਹਨਾਂ ਦੇ ਇਕੱਠੇ ਜਵਾਬ ਸਾਡੇ ਚਿੰਤਕਾਂ ਤੋਂ ਬਾਅਦ ਦੇ ਵਿੱਚ ਲਵਾਂਗੇ। ਸੋ ਤੁਹਾਨੂੰ ਆਫਰ ਹੈ ਆਪਣਾ 10 ਮਿੰਟ 10-15 ਮਿੰਟ ਆਪਾਂ ਗੱਲਬਾਤ ਕਰ ਸਕਦੇ ਹਾਂ ਹੋਰ, ਜਿਹਦੇ ਵਿੱਚ ਤੁਹਾਡੇ ਕੁਝ ਸਵਾਲ ਅਸੀਂ ਲਵਾਂਗੇ ਜੀ। ਸਾਡੇ ਨਾਲ ਜੁੜੇ ਹੋਏ ਨੇ ਬਹੁਤ ਅੱਛੇ ਚਿੰਤਕ, ਸੰਜੀਵਨ ਹੋਰੀ ਵੀ ਜੁੜੇ ਨੇ, ਹੋਰ ਬਹੁਤ ਸਾਰੇ ਜੁੜੇ ਨੇ ਬਾਅਦ ਦੇ ਵਿੱਚ। ਸੋ ਸਾਰਿਆਂ ਦਾ ਸਵਾਗਤ ਹੈ। ਪਲੀਜ਼ ਜੇ ਕੋਈ ਕਿਸੇ ਨੇ ਸਵਾਲ ਕਰਨਾ ਤਾਂ ਆਪਣਾ ਮਾਈਕ ਖੋਲ ਕੇ ਸਵਾਲ ਕਰ ਸਕਦੇ। ਹਾਂਜੀ संजीवन जी बोलो प्लीज। मेरी आवाज आ रही है? हाँ बिल्कुल आ रही है जी, बिल्कुल आ रही है। मेरे सवाल भी ने, मेरे कुछ विचार भी ने। दोहे गल्लां मैं बहुत संक्षेप रखने सर। हाँ संक्षेप, बिल्कुल संक्षेप। पहला तां जिहड़ी हुण गल ही है भी ਇਹ ਲੋਕਾਂ ਦਾ ਸੰਘਰਸ਼ ਨਹੀਂ ਬਣਿਆ, ਇਹ ਲੋਕਾਂ ਦਾ ਸੰਘਰਸ਼ ਬਣ ਚੁੱਕਿਆ। ਇਹ ਐਸੀ ਗੱਲ ਨਹੀਂ ਹੈ। ਇਹ ਲਾਜ਼ਮੀ ਨਹੀਂ ਹੈ ਵੀ ਸਾਰੇ ਲੋਕ ਇਹ ਨਾਲ ਹੁਣ, ਜਦੋਂ ਆਜ਼ਾਦੀ ਦਾ ਸੰਘਰਸ਼ ਸੀਗਾ ਉਦੋਂ ਵੀ ਸਾਰੇ ਲੋਕ ਇਸੇ ਨਾਲ, ਜੇ ਆਪਾਂ ਕਹੀਏ ਨਾ ਵੀ ਹਲੇ ਟਾਈਮ ਲੱਗੂਗਾ, ਇਹ ਦੇਖੋ ਇਹ ਆਪਣੇ ਕਿਸਾਨ ਦੀ ਲੜਾਈ ਤੇ ਇਨਸਾਨ ਦੀ ਲੜਾਈ ਹੈ। ਇੱਕ ਹੋਰ ਗੱਲ ਹੈ, ਇੱਕ ਇਹ ਗੱਲ, ਹਰ ਜੱਟ ਕਿਸਾਨ ਨਹੀਂ ਹੈ, ਹਰ ਕਿਸਾਨ ਜੱਟ ਨਹੀਂ ਹੈ, ਹਰ ਜੱਟ ਕਿਸਾਨ ਨਹੀਂ ਹੈ। ਇਹ ਲੜਾਈ ਕਿਸਾਨ ਦੀ ਹੈ। ਤੇ ਇਹ ਜਿਹੜੇ ਹੁਣ ਹਾਕਮ ਕਰਦੇ ਹੀ ਹੁੰਦੇ ਨੇ, ਆਪਣੇ ਖਰਮਸਤੀਆਂ ਕਰਦੇ ਨੇ, ਜਿਵੇਂ ਸੱਤਾ ਹੁੰਦਾ ਨਾ, ਸੱਤਾ ਦਾ ਨਸ਼ਾ ਹੁੰਦਾ ਕੁਰਸੀ ਦਾ, ਇਹ ਬੜਾ ਭੈੜਾ ਹੈ। ਦੌਲਤ ਦਾ ਫੇਰ ਵੀ ਬੰਦਾ ਖਪਾ ਲਾ, ਸੱਤਾ ਜਿਹੜੀ ਬੰਦੇ ਕੋਲ ਆ ਜੇ ਉਹ ਸਮਝਦਾ ਵੀ ਪਤਾ ਨਹੀਂ ਮੈਂ ਕੀ ਬਣ ਗਿਆ। ਜਿਵੇਂ ਪਿੰਡਾਂ 'ਚ ਬਰਾਤ ਹੁੰਦੀ ਹੈ, ਕਿਵੇਂ ਬਰਾਤੀ ਪਹਿਲਾਂ ਕਿਵੇਂ ਖਰਮਸਤੀਆਂ ਕਰਦੇ ਨੇ, ਕਿਵੇਂ ਝੁਮਰੋਪਾ ਕਰਦੇ ਨੇ, ਇਵੇਂ ਹਾਕਮ ਹੁਣ ਆਪਣਾ ਪੂਰਾ ਆਪਣਾ ਖੈਲ ਖੰਡਾ ਰਿਹਾ ਵੀ ਮੈਂ ਜੋ ਮਰਜ਼ੀ ਕਰਦਾ, ਬਸ ਮੈਂ ਆ। ਪਰ ਉਹਨਾਂ ਨੂੰ ਇਹ ਨਹੀਂ ਪਤਾ, ਨਾ ਤਾਂ ਕਦੇ ਬਰਾਤ ਪਿੰਡ ਤੋਂ ਬੜੀ ਹੁੰਦੀ ਹੈ, ਨਾ ਕਦੇ ਜਿਹੜੀਆਂ ਕੁਰਸੀਆਂ ਦੇ ਪਾਵੇ ਜਾਂ ਨਾ ਸੱਤਾ ਲੋਕਾਂ ਤੋਂ ਬੜੀ ਹੁੰਦੀ ਹੈ। ਜਦ ਲੋਕ ਆਪਣੀ ਆਈ ਦੀ ਆ ਜਾਣ ਨਾ, ਫਿਰ ਇਹ ਬਹੁਤ ਕੁਛ ਕਰਨ ਦੇ ਕਾਬਲ ਨੇ ਲੋਕ। ਇੱਕ ਗੱਲ ਮੈਂ ਜਿਹੜੀ ਹੋਰ ਨੋਟ ਕੀਤੀ ਹੈ, ਪਹਿਲਾਂ ਅਸੀਂ ਸਿਰਫ ਡੰਡਾ ਹੁੰਦੇ ਸੀ, ਆਮ ਲੋਕ ਡੰਡਾ ਹੁੰਦੇ ਸੀਗੇ, ਝੰਡਾ ਦਾ ਪਾ ਕੇ ਫਿਰੀ ਜਾਣਾ। ਜਿਹੜੀ ਹੁਣ ਇਸ ਮੂਵਮੈਂਟ ਨੇ, ਇਸ ਲਹਿਰ ਨੇ ਇੱਕ ਮਤਲਬ ਕਿ ਇਨਕਲਾਬੀ ਤਬਦੀਲੀ ਪੈਦਾ ਕੀਤੀ ਹੈ ਲੋਕਾਂ ਦੇ ਸੁਭਾਅ 'ਚ। ਇੱਕ ਤਾਂ ਡਰ ਤੇ ਭੈ ਮੁਕਤ ਹੋ ਗਿਆ ਸਾਡੇ ਪੰਜਾਬ ਦੇ ਲੋਕ ਘੱਟੋ ਘੱਟ। ਦੂਸਰੇ ਪੋਲੀਟੀਕਲ ਪਾਰਟੀਆਂ ਨੂੰ ਮਜਬੂਰ ਕਰਤਾ ਕਿ ਤੁਸੀਂ ਸਾਡੇ ਮੁਤਾਬਕ ਚੱਲੋ। ਪਹਿਲਾਂ ਹੁੰਦਾ ਸੀਗਾ ਵੀ ਸੰਘਰਸ਼ ਨੂੰ ਹਾਈਜੈਕ ਕਰਕੇ ਕਦੇ ਅਕਾਲੀ ਲੈ ਗਏ, ਕਦੇ ਕਾਂਗਰਸੀ ਲੈ ਗਏ, ਕਦੇ ਕਾਮਰੇਡ ਲੈ ਗਏ, ਸਾਰੇ ਮਤਲਬ ਇਸ ਕਿਸਮ ਦਾ ਚੱਲਦਾ ਸੀਗਾ। ਹੁਣ ਜਿਹੜੀ ਇਸ ਸੰਘਰਸ਼ ਨੇ ਸ਼ਰਤਾਂ ਤੇ ਗੱਲ ਕੀਤੀ ਹੈ ਵੀ ਅਸੀਂ ਜੋ ਕਰਾਂਗੇ, ਸਾਡੇ ਮੁਤਾਬਕ ਸਾਡੇ ਪਿੱਛੇ ਬੈਠੋ, ਸਾਨੂੰ ਡੋਮੀਨੇਟ ਨਾ ਕਰੋ, ਸਾਨੂੰ ਅਕਲ ਨਾ ਦਿਓ, ਅਕਲ ਸਾਨੂੰ ਹੈ ਜੀ, ਸਾਡੇ ਤੁਸੀਂ ਮਦਦ ਕਰੋ, ਸਾਡੀ ਹੈਲਪ ਕਰੋ, ਸਾਡਾ ਸਹਿਯੋਗ ਕਰੋ। ਹੁਣ ਮੈਨੂੰ ਇਹ ਲੱਗਦਾ ਹੈ ਜਿਹਦੇ ਹੁਣ ਆਉਣ ਵਾਲੇ ਦਿਨਾਂ 'ਚ ਝੰਡਾ ਵੀ ਲੋਕਾਂ ਦਾ ਹੋਊਗਾ, ਡੰਡਾ ਵੀ ਲੋਕਾਂ ਦਾ ਹੋਊਗਾ। ਜਿਹੜੀ ਇਸ ਕਿਸਮ ਦੀ ਜਿਹੜੀ ਇੱਕ ਆਪਣਾ ਹਾਂ ਪੱਖੀ ਤਬਦੀਲੀ ਹੈ। ਦੂਸਰੀ, ਭੀਮਿੰਦਰ ਜੀ ਨੇ ਗਾਇਕੀ ਬਾਰੇ ਗੱਲ ਕੀਤੀ ਸੀ ਵੀ ਤਬਦੀਲੀ ਆ ਰਹੀ ਹੈ। ਅੱਛੀ ਗੱਲ ਹੈ ਤਬਦੀਲੀ ਆਵੇ, ਅਸੀਂ ਬਲਕਿ ਬੜੀ ਦੇਰ ਤੋਂ ਇਹ ਉਮੀਦ ਰੱਖ ਰਹੇ ਹਾਂ ਕਿ ਜਿਹੜੇ ਯਤਨ ਵੀ ਕਰ ਰਹੇ ਹਾਂ, ਜਿਹੜੀ ਗਾਇਕੀ 'ਚ ਪ੍ਰਦੂਸ਼ਣ ਆਇਆ ਹੋ ਰਿਹਾ ਵੀ ਇਹ ਤਬਦੀਲੀ ਆਉਣੀ ਚਾਹੀਦੀ ਹੈ। ਪਰ ਇਹ ਤਬਦੀਲੀਆਂ ਵੀ ਇੰਨੀਆਂ ਸੌਖੀਆਂ ਨਹੀਂ ਹੈਗੇ। ਇਹ ਜਿਹੜੇ ਗਾਇਕ ਨੇ, ਜਿਹੜੇ ਸਿੰਗਰ ਨੇ, ਜਿਹੜੇ ਗਾਉਂਦੇ ਨੇ, ਜੋ ਲਿਖਦੇ ਨੇ ਇਹ ਵੀ ਆਪਣੇ ਆਪ 'ਚ ਇਹਨਾਂ ਤੇ ਤਾਂ ਹੁਣ ਤੈਨੂੰ ਤਰਸ ਆਉਣ ਲੱਗ ਗਿਆ ਵੀ ਇਹ ਚਲੋ ਠੀਕ ਹੈ ਕਰੀ ਜਾਂਦੇ ਨੇ। ਇਹ ਵਿਚਾਰੇ ਆਪ ਕੋਈ ਟੂਲ ਨੇ, ਇਹ ਸਿਸਟਮ ਦੇ ਸੰਦ ਨੇ, ਉਹਨਾਂ ਨੂੰ ਵਾਰਾ ਖਾਂਦਾ, ਹਾਕਮ ਨੂੰ ਵਾਰਾ ਖਾਂਦਾ ਲੋਕਾਂ ਨੂੰ ਕਿਵੇਂ ਤੁਸੀਂ ਜ਼ਹਿਨੀ ਤੌਰ ਤੇ ਬਿਮਾਰ ਕਰਨਾ ਹੈ, ਗੁੰਮਰਾਹ ਕਰਨਾ ਹੈ ਨੌਜਵਾਨੀ ਨੂੰ, ਖਾਸ ਤੌਰ ਤੇ ਕਦੇ ਨਸ਼ਿਆਂ ਵਾਲੇ ਪਾਸੇ ਲਾਓ, ਕਦੇ ਆਪਣੇ ਹਿੰਸ ਵਾਲੇ ਪਾਸੇ ਲਾਓ। ਇਸ ਕਿਸਮ ਦੀਆਂ ਭੈੜੀਆਂ ਉਹਨਾਂ 'ਚ ਆਦਤਾਂ ਸ਼ਾਮਲ ਕਰੋ। ਤੇ ਤੁਸੀਂ ਕਿਉਂਕਿ ਜੇ ਸਾਡਾ ਯੂਥ, ਸਾਡਾ ਸਮਾਜ ਸੁਚੇਤ ਹੋ ਗਿਆ, ਸਿਆਣਾ ਹੋ ਗਿਆ, ਫਿਰ ਉਹ ਆਪਣੇ ਹੱਕ ਮੰਗੂਗਾ।
ਜਿਵੇਂ ਥੋੜਾ ਪੰਜਾਬ ਦੇ ਸੰਖੇਪ ਲੋਕ ਕੇਵਲ ਜੀ ਪਲੀਜ਼ ਥੋੜਾ ਜਿਹਾ ਸੰਖੇਪ, ਕਿਉਂਕਿ ਹਾਂ ਆਪਾਂ ਬਸ ਮੇਰੀ ਇੱਕ ਅਸੀਂ ਹੱਕ ਆਪਣੇ ਮੰਗ ਰਹੇ ਨੇ। ਤੇ ਦੂਸਰੀ ਮੈਂ ਆਪਣੇ ਦਰਸ਼ਨਪਾਲ ਜੀ ਨੂੰ ਇੱਕ ਮੇਰਾ ਸਵਾਲ ਹੈ ਵੀ ਜਿਹੜਾ ਇਹ ਜਿਹੜਾ ਸੰਘਰਸ਼ ਹੈ ਵੀ ਤੁਹਾਨੂੰ ਇਹ ਤੋਂ ਕਿੰਨੀ ਕੁ ਉਮੀਦਾਂ ਲੱਗਦੀਆਂ ਵੀ ਆਪਾਂ ਨੂੰ ਕਿਆ ਹਾਕਮ ਸਾਡੀ ਸਾਰੀ ਗੱਲ ਮੰਨ ਲੂ, ਅੱਧੀਆਂ ਮੰਨੂ ਕਿ ਸਾਡੇ ਚ ਫੁੱਟ ਪਾਊਗਾ ਜੀ। ਇਹ ਮੇਰਾ ਸਵਾਲ ਹੈ। ਥੈਂਕ ਯੂ। ਹੋਰ ਕੋਈ ਦੋਸਤ ਜੋ ਕੋਈ ਸਵਾਲ ਕਰਨਾ ਚਾਹੁੰਦਾ ਪਲੀਜ਼? ਹਾਂ ਡਾਕਟਰ ਸਾਹਿਬ ਜੀ ਬਾਜਕ ਸਾਹਿਬ ਬੋਲੋ ਜੀ। ਕੁਛ ਲੋਕਾਂ ਵੱਲੋਂ ਇਹ ਗੱਲ ਫੈਲਾਈ ਜਾ ਰਹੀ ਆ ਕਿ ਇਹ ਸੰਘਰਸ਼ ਉੱਥੇ ਹੀ ਜ਼ਿਆਦਾ ਪ੍ਰਚੰਡ ਹੋਇਆ ਜਿੱਥੇ ਫਸਲਾਂ ਨੂੰ ਵਪਾਰਕ ਖੇਤੀ ਦੇ ਤੌਰ ਤੇ ਬੀਜਿਆ ਵਰਤਿਆ ਜਾਂਦਾ। ਬਾਕੀ ਥਾਂ ਤੇ ਜਿੱਥੇ ਲੋਕਾਂ ਦੇ ਖਾਣ ਪੀਣ ਲਈ ਹੀ ਫਸਲ ਉਗਾਉਂਦੇ ਆ ਲੋਕ, ਉੱਥੇ ਸੰਘਰਸ਼ ਨੇ ਰੂਪ ਨਹੀਂ ਫੜਿਆ। ਇਹਦੇ ਬਾਰੇ ਦਰਸ਼ਨਪਾਲ ਜੀ ਸਰ ਤੋਂ ਮੈਂ ਕੁਝ ਪੁੱਛਣਾ ਚਾਹੁੰਦਾ ਜੀ। ਥੈਂਕ ਯੂ। ਹੋਰ ਕੋਈ ਦੋਸਤ ਸਵਾਲ ਕਰਨਾ ਚਾਹੁੰਦਾ ਹੈ? ਕੁਲਦੀਪ ਜੀ ਇੱਕ ਮਿੰਟ, ਸੌਰੀ ਮੈਂ ਤੁਹਾਨੂੰ ਡਿਸਟਰਬ ਦੁਬਾਰਾ ਕਰਾਂਗਾ। ਡੈਡੀ ਇਸ ਟਾਈਮ PGI ਚ ਦਾਖਲ ਨੇ, ਮੈਂ ਕੋਲ ਬੈਠਾ ਸੀਗਾ। ਡੈਡੀ ਕੁਝ ਗੱਲ ਕਰਨਾ ਚਾਹੁੰਦੇ ਨੇ ਇਸ ਮਸਲੇ ਤੇ। ਜੀ ਪਲੀਜ਼। ਹਾਂ ਜਰੂਰ, ਪਰ ਬਹੁਤ ਸੰਖੇਪ ਜੀ। ਸੰਖੇਪ मैं काफी लंबे समय तो पहुंच रहा थी आवाज आने में। जी आ रही है। तो मैं काफी लंबे समय अपने जी काफी लंबे समय तो मैं ये बारे गल करनी चाहता सी, पर मैं कुछ बीमार होने करके मैं ना लिख सके ना मैं कुछ बोल सकी। मैं हुण भी PGI दाखिल, सिर दर्द हो रहा है मेरा 5-6 महीने तो लगातार। मैं ਉਹਦੇ ਵਿੱਚ ਵੀ ਇੱਕ ਗੱਲ ਆਪਾਂ ਗੱਲ ਕਰਨੀ ਚਾਹੁੰਦਾ ਹੈ ਵੀ ਇਹ ਮੈਨੂੰ ਜਿਹੜਾ ਸੰਘਰਸ਼ ਹੋਇਆ ਇਹ ਪੰਜਾਬ 'ਚ ਪਹਿਲਾ ਇੱਕ ਨਿਵੇਕਲਾ ਸੰਘਰਸ਼ ਜਿਹੜਾ ਕਿ ਸ਼ੁਰੂ ਹੋਇਆ ਜੀ। ਪਹਿਲਾਂ ਲੋਕ ਲੜਦੇ ਸੀਗੇ ਔਰ ਹੋਰ ਮੋਰਚੇ ਹੁੰਦੇ ਸੀ, ਉਹ ਵੀ ਆਪਣੇ ਸਾਥ ਹੀ ਜਿਹੜੇ ਅਕਾਲੀ ਮੋਰਚੇ ਹੋਏ ਨੇ ਪਿਛਲੀ ਹੋਏ ਨੇ। ਪਰ ਜਿਹੜੇ ਹੁਣ ਕੀ ਹੈ ਇਹ ਸੰਘਰਸ਼ ਹੈ ਬੜੀ ਇਹ ਕਿ ਪੂਰੇ ਪੰਜਾਬ ਨੂੰ ਤੇ ਪੂਰੇ ਭਾਰਤ ਨੂੰ ਕੀ ਹੈ ਨਵੀਂ ਦਿਸ਼ਾ ਦੋ ਅੱਗੇ ਕੀ ਹੈ। ਜਿਹੜੇ ਜਾਤਾਂ ਤੇ ਧਰਮਾਂ ਤੇ ਲੋਕ ਲੜਦੇ ਸੀ ਜੀ, ਤੇ ਹੋਰ ਪਾਸੇ ਕੀ ਆਪਣੇ ਜਿਹੜੀ ਵੱਡੀਆਂ ਪੈਂਦੀਆਂ ਸੀ ਆਪੋ ਵਿਸ਼ੀ ਲੋਕਾਂ 'ਚ। ਹੁਣ ਇਹ ਜਿਹੜਾ ਸੰਘਰਸ਼ ਕਾਰਪੋਰੇਟ ਸੈਕਟਰ ਦੇ ਖਿਲਾਫ ਹੋਇਆ, ਜਿਹੜਾ ਕਿ ਅਡਵਾਨੀ ਦੇ ਖਿਲਾਫ ਹੋਇਆ। ਮੈਂ ਇਹ ਇੰਨਾ ਖੁਸ਼ ਹੋਇਆ ਮੈਂ ਇਸ ਤੇ, ਮੈਂ ਇੰਨਾ ਵੀ ਇਹ ਜਿਹੜਾ ਹੈਗਾ ਬਹੁਤ ਹੀ ਲੰਬੇ ਸਮੇਂ ਮਗਰੋਂ ਸਮਝੋ ਮੇਰੀ ਸਾਰੀ ਉਮਰ 'ਚ ਮੈਂ ਪਹਿਲੀ ਵਾਰੀ ਦੇਖ ਰਿਹਾ ਹੈ ਕਿ ਸਾਡੇ ਜਿਹੜੇ ਪਿੰਡਾਂ ਦੇ ਲੋਕ ਨੇ, ਪਿੰਡਾਂ ਦੇ ਬਜ਼ੁਰਗ ਔਰਤਾਂ ਨੇ, ਪਿੰਡਾਂ ਦੇ ਬੱਚੇ ਨੇ, ਉਹ ਅਡਵਾਨੀ ਦੇ ਪਤਲਿਆਂ ਪਰ ਕਿਹੜਾ ਜੁੱਤੀਆਂ ਮਾਰ ਜੀ ਉਹਨਾਂ ਦੇ ਉੱਪਰ ਕਿਹੜਾ ਉਹ ਉਹਨਾਂ ਦੇ ਘਰਾਓ ਕਰ ਰਹੇ ਜੀ। ਉਹਨਾਂ ਦੇ ਕਿਹੜਾ ਉਹਨਾਂ ਨੂੰ ਆਪਣੇ ਕਿਹੜਾ ਜਿਹੜੇ ਉਹਨਾਂ ਦੇ ਹੈਗੇ ਟੋਲ ਪਲਾਜ਼ੇ, ਉਹਨਾਂ ਦੀਆਂ ਦੁਕਾਨਾਂ, ਉਹਨਾਂ ਦੇ ਪੈਟਰੋਲ ਪੰਪ, ਇਹ ਜਿਹੜੀ ਇਸ ਪਾਸੇ ਬੱਚੇ ਦੀ ਗੱਲ ਕਹੀ ਹੈ ਇਹ ਬਹੁਤ ਬੜੀ ਜਿੱਤ ਹੈ। ਇਹ ਪੰਜਾਬੀਆਂ ਦੀ ਬਹੁਤ ਬੜੀ ਜਿੱਤ ਹੈ। ਜਿਨ੍ਹਾਂ ਨੇ ਵੀ ਇਹ ਸ਼ੁਰੂ ਕੀਤਾ ਹੈ, ਜਿਨ੍ਹਾਂ ਨੇ ਵੀ ਸੰਘਰਸ਼ ਸ਼ੁਰੂ ਕੀਤਾ, ਬੜੇ ਮੁਬਾਰਕ। ਇਹ ਇੰਨੀ ਲੜਾਈ ਹੈ ਵੀ ਇਹ ਕੋਈ ਲੜਾਈ ਕੁਛ ਦਿਨਾਂ ਦੀ ਹੈ, ਕੁਛ ਸਾਲਾਂ ਦੀ ਹੈ। ਇਹ ਲੜਾਈ ਲੰਮੀ ਚੱਲੂਗੀ। ਬਿਲਕੁਲ ਜੀ ਬਿਲਕੁਲ। ਇਹ ਲੜਾਈ ਉਹ ਲੜਾਈ ਹੈ ਜਿਹੜੀ ਸੰਸਾਰ ਪ੍ਰਸਿੱਧ ਅੱਜ ਸੰਸਾਰ ਦੇ ਵਿੱਚ ਲੜਾਈ ਹੋਣੀ ਚਾਹੀਦੀ। ਕਾਰਪੋਰੇਟ ਸੈਕਟਰ ਸਾਰੇ ਜਿਹੜੀ ਪੂੰਜੀ ਹੈ ਪੂਰੇ ਆਪਣੇ ਪੂਰੇ ਸੰਸਾਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਈ। ਉਸ ਕਬਜ਼ੇ ਦੇ ਖਿਲਾਫ ਲੜਨ ਖਾਤਰ ਪੰਜਾਬ ਵਿੱਚ ਜਿਹੜੀ ਇਹ ਆਵਾਜ਼ ਉੱਠੀ ਹੈ ਜੀ, ਇਹ ਇੱਕ ਬੜੀ ਨਿਵੇਕਲੀ ਹੈ। ਤੇ ਜਿਹੜੇ ਲੀਡਰ ਨੇ ਕਿਹਦਾ ਸੰਘਰਸ਼ ਕਰਨ ਵਾਲੇ ਇਹ ਇਸ ਨੂੰ ਅਬਾਦੀ ਦੀਆਂ ਜਿਹੜੇ ਦੇ ਵੱਧ ਸ਼ਹੀਦ ਕੀਤੀ ਹੈ ਆਪਣੀ ਜਿਹੜੀ ਇਹ ਲੜਾਈ, ਇਹ ਉਸ ਗੱਲ ਦੇ ਬੜੇ ਮੁਬਾਰਕਬਾਦ ਨੇ। ਧੰਨਵਾਦ ਜੀ, ਬਹੁਤ ਹੀ ਨਵੀਂ ਗੱਲ ਹੈ, ਬੜੀ ਮੁਬਾਰਕ ਜੀ। ਬਹੁਤ ਧੰਨਵਾਦ। ਇਹ ਰਿਪੁਦਮਨ ਸਿੰਘ ਰੂਪ ਨੇ, ਸੁਖ ਸਿੰਘ ਧੀਰ ਹੋਰਾਂ ਦੇ ਭਰਾ ਨੇ, ਪੰਜਾਬੀ ਦੇ ਬਹੁਤ ਵੱਡੇ ਸਾਹਿਤਕਾਰ ਨੇ। ਇਹਨਾਂ ਦਾ ਸਾਡੇ ਸ਼ਾਮਲ ਹੋਣਾ ਹੀ ਵੱਡੀ ਗੱਲ ਹੈ। PGI ਦੇ ਵਿੱਚ ਦਾਖਲ ਨੇ, ਪਰ ਫਿਰ ਵੀ ਇਹਨਾਂ ਦੀਆਂ ਸ਼ੁਭ ਕਾਮਨਾਵਾਂ, ਇਹਨਾਂ ਦੀਆਂ ਦੁਆਵਾਂ ਸਾਡੇ ਸਾਰੇ ਆਗੂਆਂ ਦੇ ਨਾਲ ਨੇ ਤੇ ਲੋਕਾਂ ਦੇ ਨਾਲ ਨੇ। ਹੋਰ ਕੋਈ ਦੋਸਤ ਜੋ ਕੋਈ ਸਵਾਲ ਕਰਨਾ ਚਾਹੁੰਦਾ? ਆਖਰੀ ਇੱਕ ਸਵਾਲ ਹੋਰ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਹਾਂ, ਨਹੀਂ ਤਾਂ ਫਿਰ ਸਾਡੇ ਬੁਲਾਰੇ ਜਵਾਬ ਦੇਣਗੇ ਤੇ ਫਿਰ ਆਪਾਂ ਇਸ ਨੂੰ ਕਨਕਲੂਡ ਕਰਾਂਗੇ ਇਸ ਗੱਲ ਨੂੰ। ਸ਼ਾਮ ਨੂੰ ਤੁਸੀਂ ਗੱਲ ਕਰ ਲਈ, ਤੁਹਾਡੇ ਕੋਲ ਪਹੁੰਚ ਗਈ ਸਾਰਿਆਂ ਕੋਲ ਜੀ? ਹਾਂਜੀ ਮੈਮ ਬੋਲੋ ਜੀ।
ਮੈਂ ਇਹ ਗੱਲ ਕਰਨਾ ਚਾਹੁੰਦੀ ਹਾਂ ਜੀ, ਐਡਾ ਵੱਡਾ ਸੰਘਰਸ਼ ਚੱਲ ਰਿਹਾ ਹੈ, ਮੋਦੀ ਸਰਕਾਰ ਨੂੰ ਤਾਂ ਕਦੇ ਵੀ ਕਿਸੇ ਤੇ ਅਸਰ ਨਹੀਂ ਹੋਇਆ ਕਿ ਸਭ ਤੋਂ ਪਹਿਲਾਂ ਡਾਕਟਰਾਂ ਦੇ GST ਵਗੈਰਾ ਜਦੋਂ ਲਾਈ ਸੀ ਉਦੋਂ ਵੀ ਹੜਤਾਲਾਂ ਹੋਈਆਂ ਸੀ, ਉਦੋਂ ਵੀ ਨਹੀਂ ਕੋਈ ਗੱਲ ਸੁਣੀ ਗਈ ਸੀ। ਉਸ ਤੋਂ ਬਾਅਦ ਹੌਲੀ ਬਿਜ਼ਨਸ ਵਾਲਿਆਂ ਨੇ GST SST ਜੋ ਵੀ ਲਾਇਆ, ਕੋਈ ਅਸਰ ਨਹੀਂ, ਸਭ ਨੇ ਹੜਤਾਲਾਂ ਕੀਤੀਆਂ। ਔਰ ਕਿੰਨੇ 13 ਤੋਂ ਹੜਤਾਲਾਂ ਚੱਲ ਰਹੀਆਂ, ਤੁਹਾਨੂੰ ਪਤਾ ਹੈ 5 ਸਾਲ ਹੋ ਗਏ 2013 ਤੋਂ। ਫਿਰ ਸੁਨਿਆਰਿਆਂ ਤੇ ਲਾਈਆਂ, ਸੁਨਿਆਰਿਆਂ ਨੇ ਹੜਤਾਲਾਂ ਕੀਤੀਆਂ, ਬੜੇ ਨੁਕਸਾਨ ਝੱਲੇ, ਹਰ ਇੱਕ ਦੁਕਾਨਦਾਰ ਭੁੱਖਾ ਮਰਨ ਲੱਗ ਗਿਆ। ਠੀਕ ਹੈ, ਵੱਡੇ ਦੁਕਾਨਦਾਰ ਸ਼ੋਰੂਮ, ਉਹਨਾਂ ਨੂੰ ਕੋਈ ਫਰਕ ਨਹੀਂ ਪਿਆ, ਲੇਕਿਨ ਛੋਟੇ ਦੁਕਾਨਦਾਰਾਂ ਨੂੰ ਬਹੁਤ ਵੱਡਾ ਹੀ ਘਾਟਾ ਚੱਲਣਾ ਪਿਆ, ਘਰੇ ਭੁੱਖੇ ਮਰ ਗਏ ਲੋਕ। ਠੀਕ ਹੈ, ਫਿਰ ਇਦੋਂ ਬਾਅਦ ਕਿੰਨਾ ਕੁਛ ਹੋਇਆ, ਲੋਕਾਂ ਨੇ ਏਕਾ ਨਹੀਂ ਕੀਤਾ। ਜੇ ਇਹੀ ਲੋਕ ਏਕਾ ਕਰ ਜਾਂਦੇ, ਸ਼ੁਰੂ ਤੋਂ ਕਰ ਜਾਂਦੇ, ਪਹਿਲੇ ਦਿਨੋਂ ਇਹਨਾਂ ਨੇ ਜਦੋਂ ਵਾਢਾ ਪਾਇਆ ਸੀ, ਉਸ ਵਾਢੇ ਨੂੰ ਜੋ ਪਹਿਲੇ ਦਿਨੋਂ ਹੱਥ ਪੈ ਜਾਂਦਾ ਹੈ ਨਾ, ਅੱਜ ਇੱਕ ਕਿਸਾਨ ਬਚਿਆ ਸੀ, ਕਿਸਾਨ ਨੂੰ ਵੀ ਇਹਨਾਂ ਨੇ ਵਾਢੀ ਪਾ ਦਿੱਤਾ। ਉਹ ਕਿਸਾਨ ਹੀ ਇੱਕ ਐਸਾ ਅੰਨਦਾਤਾ ਹੈ ਸਾਰੇ ਦੇਸ਼ ਦਾ ਜੀ, ਜਿਹੜੇ ਆਪਾਂ ਨੂੰ ਸਾਰੇ ਦੁਨੀਆ ਨੂੰ ਰੋਟੀ ਦੇਣ ਵਾਲਾ ਕਿਸਾਨ ਹੀ। ਤੇ ਕਿਸਾਨ ਬਿਨਾਂ ਸਾਡਾ ਕੁਝ ਨਹੀਂ ਬਣਾ, ਕਿਉਂਕਿ ਹੁਣ ਮੰਡੀਕਰਨ ਖਤਮ ਹੋ ਚੱਲਿਆ। ਮੰਡੀਕਰਨ ਵਾਲੇ ਲੋਕ ਨਹੀਂ ਬੋਲ ਰਹੇ, ਮੈਂ ਦੇਖਿਆ, ਮੈਂ ਹੜਤਾਲਾਂ ਤੇ ਵੀ ਗਈ ਹਾਂ, ਨਾਲ ਕਿਸਾਨਾਂ ਦੇ ਵੀ ਚੱਲਦੇ ਹਾਂ ਅਸੀਂ ਰੋਜ਼, ਲੇਕਿਨ ਫਿਰ ਵੀ ਬਾਣੀ ਜਿਹੜੇ ਮੰਡੀ ਦੇ ਲੋਕ ਨੇ, ਮੰਡੀਕਰਨ ਵਾਲੇ ਆੜਤ, ਉਹ ਜਮਾ ਨਹੀਂ ਨਾਲ ਚੱਲ ਰਹੇ, ਸਾਰੇ ਇਕੱਲੇ ਕਿਸਾਨ ਹਜੇ ਚੱਲ ਰਹੇ ਨੇ, ਹਜੇ ਲੋਕ ਲਹਿਰ ਨਹੀਂ ਚੱਲੀ। ਇਹ ਗੱਲ ਮੈਂ ਮੰਨਦੀ ਹਾਂ। ਜੇ ਲੋਕ ਲਹਿਰ ਚੱਲੇਗੀ ਫਿਰ ਮੋਦੀ ਨੂੰ ਫਰਕ ਪਏਗਾ। ਮੈਂ ਇੱਕ ਸੁਝਾਅ ਦੇਣਾ ਚਾਹੁੰਦੀ ਹਾਂ ਛੋਟਾ ਜਿਹਾ, ਕਿ ਸਾਡੇ ਕਿਸਾਨ ਭਰਾ 2 ਸਾਲ ਤੰਗ ਹੋ ਜਾਣ, ਓਨੀ ਕੁ ਫਸਲ ਬੀਜਣ ਜਿੰਨੀ ਕਿ ਆਪਾਂ ਖਾਣੀ ਹੈ, ਦੇਣੀ ਨਾ, ਫਾਲਤੂ ਉਗਾਉਣ ਹੀ ਨਾ, ਫਾਲਤੂ ਖਰਚੇ ਕਰਨ ਹੀ ਨਾ। ਮੈਂ ਤਾਂ ਕਹਿੰਦੀ ਹਾਂ ਓਨੀ ਕੁ ਫਸਲ, ਇੱਕ ਕਿਸਾਨ ਕੋਲ ਅੱਜ ਸੋਨਾ ਹੈ ਸਾਰਾ, ਆਪਣੇ ਕੋਲ ਨਹੀਂ ਹੈਗਾ। ਕਿਸਾਨ ਕੋਲੇ ਸਬਜ਼ੀ ਵੀ ਉਗਾ ਸਕਦਾ ਉਹਦੇ ਵਾਸਤੇ, ਕਿਸਾਨ ਕਣਕ ਵੀ ਉਗਾ ਸਕਦਾ ਉਹਦੇ ਵਾਸਤੇ, ਕਿਸਾਨ ਦੁੱਧ ਵੀ ਪੈਦਾ ਕਰ ਸਕਦਾ ਪਸ਼ੂ ਰੱਖ ਕੇ। ਕਿਸਾਨ ਕੋਲ ਸਾਰਾ ਕੁਛ ਹੈ, ਬਸ ਉਨੀ ਕੁ ਬੀਜਣ ਜਿੰਨੀ ਕੁ ਆਪ ਖਾਣੀ ਹੈ, ਜਿਹੜੇ ਫਿਰ ਕਿਸੇ ਕੋਲ ਫਸਲ ਦੇਣ ਨਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬਸ। ਧੰਨਵਾਦ ਜੀ, ਧੰਨਵਾਦ ਬਹੁਤ ਤੁਹਾਡਾ। ਪਹਿਲਾਂ ਤਾਂ ਆਉਣਾ, ਸਾਡੇ ਸ਼ਾਮਲ ਹੋਣਾ ਵੱਡੀ ਗੱਲ ਹੈ, ਇੱਕ ਔਰਤ ਦੀ ਨੁਮਾਇੰਦਗੀ ਕਰਨਾ, ਤੇ ਤੁਹਾਡੇ ਸਵਾਲ ਸਾਡੇ ਚਿੰਤਕਾਂ ਨੇ ਸੁਣ ਲਏ, ਇਹਨਾਂ ਬਾਰੇ ਗੱਲ ਕਰਨਗੇ। ਹੋਰ ਕੋਈ ਜੀ? ਡਾਕਟਰ ਸਾਹਿਬ ਜੀ ਜੀ ਜੀ, ਹਾਂਜੀ ਮੰਡੇਰ ਸਾਹਿਬ ਬੋਲੋ। ਸਾਡੇ ਦੋਨੇ ਵਿਦਵਾਨਾਂ ਨੇ ਬਹੁਤ ਹੀ ਖੂਬਸੂਰਤ ਚਰਚਾ ਸਾਡੇ ਸਭਨਾਂ ਦੇ ਲਈ ਪੇਸ਼ ਕੀਤੀ ਜੀ। ਔਰ ਮੇਰਾ ਇੱਕ ਸਵਾਲ ਹੈ, ਹਰਿਆਣਾ ਦੇ ਵਿੱਚ ਬੈਠੇ ਹਾਂ ਅਸੀਂ, ਔਰ ਜਿਸ ਤਰ੍ਹਾਂ PGI ਦੇ ਵਿੱਚ ਦਾਖਲ ਵਿਦਵਾਨ ਬਜ਼ੁਰਗ ਨੇ ਇਹ ਕਹੀ ਵੀ ਪੰਜਾਬ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਤੇ ਪੂਰੀ ਦੁਨੀਆ ਤੱਕ ਪਹੁੰਚਣਾ ਚਾਹੀਦਾ, ਤੇ ਹਰਿਆਣਾ ਦੇ ਵਿੱਚ ਸਰਕਾਰ BJP ਤੇ ਜਜ਼ਬਾ ਦੀ ਹੈ, ਔਰ ਸਰਕਾਰ ਦਾ ਦਬਾਅ ਹਰ ਖਿੱਤੇ ਤੇ ਹੈ, ਚਾਹੇ ਉਹ ਮੁਲਾਜ਼ਮ ਜਥੇਬੰਦੀਆਂ ਨੇ ਤੇ ਆਪਣੇ ਪੱਧਰ ਤੇ ਛੋਟਾ ਮੋਟਾ ਸੰਘਰਸ਼ ਕਰਦੀਆਂ ਤੇ ਦਬਾ ਲੈਂਦੀਆਂ ਨੇ ਜੀ। ਤੇ ਔਰ ਸਿਰਸਾ ਦੇ ਵਿੱਚ ਦੁਸ਼ਯੰਤ ਚੌਟਾਲਾ ਜੀ ਦੀ ਕੋਠੀ ਦਾ ਘਿਰਾਓ ਜ਼ਰੂਰ ਕੀਤਾ ਗਿਆ, ਸੰਘਰਸ਼ ਲੜਿਆ ਗਿਆ, ਤੇ ਲੇਕਿਨ ਮੱਠਾ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਾਡੇ ਵਿਚਕਾਰ ਸ਼ਾਮਲ ਨੇ, ਡਾਕਟਰ ਦਰਸ਼ਨਪਾਲ ਜੀ ਔਰ ਕਨਵੀਨਰ ਨੇ, ਔਰ ਇਹਨਾਂ ਨੇ ਹਰਿਆਣਾ ਦੇ ਵਿੱਚ ਜਿਹੜੇ ਜਥੇਬੰਦੀਆਂ ਨੇ ਉਹਨਾਂ ਦੇ ਵਾਸਤੇ ਕੋਈ ਰਸਤਾ ਦਿਖਾਇਆ ਹੋਵੇ, ਉਹਨਾਂ ਨੂੰ ਨਾਲ ਜੋੜਿਆ ਹੋਵੇ, ਔਰ ਨਾਲ ਉਹਨਾਂ ਨੂੰ ਸੇਧ ਦਿੱਤੀ ਹੋਵੇ ਵੀ ਉਹ ਸਰਕਾਰ ਦੇ ਦਬਾਅ ਦਾ ਝੱਲਦੇ ਅੱਗੇ ਕਿਵੇਂ ਵਧਣ ਤੇ ਅਸੀਂ ਕਿਵੇਂ ਸਹਿਯੋਗ ਕਰੀਏ ਜੀ। ਇਹ ਮੇਰਾ ਸਵਾਲ ਹੈ। ਥੈਂਕ ਯੂ। ਹਾਂਜੀ ਮੈਮ, ਕੁਝ ਹੋਰ ਕਹਿਣਾ ਚਾਹੁੰਦੇ ਹੋ ਪਲੀਜ਼, ਸੰਖੇਪ ਦੇ ਵਿੱਚ, ਬਸ ਅੱਧੇ ਮਿੰਟ ਦੇ ਵਿੱਚ। ਹਾਂਜੀ ਬੋਲੋ ਜੀ, ਤੁਹਾਡੀ ਆਵਾਜ਼, ਮਾਈਕ ਬੰਦ ਹੈ, ਤੁਹਾਡਾ ਮਾਈਕ ਬੰਦ ਹੈ। ਮੈਂ ਸਿਰਸਾ ਤੋਂ ਹੀ ਵੈਸਟ ਜ਼ੋਨ ਕਨਵੀਨਰ ਬੋਲ ਰਹੀ ਹਾਂ ਜੀ। ਮੈਂ ਖੁਦ ਸਿਰਸਾ ਤੋਂ ਬੋਲ ਰਹੀ ਹਾਂ। ਅਸੀਂ ਘੇਰਾਵ ਕੀਤਾ ਸੀ, ਲੇਕਿਨ ਉਹ ਦੁਸ਼ਯੰਤ ਤੋਂ ਬਾਹਰ ਹੀ ਨਿਕਲੇ। ਉਸ ਤੋਂ ਬਾਅਦ ਅਸੀਂ ਕਿਹਾ ਸੀ ਜਦੋਂ ਵੋਟਾਂ ਲੈਣ ਆਉਂਦੇ ਉਹਦੇ ਕਿਵੇਂ ਰਸਤਾ ਤੁਹਾਨੂੰ ਦਿਖਦੇ ਨੇ। ਅਸੀਂ ਜ਼ਬਰਦਸਤ ਕਿੰਨੇ ਦਿਨ ਕਰਦੇ ਰਹੇ ਹਾਂ, ਲੇਕਿਨ ਦੁਸ਼ਯੰਤ। ਹਾਂਜੀ, ਮੈਂ ਸਿਰਸਾ ਤੋਂ ਵੈਸਟ ਜ਼ੋਨ ਕਨਵੀਨਰ ਬੋਲਦੀ ਹਾਂ, ਦਰਸ਼ਨ ਕੌਰ। ਮੈਂ ਪਹਿਲਾਂ ਬਹੁਤ ਸੰਖੇਪ ਟਿੱਪਣੀ ਲਈ ਡਾਕਟਰ ਭੇਮੇਂਦਰ ਹੋਰਾਂ ਨੂੰ ਕਹੂੰਗਾ, ਤੇ ਉਸ ਤੋਂ ਬਾਅਦ ਦਰਸ਼ਨਪਾਲ ਹੋਰੀ ਸਾਰੇ ਸਵਾਲਾਂ ਦਾ ਜਵਾਬ ਦੇਣਗੇ, ਕਿਉਂਕਿ ਬਹੁਤ ਸਵਾਲ ਇਹਨਾਂ ਨੂੰ ਹੋਏ ਨੇ। ਡਾਕਟਰ ਭੇਮੇਂਦਰ ਜੀ, ਸਿਰਫ 2 ਮਿੰਟ ਦੇ ਵਿੱਚ ਤੁਸੀਂ ਆਪਣੀ ਗੱਲ ਕੰਕਲੂਡਿੰਗ ਟਿੱਪਣੀ ਕਰਨੀ ਚਾਹੁੰਦੇ ਜੀ। ਜੀ ਸ਼ੁਕਰੀਆ ਡਾਕਟਰ ਸਾਹਿਬ। ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂ, ਬਿਲਕੁਲ ਆ ਰਹੀ ਹੈ। ਓਕੇ, ਪਹਿਲੀ ਗੱਲ ਤਾਂ ਕਿ ਜਿਹੜੇ ਕੁਝ ਪ੍ਰਸ਼ਨਕਰਤਾਵਾਂ ਨੇ ਇਹ ਗੱਲ ਸ਼ੰਕਾ ਜ਼ਾਹਿਰ ਕੀਤਾ ਕਿ ਇਹਦੇ ਨਾਲ ਕੁਝ ਨਹੀਂ ਹੋ ਰਿਹਾ, ਮੈਂ ਇੱਥੇ ਜ਼ਰੂਰ ਦੱਸਣਾ ਚਾਹਣਾ ਕਿ ਇਸ ਲਗਭਗ 1.5 ਮਹੀਨੇ ਦੇ ਸੰਘਰਸ਼ ਨੇ ਬਹੁਤ ਵੱਡੀਆਂ ਤਬਦੀਲੀਆਂ ਲਿਆਂਦੀਆਂ ਨੇ। ਖਾਸ ਤੌਰ ਤੇ ਤੁਸੀਂ ਅਕਾਲੀ ਦਲ ਦੀ ਗੱਲ ਕਰੋ ਕਿ ਇੱਕ 26 ਸਾਲ ਦਾ ਉਹਨਾਂ ਦਾ ਜਿਹੜਾ ਗੱਠਜੋੜ ਸੀ ਉਹ ਟੁੱਟਿਆ,
ਉਹਨਾਂ ਦੇ ਵੱਡੇ ਵਜ਼ੀਰ ਜਿਹੜਾ ਸੀਗਾ ਉਹਨੂੰ ਅਸਤੀਫਾ ਦੇਣਾ ਪਿਆ। ਕਾਂਗਰਸ ਜਿਹੜੇ ਕਿਤੇ ਕਿਸੇ ਵੇਲੇ ਜਿਹੜੇ ਸਾਡੇ ਕੈਪਟਨ ਸਾਹਿਬ, ਮੁੱਖ ਮੰਤਰੀ ਸਾਹਿਬ ਮਹਿਲਾਂ 'ਚ ਬਾਹਰ ਨਹੀਂ ਸੀ ਆ ਰਹੇ, ਉਹ ਦਿੱਲੀ ਦੀਆਂ ਸੜਕਾਂ ਤੇ ਉਹ ਮਤਲਬ ਸੰਘਰਸ਼ ਲਈ ਉਤਰੇ ਨੇ, ਠੀਕ ਹੈ ਨਾ। ਇਸੇ ਤਰ੍ਹਾਂ ਬੀਜੇਪੀ ਦਾ ਜਿਹੜਾ ਹੈਗਾ ਸਾਰਾ ਢਾਂਚਾ ਜਿਹੜਾ ਪੰਜਾਬ ਦਾ ਉਹ ਗੜਬੜਾ ਗਿਆ ਹੁਣ ਤੱਕ, ਔਰ ਪ੍ਰੈਸ਼ਰ ਇਹਨਾਂ ਬਣਿਆ ਕਿ ਕੱਲ ਜਿਹੜੀ ਹੈਗੀ ਉਹਨਾਂ ਨੂੰ ਜਿਹੜਾ ਸੀਗਾ ਮੁਲਾਕਾਤ ਕਰਨੀ ਪਈ ਕਿਸਾਨਾਂ ਦੇ ਨਾਲ। ਸੋ ਇਹ ਗੱਲ ਮੈਂ ਇਹ ਕਹਿਣਾ ਚਾਹਣਾ ਕਿ ਜ਼ੋਰ ਦੇ ਕੇ ਕਿ ਜਿੰਨਾ ਸੰਘਰਸ਼ ਹੌਲੀ ਹੌਲੀ ਵੱਧਦਾ ਜਾਏਗਾ, ਇਹ ਚੀਜ਼ਾਂ ਹੌਲੀ ਹੌਲੀ ਵੱਡੀਆਂ ਤਾਕਤਾਂ ਜਿਹੜੀਆਂ ਸੀਗੀਆਂ, ਕਿਸੇ ਵੇਲੇ ਅੰਗਰੇਜ਼ ਸਾਮਰਾਜਵਾਦ ਦਾ ਜਿਹੜਾ ਪੱਤਾ ਨਹੀਂ ਸੀ ਹਿਲਦਾ ਪੂਰੀ ਦੁਨੀਆ ਦੇ ਵਿੱਚ, ਉਹ ਇੱਥੋਂ ਚਲੇ ਗਏ। ਸੋ ਇਸ ਕਰਕੇ ਸਾਨੂੰ ਸੰਘਰਸ਼ਾਂ ਦੇ ਉੱਤੇ ਮਾਣ ਹੋਣਾ ਚਾਹੀਦਾ, ਉਹਨਾਂ ਦੇ ਉੱਤੇ ਭਰੋਸਾ ਕਰਨਾ ਚਾਹੀਦਾ ਲੋਕਾਂ ਦੇ ਉੱਤੇ। ਜੇ ਲੋਕਾਂ ਦੇ ਵਿੱਚ ਉਹਨਾਂ ਦੇ ਸੰਘਰਸ਼ਾਂ 'ਚ ਤਾਕਤ ਹੈ ਤਾਂ ਅਸੀਂ ਮੋਦੀ ਨੂੰ ਵੀ ਕੋਈ ਵੱਡੀ ਤੋਪ ਨਹੀਂ ਹੈ ਮੋਦੀ ਸਰਕਾਰ, ਇਹ ਝੁਕ ਸਕਦੀ ਹੈ, ਬਹੁਤ ਜਲਦੀ ਝੁਕੇਗੀ। ਔਰ ਮੈਨੂੰ ਲੱਗਦਾ ਕਿ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ 26-27 ਦਾ ਇਹ ਸੰਘਰਸ਼ ਜਿਹੜਾ ਹੈਗਾ ਹੁਣ ਸਾਲ ਜਿਹੜਾ ਇੱਕ ਮੈਂ ਬੁਨਿਆਦੀ ਤੌਰ ਤੇ ਇੱਥੇ ਜ਼ਰੂਰ ਜਵਾਬ ਦੇਣਾ ਚਾਹੁੰਦਾ ਕਿ ਅਲਟੀਮੇਟਲੀ ਹੱਲ ਕੀ ਹੈ ਕਿਸਾਨੀ ਦੇ ਸੰਕਟ ਦਾ, ਖਾਸ ਤੌਰ ਤੇ ਜਿਹੜੀ ਕੋਆਪਰੇਟਿਵ ਦੁਨੀਆ 'ਚ ਅਸੀਂ ਰਹਿ ਰਹੇ ਹਾਂ ਉਹਦੇ ਵਿੱਚ ਕਿਸਾਨੀ ਦਾ ਭਵਿੱਖ ਕੀ ਹੈ। ਜਿਵੇਂ ਦਰਸ਼ਨਪਾਲ ਜੀ ਨੇ ਇਸ਼ਾਰਾ ਕੀਤਾ ਸੀਗਾ ਕਿ ਭਵਿੱਖ ਜਿਹੜਾ ਹੈਗਾ ਮਾੜਾ ਹੈ, ਪੂੰਜੀਵਾਦ ਦੇ ਵਿੱਚ ਕਿਸਾਨੀ ਦੀ ਸਰਵਾਈਵਲ ਬਹੁਤ ਔਖੀ ਹੈ। ਇੱਥੇ ਇੱਕ ਚਾਈਨਾ ਦਾ ਮਾਡਲ, ਚੀਨ ਦਾ ਜਿਹੜਾ ਹੈ ਮਾਡਲ ਹੈ, ਬਹੁਤ ਸਾਰੇ ਮਾਡਲ ਨੇ, ਇਜ਼ਰਾਈਲ ਦੀ ਖੇਤੀ ਦਾ ਮਾਡਲ ਹੈ, ਜਾਪਾਨ ਦੀ ਖੇਤੀ ਦਾ ਮਾਡਲ ਹੈ, ਪਰ ਮੈਂ ਚੀਨ ਦਾ ਐਗਜ਼ਾਮਪਲ ਇਸ ਲਈ ਦੇਣਾ ਚਾਹੁੰਦਾ ਕਿ ਉੱਥੋਂ ਦੇ ਜਿਹੜੇ ਲੀਡਰਾਂ ਨੇ ਇੱਕ ਨਾਰਾ ਦਿੱਤਾ ਸੀਗਾ ਕਿਸਾਨੀ ਨੂੰ ਅੱਜ ਤੋਂ ਲਗਭਗ 70 ਸਾਲ ਪਹਿਲਾਂ ਕਿ ਲੀਵ ਐਗਰੀਕਲਚਰ, ਡੋਂਟ ਲੀਵ ਵਿਲੇਜ। ਕਿਸਾਨ ਨੂੰ ਕਿਹਾ ਸੀਗਾ ਕਿ ਤੂੰ ਖੇਤੀਬਾੜੀ ਛੱਡ ਦੇ ਪਰ ਪਿੰਡ ਨਾ ਛੱਡੀ, ਮੈਂ ਤੇਰੇ ਕੋਲੇ ਇੱਥੇ ਇੰਡਸਟਰੀ ਲੈ ਕੇ ਆਉਂਗਾ। ਸਾਨੂੰ ਜਿੰਨੀ ਦੇਰ ਐਗਰੋ ਬੇਸਡ ਸਮਾਲ ਇੰਡਸਟਰੀ ਦੀ ਸਪੇਸ ਬਹੁਤ ਹੈ ਪੰਜਾਬ ਦੇ ਵਿੱਚ, ਜੇ ਅਸੀਂ ਸਮਾਲ ਇੰਡਸਟਰੀ ਨੂੰ ਜਾਂ ਜਿਹੜੀ ਮਿਡਲ ਜਿਹੜੀ ਇੰਡਸਟਰੀ ਹੈ ਉਸ ਨੂੰ ਪੰਜਾਬ ਦੇ ਵਿੱਚ ਡਿਵੈਲਪ ਕਰਕੇ ਬਹੁਤ ਸਾਰਾ ਰੁਜ਼ਗਾਰ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨੀ ਨੂੰ ਦਿੱਤਾ ਜਾ ਸਕਦਾ ਹੈ। ਔਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਐਗਜ਼ਾਮਪਲਾਂ ਨੇ। ਔਰ ਉਹ ਕੌਣ ਦੇਗਾ? ਉਹ ਤੁਹਾਡੀ ਜਿਹੜੀ ਹੈਗੇ, ਜੇ ਕੋਈ ਚੰਗੀ ਲੀਡਰਸ਼ਿਪ ਉਭਰੇਗੀ ਤਾਂ ਹੀ ਉਹ ਜਿਹੜਾ ਹੈਗਾ ਉਹ ਦਿੱਤਾ ਜਾਏਗਾ। ਇੱਕ ਦੂਸਰਾ ਮਾਡਲ ਸਾਡੇ ਕੋਲੇ ਇੱਕ ਕਾਰਪੋਰੇਟ ਵਰਸਸ ਕੋਆਪਰੇਟਿਵ ਖੇਤੀ ਦਾ ਹੈਗਾ। ਕੁਝ ਪਿੰਡਾਂ ਦੇ ਵਿੱਚ ਕੋਆਪਰੇਟਿਵ ਖੇਤੀ ਦਾ ਐਗਜ਼ਾਮਪਲਾਂ ਅੱਜ ਵੀ ਪੰਜਾਬ ਦੇ ਵਿੱਚ ਮੌਜੂਦ ਨੇ। ਜੇ ਅਸੀਂ ਉਹ ਕੋਆਪਰੇਟਿਵ ਖੇਤੀ ਦਾ ਜਿਹੜਾ ਨਾਰਾ ਦੇਵਾਂਗੇ ਕਿਸਾਨਾਂ ਨੂੰ, ਖਾਸ ਤੌਰ ਤੇ ਛੋਟੀ ਕਿਸਾਨੀ ਨੂੰ ਜਾਂ ਮੱਧਲੀ ਕਿਸਾਨੀ ਨੂੰ, ਜੇ ਉਹ ਉਸ ਕਾਰਪੋਰੇਟ ਖੇਤੀ ਵੱਲ ਆਉਣਗੇ ਤਾਂ ਲਾਜ਼ਮੀ ਤੌਰ ਤੇ ਇਸ ਵੱਡੇ ਸੰਕਟ ਦੇ ਵਿੱਚੋਂ, ਕਰਜ਼ੇ ਦੇ ਵਿੱਚੋਂ ਜਿਹੜਾ ਹੈਗਾ ਕਿਸਾਨ ਦੀ ਜਿਹੜੀ ਹੈਗੀ ਆ ਉਹ ਮੁਕਤੀ ਹੋ ਸਕਦੀ ਹੈ। ਜੀ ਕੁਲਦੀਪ ਜੀ, ਧੰਨਵਾਦ ਜੀ, ਬਹੁਤ ਤੁਸੀਂ ਸੱਚਮੁੱਚ ਇਹ ਵੱਡੀਆਂ ਗੱਲਾਂ ਨੇ ਜਿਹੜੀਆਂ ਹੁਣ ਕੀਤੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਖੇਤੀ ਸੰਕਟ ਦੇ ਹੱਲ ਕੀ ਹੋਣਗੇ। ਤੇ ਹੁਣ ਮੈਂ ਦਰਸ਼ਨਪਾਲ ਹੋਰਾਂ ਨੂੰ ਬੇਨਤੀ ਕਰਦਾ ਕਿਉਂਕਿ ਉਹ ਪ੍ਰੈਕਟੀਕਲੀ ਸਾਰੇ ਇਸ਼ੂ ਨਾਲ ਜੁੜੇ ਹੋਏ ਨੇ ਤੇ ਬਹੁਤ ਸਾਰੇ ਸਵਾਲ ਵੀ ਡਾਇਰੈਕਟਲੀ ਇਹਨਾਂ ਨੂੰ ਇਸੇ ਕਰਕੇ ਹੋਏ ਨੇ ਕਿ ਲੋਕ ਜਾਣਨਾ ਚਾਹੁੰਦੇ ਨੇ ਕਿ ਅਗਲੀ ਜਿਹੜੀ ਲੜਾਈ ਆ ਉਹ ਕਿੰਨਾ ਮੁੱਦਿਆਂ ਤੇ ਹੋਣੀ ਹੈ ਤੇ ਕੀ ਰੂਪਰੇਖਾ ਹੋਣੀ ਹੈ, ਤੇ ਉਹ ਕਨਕਲੂਡਿੰਗ ਟਿੱਪਣੀ ਕਰਨਗੇ ਡਾਕਟਰ ਦਰਸ਼ਨਪਾਲ। ਇੱਕ ਤਾਂ ਡਾਕਟਰ ਕੁਲਦੀਪ ਜੀ, ਸੰਜੀਵਨ ਹੁਣੀ ਜਿਹੜੇ ਨੇ ਇਹਨਾਂ ਦੇ ਜਿਹੜੇ ਬਜ਼ੁਰਗ ਨੇ, ਮਤਲਬ ਕਿ ਕੌਣ ਨੇ ਜਿਹੜੇ ਪੀਜੀਆਈ ਸੀਗੇ? ਇਹ ਸਾਹਿਤਕਾਰ ਨੇ ਜੀ, ਪੰਜਾਬੀ ਦੇ ਬਹੁਤ ਵੱਡੇ ਸੰਤੋਖ ਸਿੰਘ ਧੀਰ ਹੋਰਾਂ ਦੇ ਭਰਾ ਨੇ। ਸੰਤੋਖ ਸਿੰਘ ਧੀਰ ਸਾਡੇ ਬਹੁਤ ਵੱਡੇ ਸਾਹਿਤਕਾਰ ਹੋਏ ਨੇ, ਉਹਨਾਂ ਦੀ ਬਰਸੀ ਵੀ ਅਸੀਂ ਇਸ ਸਾਲ ਬਣਾ ਰਹੇ ਹਾਂ 100 ਸਾਲਾ। ਉਹਨਾਂ ਦੇ ਭਰਾ ਨੇ ਤੇ ਇਸ ਵੇਲੇ ਪੀਜੀਆਈ ਚ ਐਡਮਿਟ ਨੇ, ਉਹਨਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਹੈ। ਚਲੋ ਠੀਕ, ਚਲੋ ਇੱਕ ਤਾਂ ਮੈਨੂੰ ਬਹੁਤ ਮਾਣ ਹੋਇਆ ਇਸ ਗੱਲ ਤੇ, ਖੈਰ ਉਹਨਾਂ ਨੇ ਗੱਲਬਾਤ ਜੋ ਕੀਤੀ ਬਹੁਤ ਵਧੀਆ ਕੀਤੀ ਹੈ, ਬਹੁਤ ਹੌਸਲਾ ਅਫਜ਼ਾਈ ਕਰਨ ਵਾਲੀ ਹੈ ਜੀ। ਮੈਂ ਤਾਂ ਪਹਿਲਾਂ ਹੀ ਉਹਨਾਂ ਨੇ ਜੋ ਗੱਲ ਰੱਖੀ ਉਹ ਕਿਹਾ ਸੀ ਕਿ 1947 ਭਾਰਤ ਦੇ ਇਤਿਹਾਸ ਦੇ ਵਿੱਚ ਜਿੱਥੋਂ ਤੱਕ ਸੰਘਰਸ਼ ਦੀ ਇੱਕ ਗੱਲ ਹੈ, ਉਹ ਲੈਂਥ ਐਂਡ ਬ੍ਰੈਡਥ ਦੇ ਅੰਦਰ ਜਿਹੜਾ ਸੰਘਰਸ਼ ਹੋ ਰਿਹਾ, ਇਹੋ ਜਿਹਾ ਸੰਘਰਸ਼ ਅਜੇ ਤੱਕ 1947 ਤੋਂ ਬਾਅਦ ਨਹੀਂ ਹੋਇਆ ਕੋਈ। ਉਹ ਅੱਡ-ਅੱਡ ਸੰਘਰਸ਼ ਹੈਗੇ ਨੇ, ਅੱਡੋ-ਅੱਡ ਖਿੱਤਿਆਂ ਦੇ ਅੱਡ-ਅੱਡ ਮੁੱਦਿਆਂ 'ਤੇ, ਉਹ ਅਲੱਗ ਗੱਲ ਹੈ। ਦੂਸਰਾ, ਸੰਜੀਵਨ ਜੀ ਨੇ ਹੀ ਗੱਲ ਕੀਤੀ ਸੰਘਰਸ਼ ਤੋਂ ਉਮੀਦਾਂ ਕੀ ਨੇ। ਦੇਖੋ ਸੰਜੀਵਨ ਜੀ, ਮੈਂ ਇਹ ਗੱਲ ਦੋ ਪਾਰਟ 'ਚ ਕਹਿਣਾ ਚਾਹੁੰਦਾ ਕਿ ਅਗਰ ਪੰਜਾਬ ਦਾ ਸੰਘਰਸ਼ ਸੱਚੀ ਮੁੱਚੀ ਭੀਮਿੰਦਰ ਸਿੰਘ ਹੁਣਾਂ ਦੇ ਕਹਿਣ ਮੁਤਾਬਕ ਲੋਕਾਂ ਦਾ ਸੰਘਰਸ਼ ਬਣ ਜੇ, ਲੋਕਾਂ ਦੇ ਸੰਘਰਸ਼ ਬਣਨ ਦੇ ਵਿੱਚ ਮੈਂ ਡਿਟੇਲ 'ਚ ਨਹੀਂ ਜਾਂਦਾ, ਪੰਜਾਬ ਦਾ ਸੰਘਰਸ਼ ਲੋਕਾਂ ਦਾ ਸੰਘਰਸ਼ ਬਣ ਜੇ, ਪੰਜਾਬੀ ਲੋਕਾਂ ਦਾ, ਲੇਕਿਨ ਉਹ ਕੇਂਦਰਿਤ ਰਹੇ ਇਸ ਗੱਲ 'ਤੇ। ਮੈਂ ਇਹ ਤਾਂ ਕਹਿਣਾ ਚਾਹੁੰਦਾ ਹੈ ਕਿ ਅੱਜ ਪੰਜਾਬ ਦੇ ਸੰਘਰਸ਼ ਦੇ ਵਿੱਚ ਵੀ ਕੁਛ ਐਲੀਮੈਂਟ ਐਸੇ ਐਂਟਰ ਹੋਣਾ ਚਾਹੁੰਦੇ ਨੇ ਜਿਹੜੇ ਇਹਨੂੰ ਕਿਸਾਨੀ ਦੇ ਸੰਘਰਸ਼ ਤੋਂ ਧਲਕਾ ਕੇ ਕਿਤੇ ਹੋਰ ਸੰਘਰਸ਼ ਵੱਲ ਲੈ ਕੇ ਜਾਣਾ ਚਾਹੁੰਦੇ ਨੇ। ਉਹ ਮੈਂ ਉਹਦੀ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਅਗਰ ਉਹ ਸੰਘਰਸ਼ ਇਸ ਕਿਸਮ ਦਾ ਬਣ ਜੇ ਤਾਂ ਇਹਦੇ ਤੋਂ ਕਾਫੀ ਉਮੀਦਾਂ ਨੇ, ਫਿਰ ਕਾਫੀ ਉਮੀਦਾਂ ਨੇ ਮੈਨੂੰ ਤਾਂ, ਮੈਂ ਪਹਿਲਾਂ ਆਪਣੀ ਗੱਲ 'ਚ ਰੱਖ ਚੁੱਕਿਆ, ਇੰਨਾ ਹੀ ਕਹਿਣਾ ਚਾਹੁੰਦਾ। ਦੂਜਾ, ਹਰਪਾਲ ਸਿੰਘ ਹੁਣਾਂ ਜੀ ਨੇ ਗੱਲ ਕੀਤੀ ਹੈ ਕਿ
ਗ੍ਰੀਨ ਰੈਵੋਲੂਸ਼ਨ ਦੇ ਖਿੱਤਿਆਂ ਦੇ ਵਿੱਚ ਇਹ ਮੇਨ ਸੰਘਰਸ਼ ਹੈ। ਹਰਪਾਲ ਸਿੰਘ ਜੀ, ਇਹ ਜਿਹੜਾ ਸੰਘਰਸ਼ ਹੈ, ਇਹ ਗੱਲ ਤੁਸੀਂ ਮਤਲਬ ਕਿ ਗ੍ਰੀਨ ਰੈਵੋਲੂਸ਼ਨ ਉਹ ਖਿੱਤੇ ਨੇ ਜਿੱਥੇ ਮੰਡੀ ਨਾਲ ਜੁੜ ਕੇ ਕਿਸਾਨੀ ਡਿਵੈਲਪ ਹੋਈ। ਮੰਡੀ ਨਾਲ ਜੁੜ ਕੇ ਜਦੋਂ ਕਿਸਾਨੀ ਡਿਵੈਲਪ ਹੁੰਦੀ ਹੈ ਤੇ ਜਿਹੜਾ ਗ੍ਰੀਨ ਰੈਵੋਲੂਸ਼ਨ ਦਾ ਈਵਨ ਆਪਣੇ ਆਪ ਜਿਹੜਾ ਪੈਦਾਵਾਰ ਦਾ ਤਰੀਕਾ ਹੈ ਉਹ ਵੱਧ ਮੈਕਨਾਈਜ਼ਡ ਹੋਣ ਕਰਕੇ ਚੇਤਨਤਾ ਜਿਹੜੀ ਹੈ ਕਿਸਾਨਾਂ ਦੀ ਵੱਧਦੀ ਹੈ ਬੈਕਵਰਡ ਖਿੱਤਿਆਂ ਨਾਲੋਂ। ਸੋ ਮੰਡੀ ਨਾਲ ਜੁੜ ਕੇ ਐਕਸਪਲਾਈਟੇਸ਼ਨ ਵੱਧ ਜਾਂਦੀ ਹੈ, ਕੈਪੀਟਲ ਇੰਟੈਂਸਿਵ ਹੋਣ ਕਰਕੇ, ਮੈਕਨਾਈਜ਼ਡ ਹੋਣ ਕਰਕੇ ਕਿਸਾਨੀ ਹੈ ਜਿਹੜੀ ਉਹਦਾ ਇਕਜੁੱਟ ਹੋਣਾ ਬਹੁਤ ਸੌਖਾ ਹੁੰਦਾ ਹੈ। ਜਿੱਥੋਂ ਤੱਕ ਹੈ ਇਸ ਮਸਲੇ ਦੇ ਉੱਤੇ 3 ਮੁੱਦਿਆਂ ਦੇ ਉੱਤੇ ਇਹਨੂੰ ਅਲੱਗ ਰੂਪ 'ਚ ਦੇਖਣਾ ਚਾਹੀਦਾ ਹੈ। ਉਹ ਇਸ ਲਈ ਦੇਖਣਾ ਚਾਹੀਦਾ ਕਿ ਕਿਉਂਕਿ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਜੋ ਹੈ ਇਹਦੇ ਵਿੱਚ ਪੈਡੀ ਤੇ ਵੀਟ ਦੀ ਜਿਹੜੀ ਪ੍ਰੋਕਿਉਰਮੈਂਟ ਐਂਡ MSP ਜਿਹੜੀ ਅਸ਼ੋਰਡ ਸੀ, ਇਸ ਕਰਕੇ 3 ਕਾਨੂੰਨਾਂ ਨੇ ਕਾਫੀ ਵੱਡਾ ਅਟੈਕ ਇਹਨਾਂ ਇਲਾਕਿਆਂ ਤੇ ਕੀਤਾ ਤੇ ਇੱਥੋਂ ਦੀ ਕਿਸਾਨੀ ਵੱਧ ਜਿਹੜੀ ਹੈ ਉਹ ਆਰਗੇਨਾਈਜ਼ ਹੋ ਕੇ ਇਹਨਾਂ ਦੇ ਖਿਲਾਫ ਲੜਾਈ ਦੇ ਵਿੱਚ ਨਿਤਰੀ, ਕੋਵਿਡ ਦੇ ਵਿੱਚ ਵੀ ਨਿਤਰੀ। ਤੀਸਰਾ ਮਸਲਾ ਇਹਨਾਂ ਨਾਲ ਜੁੜ ਕੇ ਫਿਰ ਆ ਜਾਂਦਾ ਹਰਿਆਣੇ ਦਾ, ਸਿਰਸਾ ਦਾ, ਜੋ ਮੰਡੇਰ ਸਾਹਿਬ ਨੇ ਵੀ ਉਠਾਇਆ ਤੇ ਮੈਡਮ ਨੇ ਵੀ ਉਠਾਇਆ। ਹਰਿਆਣੇ ਦੇ ਕਿਸਾਨਾਂ ਦੇ ਨਾਲ ਸਾਡਾ ਤਾਲਮੇਲ ਹੈ। ਉੱਥੇ ਦੇ BKU ਦੇ ਗੁਰਨਾਮ ਸਿੰਘ ਚੰਡੂਨੀ ਨੇ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੀਆਂ 34 ਜਥੇਬੰਦੀਆਂ 'ਚ ਫੋਰਮ ਬਣਿਆ ਹੋਇਆ ਸੀ, ਲਗਾਤਾਰ ਇਨ ਟੱਚ ਆ ਆਪਸ 'ਚ। ਸਿਰਸਾ ਦਾ ਮੋਰਚਾ ਜੋ ਲੱਗਿਆ ਸੀ ਉਹ ਲੱਗਿਆ ਇਸੇ 'ਚੋਂ ਸੀ ਕਿ ਦੁਸ਼ਯੰਤ ਚੌਟਾਲਾ ਹੁਣਾਂ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਅਕਾਲੀ ਦਲ ਬਾਦਲਾਂ ਦੇ ਵਾਂਗ ਕਿਸੇ ਤਰ੍ਹਾਂ ਦੇ BJP ਤੋਂ ਦੂਰ ਹੋ ਸਕਦੇ ਨੇ। ਉਹ ਸਿਰਸਾ ਮੋਰਚੇ ਦੇ ਵਿੱਚ ਕੁਝ ਸਮੱਸਿਆਵਾਂ ਆ ਗਈਆਂ, ਮੈਡਮ ਵੀ ਜਾਣਦੀ ਹੋਊਗੀ, ਮੰਡੇਰ ਸਾਹਿਬ ਵੀ ਜਾਣਦੇ ਹੋਣਗੇ, ਲੇਕਿਨ ਸਿਰਸਾ ਮੋਰਚਾ ਜੋ ਅਜੇ ਵੀ ਭਗਤ ਸਿੰਘ ਸਟੇਡੀਅਮ ਦੇ ਵਿੱਚ ਲੱਗਿਆ ਹੋਇਆ ਉਹ ਥੋੜ੍ਹਾ ਅੱਗੇ ਨਾਲੋਂ ਮਤਲਬ ਕਿ ਚੱਲ ਰਿਹਾ ਲਗਾਤਾਰ, ਲੇਕਿਨ ਉਹ ਚੱਲ ਰਿਹਾ ਥੋੜ੍ਹਾ ਵੀਕ ਇਸ ਕਰਕੇ ਹੋ ਗਿਆ ਕਿ ਉੱਥੋਂ ਦੇ ਆਗੂਆਂ ਨੇ ਉੱਥੇ ਜਾ ਕੇ ਇੱਕ ਟੋਲ ਪਲਾਜ਼ਾ ਜਿਹੜਾ ਸੀ, ਆਪਣੇ ਪ੍ਰਹਿਲਾਦ ਸਿੰਘ ਹੁਣਾਂ ਨੇ ਟੋਲ ਪਲਾਜ਼ਾ 'ਤੇ ਜਾ ਕੇ ਕਬਜ਼ਾ ਕਰ ਲਿਆ ਇੱਕ 'ਤੇ। ਲੇਕਿਨ ਕਿਉਂਕਿ ਕੰਮ ਦਾ ਜ਼ੋਰ ਸੀ, ਹੁਣ ਅਸੀਂ ਹਰਿਆਣਾ ਦੇ ਵਿੱਚ ਜਿਹੜੀ ਮੋਰਚਾ ਹੈ ਉਹ ਥੋੜ੍ਹਾ ਅੱਗੇ ਵਧੂਗਾ। ਗੁਰਨਾਮ ਸਿੰਘ ਚੰਡੂਨੀ ਹੁਣੀ ਹਰਿਆਣਾ ਦੇ ਜਿਹੜੇ BKU ਦੇ ਲੀਡਰ ਨੇ ਸਾਡੇ ਨਾਲ ਲਗਾਤਾਰ ਟੱਚ 'ਚ ਨੇ। ਅਸੀਂ ਜਿਹੜੀਆਂ 500 ਕਿਸਾਨ ਜਥੇਬੰਦੀਆਂ ਦਾ ਮੋਰਚਾ ਉਹਦੇ 'ਚ ਹਰਿਆਣਾ ਦੀਆਂ ਸਾਰੀਆਂ ਜਥੇਬੰਦੀਆਂ ਨੇ। ਸੋ ਹਰਿਆਣਾ ਦੇ ਅੰਦਰ ਵੀ ਇਹ ਮੂਵਮੈਂਟ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਹੋਰ ਭਖੂਗੀ ਔਰ 26-27 ਦੀ ਜਿਹੜੀ ਦਿੱਲੀ ਰੈਲੀ ਹੈ ਉਹਦੇ 'ਚ ਹਰਿਆਣਾ ਦੇ ਕਿਸਾਨ ਵੱਡੀ ਗਿਣਤੀ 'ਚ ਸ਼ਾਮਲ ਹੋਣਗੇ। ਸੋ ਮੈਨੂੰ ਲੱਗਦਾ ਕਿ ਮੈਂ ਆਪਣੇ ਜਿੰਨੇ ਕੁ ਸਵਾਲ ਆਏ ਸੀ ਉਹਨਾਂ ਦਾ ਅਗਰ ਕਿਸੇ ਨੂੰ ਦੁਬਾਰਾ ਲੱਗੇ ਕਿ ਨਹੀਂ ਸਾਡਾ ਪੂਰਾ ਜਵਾਬ ਨਹੀਂ ਮਿਲਿਆ ਤਾਂ ਮੈਂ ਹੋਰ ਦੇ ਸਕਦਾ, ਲੇਕਿਨ ਕੁਲਦੀਪ ਜੀ ਮੈਨੂੰ ਲੱਗਦਾ ਕਿ ਮੈਂ 3 ਸਵਾਲ ਆਏ ਸੀ ਮੇਰੇ ਨਾਲ ਸੰਬੰਧਿਤ, ਸੰਘਰਸ਼ ਤੋਂ ਉਮੀਦਾਂ, ਗ੍ਰੀਨ ਰੈਵੋਲੂਸ਼ਨ ਦੇ ਨਾਲ ਜੋੜ ਕੇ ਤੇ ਹਰਿਆਣੇ ਨਾਲ ਜੋੜ ਕੇ, ਤੇ ਕੰਕਰੀਟਲੀ ਮੈਂ ਉਹਨਾਂ ਚੀਜ਼ਾਂ ਦੇ ਵਿੱਚ ਬਾਕੀ ਮੈਂ ਮਤਲਬ ਕਿ ਜੋ ਭੀਮਿੰਦਰ ਜੀ ਨੇ ਕਿਹਾ ਉਸ ਗੱਲ ਨਾਲ ਸਹਿਮਤ ਹੈ ਕਿ ਸਾਨੂੰ ਅਸਲ 'ਚ ਕੋਈ ਨਾ ਕੋਈ ਆਲਟਰਨੇਟਿਵ ਦੇਣੇ ਹੋਣਗੇ। ਯਾਨੀ ਕਿਸੇ ਚੀਜ਼ ਦਾ ਵਿਰੋਧ ਕਰਨਾ ਹੀ ਕਾਫੀ ਨਹੀਂ ਹੁੰਦਾ ਜਦ ਤੱਕ ਤੁਸੀਂ ਉਹਦਾ ਕੋਈ ਪੋਜ਼ਿਟਿਵ ਬਦਲ ਨਹੀਂ ਦਿੰਦੇ ਹੋ ਤਾਂ ਵੱਡੀ ਗੱਲ। ਸੋ ਉਹ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਬਦਲਾਂ ਦੇ ਨਾਲ ਆਉਣਾ ਪਊਗਾ ਅਗਲੇ ਦਿਨਾਂ 'ਚ। ਕਿਸਾਨ ਜਥੇਬੰਦੀਆਂ ਨੂੰ ਜਿਹੜੇ ਵੀ ਤਬਦੀਲੀ ਚਾਹੁੰਦੇ ਨੇ ਲੋਕ, ਜਿਹੜੇ ਵੀ ਮੌਜੂਦਾ ਸਿਸਟਮ ਨੂੰ ਗਲਤ ਕਹਿੰਦੇ ਨੇ, ਉਹ ਠੀਕ ਕੀ ਹੈ ਉਹਨਾਂ ਨੂੰ ਦੱਸਣਾ ਹੀ ਪੈਣਾ। ਬਿਲਕੁਲ। ਜਿਵੇਂ ਮੈਂ ਉਦਾਹਰਨ ਤੁਹਾਨੂੰ ਦੇਣੀ ਚਾਹੁੰਦਾ, ਮਤਲਬ ਸਾਡੇ ਅਸਲ ਜਿਹੜਾ ਮੰਚ ਹੈ ਉਹਦੇ 'ਚ ਇੱਕ ਡਿਸਕਸ਼ਨ ਚੱਲੀ ਕਿ ਅਸੀਂ 3 ਕਾਨੂੰਨਾਂ ਦਾ ਵਿਰੋਧ ਕਰਦੇ ਹਾਂ, ਪਾਵਰ ਬਿੱਲ 2020 ਦਾ ਵਿਰੋਧ ਕਰਦੇ ਹਾਂ, ਅਸੀਂ ਆ ਜਿਹੜਾ 에ਅਰ ਕੁਆਲਿਟੀ ਦਾ ਆਇਆ ਆਰਡੀਨੈਂਸ ਇਹਦਾ ਵਿਰੋਧ ਕਰਦੇ ਹਾਂ। ਤਾਂ ਸਾਡੇ ਵਿੱਚੋਂ ਇੱਕ ਕਾਫੀ ਬੁੱਧੀਜੀਵੀ ਲੜਕੀ ਹੈ ਜਿਹੜੀ ਬੈਂਗਲੌਰ 'ਚ ਰਹਿੰਦੀ ਹੈ, ਉਹ ਕਹਿੰਦੀ ਵੀ ਵਿਰੋਧ ਕਰਦੇ ਆ ਤਾਂ ਠੀਕ ਹੈ, ਇਹਨਾਂ ਨੂੰ ਰੱਦ ਕਰਨਾ ਚਾਹੀਦਾ, ਲੇਕਿਨ ਕਿਸਾਨ ਆਪਾਂ ਨੂੰ ਇਹ ਪੁੱਛਣਗੇ ਕਿ ਸਾਡੇ ਲਈ ਹੋਣਾ ਕੀ ਚਾਹੀਦਾ। ਬਿਲਕੁਲ ਬਿਲਕੁਲ, ਉਹਦਾ ਵੀ ਕੁਝ ਲੈ ਕੇ ਆਓ ਨਾਲ, ਅਸੀਂ ਕੀ ਕਰਨਾ ਕੀ ਹੈ। ਤੇ ਜਿਹਦੇ ਵਿੱਚ ਮਤਲਬ ਕਿ ਉਹਨਾਂ ਨੇ ਰੱਖਿਆ ਕਿ ਸਾਨੂੰ ਕਰਜ਼ਾ ਮੁਕਤੀ ਪੂਰਾ ਦਾਮ ਵਾਲਾ ਸਲੋਗਨ ਇੱਕ ਬਦਲ ਦੇ ਰੂਪ 'ਚ ਰੱਖਣਾ ਚਾਹੀਦਾ। ਚਲੋ ਉਹ ਮੈਂ ਵੈਸੇ ਉਦਾਹਰਣ ਦੇ ਤੌਰ 'ਤੇ ਦੱਸ ਰਿਹਾ, ਲੇਕਿਨ ਇਹ ਗੱਲ ਸਹੀ ਹੈ ਭੀਮਿੰਦਰ ਦੀ ਕਿ ਜਦੋਂ ਤੱਕ ਸਾਨੂੰ ਅਸਲ 'ਚ ਬਦਲ ਨਹੀਂ ਅਸੀਂ ਦਿੰਦੇ, ਉਹ ਕੋਆਪਰੇਟਿਵ ਖੇਤੀ ਦਾ ਹੋਵੇ, ਉਹ ਕਲੈਕਟਿਵ ਖੇਤੀ ਦਾ ਹੋਵੇ, ਕੀ ਹੋਵੇ, ਉਹਦੇ ਤੋਂ ਬਗੈਰ ਕਿਸੇ ਚੀਜ਼ ਨੂੰ ਮਾੜਾ ਕਹੀ ਜਾਣਾ, ਗਾਲਾਂ ਕੱਢੀ ਜਾਣੀਆਂ, ਕੋਈ ਬਹੁਤਾ ਵਧੀਆ ਨਹੀਂ ਹੈ। ਨਾਲ ਸਾਨੂੰ ਬਦਲ ਕੋਈ ਨਾ ਕੋਈ ਲੈ ਕੇ ਆਉਣਾ ਚਾਹੀਦਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਨਪਾਲ ਜੀ ਤੇ ਡਾਕਟਰ ਭੀਮਿੰਦਰ ਜੀ। ਸੱਚਮੁੱਚ ਜਿਹੜੀਆਂ ਗੱਲਾਂ ਅੱਜ ਹੋਈਆਂ ਨੇ ਇਹਨਾਂ ਦੇ ਵਿੱਚੋਂ ਜਿਹੜੇ ਸਿੱਟੇ ਅਸੀਂ ਕੁਝ ਕੱਢ ਸਕਦੇ ਹਾਂ ਉਹ ਇਹੀ ਨੇ ਕਿ ਇੱਕ ਪਾਸੇ ਕਿਸਾਨ ਜਥੇਬੰਦੀਆਂ ਨੂੰ ਇਸ ਸੰਘਰਸ਼ ਨੂੰ ਆਵਾਮ ਦਾ ਸੰਘਰਸ਼ ਬਣਾਉਣ ਲਈ ਆਪਣੇ ਤਤਕਾਲੀ ਤੇ ਚਿਰਕਾਲੀ ਏਜੰਡਿਆਂ ਨੂੰ ਦੁਬਾਰਾ ਰਿਵਿਊ ਵੀ ਕਰਨਾ ਪੈਣਾ, ਉਹਨੂੰ ਦੁਬਾਰੇ ਚੰਗੀ ਤਰ੍ਹਾਂ ਘੋਖਣਾ ਪਰਖਣਾ ਪੈਣਾ, ਤੇ ਪਰ ਨਾਲ ਦੀ ਨਾਲ ਜਿੰਨੀਆਂ ਵੀ ਜਥੇਬੰਦੀਆਂ ਕਿਸੇ ਵੀ ਖੇਤਰ ਦੇ ਵਿੱਚ, ਚਾਹੇ ਉਹ ਵਿਦਿਆਰਥੀ ਯੂਨੀਅਨਾਂ ਨੇ, ਚਾਹੇ ਉਹ ਮੁਲਾਜ਼ਮ ਯੂਨੀਅਨਾਂ ਨੇ, ਚਾਹੇ ਮਜ਼ਦੂਰ ਯੂਨੀਅਨਾਂ ਨੇ, ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਸਪੋਰਟ ਕਰਨਾ ਪਊਗਾ
ਜਦੋਂ ਸਾਂਝੇ ਮੁੱਦਿਆਂ ਤੇ ਸਾਂਝੀ ਲੜਾਈ ਲੜੀ ਜਾਊਗੀ ਉਦੋਂ ਕੋਈ ਸਰਕਾਰ ਇਹੋ ਜਿਹੀ ਨਹੀਂ ਹੁੰਦੀ ਜਿਹਨੂੰ ਝੁਕਾਇਆ ਨਾ ਜਾ ਸਕੇ ਤੇ ਆਪਣੀਆਂ ਗੱਲਾਂ ਮਨਵਾਈਆਂ ਨਾ ਜਾ ਸਕਣ। ਉਹਨਾਂ ਬਦਲਾਂ ਤੇ ਵੀ ਸਾਨੂੰ ਫੋਕਸ ਕਰਨਾ ਪਊਗਾ ਕਿ ਅਸੀਂ ਇਸ ਚੀਜ਼ ਨੂੰ ਰੱਦ ਕਰਾ ਕੇ ਸਾਡੇ ਕੋਲ ਬਦਲ ਕੀ ਹੈ, ਅਸੀਂ ਲੈ ਕੇ ਕੀ ਕਰਨਾ ਕੀ ਚਾਹੁੰਦੇ ਆ, ਇਸ ਕਿਸਾਨੀ ਨੂੰ ਬਚਾਉਣ ਦੇ ਰਸਤੇ ਸਾਡੇ ਕੋਲੇ ਕੀ ਨੇ। ਇਹ ਸਾਰੀਆਂ ਗੱਲਾਂ ਚਿੰਤਨ ਤੇ ਮੰਥਨ ਦੇ ਦੌਰ ਦੇ ਵਿੱਚ ਚੱਲ ਰਹੀਆਂ ਨੇ, ਇਹ ਚਿੰਤਨ ਹੋ ਰਿਹਾ ਹੈ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ, ਆਪਣਾ ਯੋਗਦਾਨ ਪਾ ਰਹੇ ਹਾਂ, ਮੀਡੀਆ ਪ੍ਰਵਾਸ ਵੱਲੋਂ ਯੋਗਦਾਨ ਪਾ ਰਹੇ ਹਾਂ ਕਿ ਘੱਟੋ ਘੱਟ ਕੁਝ ਪਲੇਟਫਾਰਮਾਂ ਤੇ ਡਿਬੇਟ ਚੱਲਦੀ ਰਹਿਣੀ ਚਾਹੀਦੀ ਹੈ। ਸੋ ਦਰਸ਼ਨਪਾਲ ਹੋਰੀ, ਤੁਸੀਂ ਸਾਡੀ ਇਸ ਡਿਬੇਟ ਦੇ ਵਿੱਚ ਸ਼ਾਮਲ ਹੋਏ ਹੋ। ਡਾਕਟਰ ਭੀਮਿੰਦਰ ਜੀ, ਤੁਸੀਂ ਇਸ ਡਿਬੇਟ ਦੇ ਵਿੱਚ ਸ਼ਾਮਲ ਹੋਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਐਤਵਾਰ ਆਪਾਂ ਇਸ ਦੀ ਕਿਸੇ ਹੋਰ ਪੱਖ ਦੇ ਨਾਲ ਕੁਝ ਹੋਰ ਚਿੰਤਕਾਂ ਦੇ ਨਾਲ ਜੁੜਾਂਗੇ। ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਓਕੇ ਜੀ।